ਕਿਸ ਮਕਸਦ ਨੂੰ ਲੈ ਕੇ ਪੰਜਾਬ ਆਏ? ਜਿਹੜਾ ਸਟੇਟ ਦਾ ਇੱਕ ਨੈਰੇਟਿਵ ਹੈ ਪੰਜਾਬ ਦੇ ਖਿਲਾਫ, ਸਿੱਖਾਂ ਦੇ ਖਿਲਾਫ, ਉਹਨੂੰ ਇੰਟੈਲੈਕਚੁਅਲੀ ਚੈਲੰਜ ਕਰਨਾ। ਦੀਪ ਸਿੱਧੂ ਦਾ ਸਿਵਾ ਤਾਂ ਠੰਡਾ ਹੋ ਲੈਣ ਦਿੰਦੇ, ਇੰਨੀ ਕੀ ਕਾਲੀ ਸੀਗੀ। ਸਰਦਾਰ ਅਮਰਪਾਲ ਸਿੰਘ ਆਪਣੇ ਆਪ ਨੂੰ ਦੱਸਦਾ ਤਾਂ ਬਹੁਤ ਨੇੜੇ ਆ ਦੀਪ ਸਿੱਧੂ ਦੇ, ਵੀ ਆਹ ਦੇਖ ਲਓ ਜੀ ਦੀਪ ਸਿੱਧੂ ਨੇ ਇਹਨੂੰ ਬਲੌਕ ਮਾਰਿਆ ਹੋਇਆ 29 ਜਨਵਰੀ ਤੋਂ ਲੈ ਕੇ 13 ਤਰੀਕ ਤੱਕ ਸ਼ਾਇਦ ਕਿਸੇ ਤਰ੍ਹਾਂ ਦਾ ਕੋਈ ਡੇਟ ਆਈ ਸੀਗੀ ਵੀ ਉਦੋਂ ਤੱਕ ਤਾਂ ਤੁਸੀਂ ਬਲੌਕ ਰਹਿੰਦੇ ਸੀਗੇ, ਵੀ ਤੁਹਾਡੀ ਕਿਸੇ ਤਰ੍ਹਾਂ ਦੀ ਲੜਾਈ ਹੋਈ? ਮੈਂ ਕਹਿੰਦਾ ਵੀ ਜਿਹੜਾ ਬੰਦਾ ਇਹ ਦਾਅਵਾ ਕਰਦਾ ਉਹ ਮੇਰੇ ਕੋਲ ਆ ਜੇ, ਮੈਂ ਆਪਣਾ ਫੋਨ ਰੱਖ ਲੈਣਾ, ਉਹ ਆਪਣਾ ਰੱਖ ਦੇਣਾ। ਬਲੌਕ ਕਿਉਂ ਕੀਤਾ ਜਾਂਦਾ ਤੁਹਾਨੂੰ? ਇਹ ਤੁਸੀਂ ਮੰਨਦੇ ਹੋ ਵੀ ਚਾਹੇ ਉਹ ਵਿਰੋਧੀ ਵਿਚਾਰਧਾਰਾ ਦਾ ਹੌਲੀ ਹੌਲੀ ਆਪਣੇ ਨੇੜੇ ਲੈ ਕੇ ਆਉਣਾ ਚਾਹੁੰਦੇ ਸੀ ਜੀ ਉਹ? ਨਹੀਂ, ਇੱਕ ਸੁਭਾਅ ਦੀ ਗੱਲ ਜ਼ਰੂਰ ਸੀ, ਕਿਸੇ ਨੂੰ ਨੇੜੇ ਲਿਆਉਣ ਦਾ ਕਦੇ ਪਲਾਨ ਨਹੀਂ ਸੀ ਹੁੰਦਾ। ਦੀਪ ਸਿੱਧੂ ਦਾ ਪਰਿਵਾਰ ਹੈ, ਉਹਨਾਂ ਦੀ ਤੁਹਾਡੀ ਜਥੇਬੰਦੀ ਦੇ ਨਾਲ ਜਾਂ ਤੁਹਾਡੇ ਨਾਲ ਕਿਉਂ ਨਹੀਂ ਬਣ ਰਹੀ? ਜਿਹੜੇ ਇਹਦੇ ਮੈਂਬਰ ਸੀਗੇ ਜਾਂ ਬਹੁਤ ਨੇੜੇ ਆਪਣੇ ਦੀਪ ਸਿੱਧੂ ਨੇ ਇਸ ਜਥੇਬੰਦੀ ਦੇ ਵਿੱਚ ਪਾਏ ਸੀਗੇ ਜਿਹੜੇ ਲੋਕ, ਉਹ ਤਾਂ ਨਾਲ ਤੁਰ ਨਹੀਂ ਸਕੇ, ਵੀ ਹੁਣ ਤੁਸੀਂ ਕਿਵੇਂ ਤੋਰ ਲਓਗੇ ਇਹਨੂੰ? ਨਹੀਂ ਦੇਖੋ, ਇਹ ਕਿੱਥੇ ਲਿਖਿਆ ਵੀ ਦੋ ਤਰ੍ਹਾਂ ਕੰਮ ਨਹੀਂ ਕਰ ਸਕਦੀਆਂ ਵੱਖਰਾ ਵੱਖਰਾ? ਇੱਕ ਉਸ ਵਿਅਕਤੀ ਨੂੰ ਜਿਹੜਾ ਅੱਜ ਦੁਨੀਆ ਦੇ ਵਿੱਚ ਨਹੀਂ ਹੈ, ਉਹਦੀ ਵਿਚਾਰਧਾਰਾ ਦਾ ਦਾਅਵਾ ਕਰਦੀਆਂ ਨੇ ਵੀ ਉਸੇ ਵਿਚਾਰਧਾਰਾ 'ਤੇ ਚੱਲਦੇ ਨੇ। ਸੰਗਤ ਤੈਅ ਕਰੂਗੀ ਵੀ ਕੌਣ ਕਿਹਦੀ ਵਿਚਾਰਧਾਰਾ 'ਤੇ ਚੱਲ ਰਿਹਾ। ਇਹ ਕਿਤੇ ਲਿਖਿਆ ਨਹੀਂ ਵੀ ਇੱਕ ਨਹੀਂ ਹੋਇਆ ਜਾ ਸਕਦਾ। ਸਿਧਾਂਤ ਤੇ ਏਕਤਾ ਕਦੇ ਵੀ ਹੋ ਸਕਦੀ ਹੈ। ਸਿਧਾਂਤਾਂ ਤੇ ਕੋਈ ਸਮਝੌਤਾ ਨਹੀਂ, ਸਿਧਾਂਤ ਦੇ ਅਨੁਸਾਰ ਚੱਲਣਾ ਪਊਗਾ, ਉਹਦੇ ਇਲਾਵਾ ਕੁਝ ਨਹੀਂ। ਸਿਧਾਂਤ ਮੰਨਦੇ ਕਿਹਨੂੰ? ਕਿਹੜੇ ਸਿਧਾਂਤਾਂ ਦੀ ਤੁਸੀਂ ਗੱਲ ਕਰਦੇ ਹੋ? ਜਿਹੜੇ ਦਿੱਲੀ ਦੀ ਅੱਖ 'ਚ ਅੱਖ ਪਾ ਕੇ ਗੱਲ ਨਹੀਂ ਕਰਦੇ, ਸਾਡੇ ਉਹ ਬੰਦੇ ਨਹੀਂ। ਇਹ ਕਿਤੇ ਪੱਥਰ 'ਤੇ ਲਕੀਰ ਨਹੀਂ ਹੈਗਾ ਵੀ ਅਸੀਂ ਕੋਈ ਜਥੇਬੰਦੀ ਬਣਾ ਲਈ ਤੇ ਅਸੀਂ ਰੱਬ ਬਣ ਗਏ। ਜੇ ਤੁਸੀਂ ਆਪਣੀ ਪੀੜ ਨੂੰ ਘਟਾਉਣ ਦੀ ਗੱਲ ਕਰੋ ਤੇ ਕੋਈ ਉਸ ਆਈਡੀਆ ਨੂੰ ਕ੍ਰਿਮੀਨਲਾਈਜ਼ ਕਰਦਾ, ਤੇ ਫਿਰ ਤੁਸੀਂ ਦੱਸੋ ਪਿੱਛੇ ਰਾਹ ਕੀ ਬਚਦਾ? ਪੀੜ ਨੂੰ ਘਟਾਉਣ ਦਾ ਰਾਹ ਖਾਲਿਸਤਾਨ ਹੈ। ਆਪਣੇ ਬੰਦੀ ਸਿੰਘ ਜੇਲ੍ਹਾਂ 'ਚ ਨੇ ਅੱਜ, ਜੇ ਖਾਲਿਸਤਾਨ ਬਣ ਜੇ ਤੇ ਇਹਨਾਂ ਨੂੰ ਜੇਲ੍ਹਾਂ 'ਚ ਕਿਉਂ ਹੋਣਗੇ? ਮਤਲਬ ਹੁਣ ਇਹ ਸਮਝੀਏ ਵੀ ਅੰਮ੍ਰਿਤਪਾਲ ਜੀ ਹੁਣ ਆਏ ਨੇ ਔਰ ਉਹਨਾਂ ਦੀ ਸਾਰੀ ਜਥੇਬੰਦੀ, ਜਿਹੜਾ ਵੀ ਜਥੇਬੰਦਕ ਢਾਂਚਾ ਤਿਆਰ ਹੋਊਗਾ, ਤਾਂ ਉਹ ਸਾਰੇ ਜਣੇ ਖਾਲਿਸਤਾਨ ਦੀ ਮੰਗ ਦੀ ਗੱਲ ਕਰੋਗੇ। ਅਸੀਂ ਇਹ ਕਹਿੰਦੇ ਹਾਂ ਪੰਜਾਬ ਦਾ ਸੋਲੂਸ਼ਨ ਹੋਰ ਕਿਸੇ 'ਚ ਹੈ ਨਹੀਂ। ਪੰਜਾਬ ਦੇ 13 MP ਨੇ, ਪੰਜਾਬ ਦੇ ਵਿੱਚ ਕੀ ਹੋਣਾ ਚਾਹੀਦਾ ਇਹਦਾ ਫੈਸਲਾ ਕੁਝ 400 MP ਦੇ ਕਰੀਬ ਕਰਨਗੇ। ਦੇਖੋ, ਜਿਹੜੇ ਜਿੰਨੇ ਇਸ ਰਾਹ 'ਤੇ ਤੁਰਨਾ ਉਹ ਸਿਰ ਤੇ ਕੱਫੜ ਮੰਨ ਕੇ ਤੁਰੇ। ਇੰਡੀਅਨ ਗਵਰਨਮੈਂਟ ਨੇ ਬਿਲੀਅਨਸ ਆਫ ਡਾਲਰ ਖਰਚਿਆ ਵੀ ਇੱਥੇ ਜਿਹੜੀ ਸਿੱਖ ਸਟਰਗਲ ਹੈ ਉਹਨੂੰ ਈਵਲ ਬਣਾ ਕੇ ਪੇਸ਼ ਕੀਤਾ ਜਾਵੇ, ਸੰਤਾਂ ਦੀ ਇਮੇਜ ਨੂੰ ਵਿਗਾੜਿਆ ਜਾਵੇ। ਉਹ ਅਸਰ ਹੋਇਆ? ਨਹੀਂ ਹੋਇਆ। ਇਹ ਸੰਤਾਂ ਦੀ ਸ਼ਹਾਦਤ ਦਾ ਹੀ ਰੁਤਬਾ ਹੈ। ਜਿਹੜਾ ਅੱਜ ਨੌਜਵਾਨ ਜਿਹੜਾ ਇਸ ਰਾਹ ਨੂੰ ਤੁਰ ਰਿਹਾ ਹੈ ਸੰਤਾਂ ਤੋਂ ਪ੍ਰੇਰਿਤ ਹੋ ਕੇ, ਇਹਨੇ ਸਾਬਤ ਕੀਤਾ ਵੀ ਇੰਡੀਆ ਦਾ ਨੈਰੇਟਿਵ ਫੇਲ ਹੋਇਆ। ਇਸ ਜਥੇਬੰਦੀ ਜਿਹੜੀ ਦੋ ਫਾੜ ਹੋਈ ਬਈ ਦਿਖਦੀ ਹੈ, ਇੱਕ ਦਾਅਵਾ ਕਰਦਾ ਵੀ ਅਸੀਂ ਹਾਂ ਜੀ ਵਾਰਸ, ਦੂਜਾ ਦਾਅਵਾ ਕਰਦਾ ਜੀ ਵੀ ਅਸੀਂ ਹਾਂ, ਵੀ ਇਹਨੂੰ ਜੋੜ ਕੇ ਨਹੀਂ ਹੋ ਸਕਦਾ ਬਾਈ ਕਿਸੇ ਤਰ੍ਹਾਂ ਦੇ ਨਾਲ? ਕੋਸ਼ਿਸ਼ ਜ਼ਰੂਰ ਕਰਾਂਗੇ ਅਸੀਂ, ਠੀਕ, ਬੈਠਣ ਤੋਂ ਕਿਤੇ ਨਹੀਂ ਭੱਜੇ, ਨਾ ਭੱਜਾਂਗੇ। ਪਰ ਗੱਲ ਇਹ ਆ ਵੀ ਸਿਧਾਂਤ ਪ੍ਰਮੁੱਖ ਹੋਊਗਾ। ਖਾਲਿਸਤਾਨ ਖਾਲਸਾ ਰਾਜ ਹੀ ਹੈ ਨਾ, ਹੈ ਜਿੱਥੇ ਧੀਆਂ ਭੈਣਾਂ ਦੀ ਇੱਜ਼ਤ ਪੱਤ ਸੁਰੱਖਿਅਤ ਹੋਵੇ। ਵੀ ਜਿਹੜਾ ਹੁਣ ਲੋਕਾਂ ਕੋਲ ਰਾਜ ਆ, ਉਹਨਾਂ ਦੇ ਸਿਰ ਪੱਗਾਂ, ਉਹਨਾਂ ਦੇ ਸਿਰ ਦੇ ਉੱਤੇ, ਔਰ ਸ੍ਰੀ ਸਾਹਿਬ ਵੀ ਅੰਮ੍ਰਿਤ ਵੀ ਛਕੇ ਹੋਏ ਉਹਨਾਂ ਵਿੱਚੋਂ ਹੀ, ਤੇ ਉਹ ਲੋਕ ਤਾਂ ਕਰ ਨਹੀਂ ਸਕੇ। ਉਹਨਾਂ ਦੇ ਅੰਦਰ ਬੇਈਮਾਨੀ ਕੀ? ਖਾਲਸਾ ਰਾਜ ਆਉਣ ਦੇ ਨਾਲ ਖੂਨ ਵੀ ਬਦਲ ਜਾਣੇ ਜੀ। ਅੰਗਰੇਜ਼ਾਂ ਦੇ ਮੌਕੇ ਦੇ ਉੱਤੇ ਇੱਥੇ ਕਿਹੜੇ ਲੀਡਰਸ ਪੋਲੀਟੀਸ਼ੀਅਨ ਸੀ ਜਿਹੜੇ ਪੋਲੀਟਿਕਸ 'ਚ ਨਹੀਂ ਸੀ ਹੈਗੇ? ਹਿੰਦੁਸਤਾਨ ਦੇ ਵਸਿੰਦੇ ਪੋਲੀਟਿਕਸ 'ਚ ਇਨਵੋਲਵ ਸੀ, ਫਿਰ ਆਜ਼ਾਦੀ ਕਿਉਂ ਲਈ? ਜਥੇਬੰਦੀ ਦੀਪ ਬਾਈ ਤੋਂ ਬਾਅਦ ਦੋ ਧੜਿਆਂ 'ਚ ਹੋ ਗਈ, ਉਹਦਾ ਨਾਮ ਫਿਰ ਤੁਸੀਂ ਉਹਨੂੰ ਹੀ ਅੱਗੇ ਕਿਉਂ ਤੋਰਿਆ? ਨਵੀਂ ਵੀ ਬਣਾ ਸਕਦੇ ਸੀਗੇ ਬਾਈ। ਜੇ ਆਪਾਂ ਸਿੱਧੇ ਹੀ ਕੋਰੇ ਹੋ ਗਏ ਬਾਈ, ਮਾੜੀ ਮੋਟੀ ਵੀ ਰਾਜਨੀਤੀ ਨਹੀਂ ਰਹੀ ਜਾਂ ਉਹ ਚੀਜ਼ਾਂ ਨੂੰ ਦੂਜਿਆਂ ਨੂੰ ਜੋੜਨ ਦੇ ਲਈ ਜੇ ਤੁਸੀਂ ਕੋਰੇ ਹੋ ਗਏ, ਬਾਕੀ ਟੁੱਟਦੇ ਰਹੇ, ਫਿਰ ਇਹ ਨੁਕਸਾਨ ਨਹੀਂ ਹੈਗਾ? ਨਹੀਂ ਦੇਖੋ, ਅਸੀਂ ਕੋਰੇ ਨਹੀਂ ਹੈਗੇ, ਅਸੀਂ ਰਾਜਨੀਤੀ ਵੀ ਕਰ ਰਹੇ ਹਾਂ। ਰਾਜਨੀਤੀ ਇਹ ਹੈ ਵੀ ਅਸੀਂ ਆਪਣੇ ਦੁਸ਼ਮਣ ਨਾਲ ਵੀ ਬੈਠਣ ਨੂੰ ਤਿਆਰ ਹਾਂ, ਸਾਨੂੰ ਪਤਾ ਉਹਨੇ ਭਲਾ ਨਹੀਂ ਕਰਨਾ ਸਾਡਾ। ਅਸੀਂ ਕਾਮ ਲੀਡਰ ਨੂੰ ਸੱਦਣ ਦਿੰਦੇ, ਆਓ ਤੁਸੀਂ ਦੱਸੋ ਵੀ ਪੰਜਾਬ ਦੇ ਜਿਹੜਾ ਤੁਹਾਡਾ ਆਈਡੀਆ, ਉਹ ਅਸੀਂ ਦੱਸਦੇ ਹਾਂ ਡਿਜ਼ਾਸਟਰ ਕਿਵੇਂ ਹੈ ਤੁਹਾਡਾ ਆਈਡੀਆ। ਸੋ ਅਸੀਂ ਲਕੀਰ ਨਹੀਂ ਕਿਸੇ ਵੀ ਪਾਸੇ ਖਿੱਚੀ ਹੋਈ, ਅਸੀਂ ਆਪਣੇ ਰਾਹ ਦੀ ਲਕੀਰ ਜ਼ਰੂਰ ਖਿੱਚੀ ਹੈ ਵੀ ਅਸੀਂ ਕਿੱਧਰ ਨੂੰ ਜਾਣਾ ਹੈ। ਉਹਦੇ ਉਲਟ ਗੁਰੂ ਸਾਹਿਬ ਨੇ ਗੈਰ ਧਰਮ ਵਿਰੋਧੀ ਮੂਵਮੈਂਟ ਨਹੀਂ ਚਲਾਈ, ਸੱਚੇ ਧਰਮ ਨੂੰ ਇੱਥੇ ਇੰਟਰੋਡਿਊਸ ਕੀਤਾ। ਸੱਚਾ ਧਰਮ ਹੀ ਪੰਜਾਬ ਨੂੰ ਬਚਾ ਸਕਦਾ ਹੈ। ਬਾਕੀ ਧਰਮਾਂ ਨੂੰ ਝੂਠਾ ਧਰਮ ਕਹਿੰਦੇ ਹੋ ਫਿਰ? ਪੰਜਾਬ ਦਾ ਕਾਮਰੇਡ ਇਸ ਕਰਕੇ ਫੇਲ ਹੁੰਦਾ ਹੈ, ਉਹ ਪੰਜਾਬ 'ਚ ਸਿੱਖੀ ਦੇ ਕਾਊਂਟਰ ਅਗੇਂਸਟ ਜਾ ਕੇ ਖੜਾ ਹੋ ਜਾਂਦਾ ਹੈ। ਅੱਜ ਤੱਕ ਸਾਡੀ ਕੌਮ ਨੂੰ ਜੇਕਰ ਲੁੱਟਿਆ ਸੋਹਣੀਆਂ ਗੱਲਾਂ ਕਰਕੇ, ਵਧੀਆ ਗੱਲਾਂ ਕਰਕੇ, ਚੰਗੇ ਲੀਡਰ ਸਾਨੂੰ ਮਿਲ ਨਹੀਂ ਸਕੇ, ਉਹਦੇ ਕਰਕੇ ਅੱਜ ਪੰਜਾਬ ਦੇ ਹਾਲਾਤ ਹੋਏ ਪਏ ਆ। ਕਿਤੇ ਅੰਮ੍ਰਿਤਪਾਲ ਉਹਨਾਂ ਲੀਡਰਾਂ 'ਚੋਂ ਇੱਕ ਤਾਂ ਬਣ ਜੇ।
ਸਤਿ ਸ਼੍ਰੀ ਅਕਾਲ ਜੀ ਦਰਸ਼ਕੋ। ਦੀਪ ਸਿੱਧੂ ਦੀ ਮੌਤ ਤੋਂ ਬਾਅਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਵੇਂ ਪ੍ਰਧਾਨ ਚੁਣੇ ਜਾਂਦੇ ਨੇ ਤੇ ਉਹ ਪ੍ਰਧਾਨਗੀ ਸਰਦਾਰ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਦਿੱਤੀ ਜਾਂਦੀ ਹੈ, ਜਿਹੜੇ ਉਸ ਵੇਲੇ ਦੁਬਈ ਦੇ ਵਿੱਚ ਸੀਗੇ। ਹੁਣ ਉਹ ਪੰਜਾਬ ਆਏ ਨੇ। ਜਦੋਂ ਪ੍ਰਧਾਨਗੀ ਦਿੱਤੀ ਜਾਂਦੀ ਹੈ ਜਾਂ ਫਿਰ ਉਹਨਾਂ ਨੂੰ ਚੁਣਿਆ ਜਾਂਦਾ ਹੈ, ਸੇਵਾ ਸੌਂਪੀ ਜਾਂਦੀ ਹੈ, ਤਾਂ ਉਸ ਵੇਲੇ ਬਹੁਤ ਸਾਰੀਆਂ ਗੱਲਾਂ ਵੀ ਸਾਹਮਣੇ ਆਈਆਂ ਸੀਗੀਆਂ। ਬਹੁਤ ਸਾਰੇ ਇਹ ਵੀ ਗੱਲਾਂ ਸੀਗੀਆਂ ਵੀ ਯਾਰ ਦੀਪ ਸਿੱਧੂ ਦੀ ਮੌਤ ਨੂੰ ਕਿੰਨੇ ਕੁ ਦਿਨ ਹੋਇਆ, ਸਿਵਾ ਤਾਂ ਠੰਡਾ ਹੋ ਲੈਣ ਦਿਓ, ਇਹ ਕੰਮ ਫੇਰ ਕਰ ਲਿਓ। ਬਹੁਤ ਸਾਰੀਆਂ ਗੱਲਾਂ। ਸੋ ਉਹ ਪੰਜਾਬ ਪਰਤੇ ਨੇ, ਵਾਪਸ ਆਏ ਨੇ, ਕੌਮ ਦੀ ਸੇਵਾ ਲਈ ਆਏ ਨੇ ਜਾਂ ਛੁੱਟੀ ਕੱਟਣ ਆਏ ਨੇ, ਉਹ ਵੀ ਗੱਲਾਂ ਬਾਤਾਂ ਆਪਾਂ ਕਰਾਂਗੇ। ਕਿਸ ਵਿਜ਼ਨ ਨੂੰ ਲੈ ਕੇ ਤੁਰੇ ਨੇ ਜਾਂ ਹੋਰ तमाम ਸਵਾਲ ਹੋਣਗੇ। ਪਹਿਲਾਂ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਵਾਗਤ ਬਾਈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਪੱਕੇ ਤੌਰ ਤੇ ਆ ਗਏ ਹੋ ਦੁਬਈ ਤੋਂ ਜਾਂ ਸਿਰਫ ਗੇੜਾ ਮਾਰ ਕੇ ਚਲ ਜਾਓਗੇ? ਨਹੀਂ ਜੀ, ਗੇੜਾ ਮਾਰ ਨਹੀਂ ਆਏ, ਬਟ ਹਾਲ ਦੀ ਘੜੀ ਇਹ ਕਨਫਰਮ ਨਹੀਂਗਾ, ਬਟ ਤੁਸੀਂ ਸਮਝ ਲਓ ਵੀ ਅਜੇ ਕਾਫੀ ਲੰਮਾ ਸਮਾਂ ਪੰਜਾਬ 'ਚ ਹੀ ਆਪਾਂ। ਕਿਸ ਮਕਸਦ ਨੂੰ ਲੈ ਕੇ ਪੰਜਾਬ ਆਏ ਹੋ ਜੀ? ਮਕਸਦ ਜਿਹੜਾ ਬਾਈ ਦੀਪ ਸਿੱਧੂ ਨੇ ਅਧੂਰਾ ਛੱਡਿਆ ਸੀ, ਜਿਹੜੇ ਸੰਘਰਸ਼ ਦੇ ਰਾਹ 'ਤੇ ਉਹ ਤੁਰੇ ਸਨ, ਅਤੇ ਉਸ ਜਥੇਬੰਦੀ ਦੇ ਢਾਂਚੇ ਦਾ ਵਿਸਥਾਰ ਕਰਨਾ, ਪੰਜਾਬ ਦੇ ਹੱਕਾਂ ਦੀ, ਪੰਜਾਬ ਦੇ ਸੰਘਰਸ਼ ਦੀ ਗੱਲ ਕਰਨੀ, ਪੰਜਾਬ ਦੇ ਮਸਲਿਆਂ ਨੂੰ ਉਭਾਰਨਾ, ਅਤੇ ਜਿਹੜਾ ਸਟੇਟ ਦਾ ਇੱਕ ਨੈਰੇਟਿਵ ਹੈ ਪੰਜਾਬ ਦੇ ਖਿਲਾਫ, ਸਿੱਖਾਂ ਦੇ ਖਿਲਾਫ, ਉਹਨੂੰ ਇੰਟਲੈਕਚੁਅਲੀ ਚੈਲੰਜ ਕਰਨਾ। ਸੋ ਇਸ ਕਰਕੇ ਫਿਰ ਮੈਨੂੰ ਇਹ ਮਹਿਸੂਸ ਹੋਇਆ ਵੀ ਹੁਣ ਪੰਜਾਬ ਜਾਣ ਦਾ ਵੇਲਾ ਆ ਗਿਆ। ਅਤੇ ਕਿਉਂਕਿ ਇੰਨੇ ਸਮੇਂ 'ਚ ਕਾਫੀ ਬੰਦਿਆਂ ਦੀ ਪਰਖ ਵੀ ਹੋ ਗਈ, ਕਿਹੜੇ ਬੰਦੇ ਵਾਕਿਆ ਸਿਰਦ ਨੇ, ਕਿਹੜੇ ਬੰਦੇ ਸਿਰਫ ਟਾਈਮ ਪਾਸ ਕਰਨਾ ਚਾਹੁੰਦੇ ਨੇ। ਸੋ ਹੁਣ ਉਹ ਸਮਾਂ ਆ ਗਿਆ ਵੀ ਜਦੋਂ ਆਪਾਂ ਜਥੇਬੰਦੀ ਦਾ ਵਿਸਥਾਰ ਕਰੀਏ। ਠੀਕ ਹੈ। ਅਤੇ ਪਰ ਗੱਲਾਂ ਸਾਹਮਣੇ ਇਹ ਵੀ ਆਉਂਦੀਆਂ ਰਹੀਆਂ ਵੀ ਜਿਹੜੀ ਜਥੇਬੰਦੀ ਤੁਸੀਂ ਜਦੋਂ ਪ੍ਰਧਾਨ ਲਗਾਏ ਜਾਂਦੇ ਹੋ ਜਾਂ ਤੁਹਾਨੂੰ ਸੇਵਾ ਦਿੱਤੀ ਜਾਂਦੀ ਹੈ, ਤਾਂ ਵੀ ਯਾਰ ਦੀਪ ਸਿੱਧੂ ਦਾ ਸਿਵਾ ਤਾਂ ਠੰਡਾ ਹੋ ਲੈਣ ਦਿੰਦੇ। ਇੰਨੀ ਕੀ ਕਾਹਲੀ ਸੀਗੀ ਜਦ ਤੁਸੀਂ ਨਹੀਂ ਰੋਕਿਆ? ਇੱਕ ਤੁਸੀਂ ਲੀਡਰ ਸੀ, ਆਖਿਰਕਾਰ ਬਣੇ ਇੱਕ ਮੁੱਖ ਲੀਡਰ ਕਹਿ ਲਈਏ ਆਪਾਂ, ਵੀ ਤੁਸੀਂ ਨਹੀਂ ਰੋਕਿਆ? ਨਹੀਂ, ਦੇਖੋ, ਇਹ ਗੱਲ ਸੇਵਾ ਠੰਡਾ ਹੋਣ ਦੀ ਨਹੀਂ ਹੁੰਦੀ। ਗੱਲ ਇਹ ਆ ਵੀ ਦੀਪ ਸਿੱਧੂ ਇੱਕ ਸੰਘਰਸ਼ਮਈ ਜੀਵਨ ਜਿਉਂਦਾ ਸੀ। ਸੰਘਰਸ਼ ਕਦੇ ਨਹੀਂ ਰੁਕਦੇ, ਸੰਘਰਸ਼ਾਂ ਨੂੰ ਅੱਗੇ ਲੈ ਕੇ ਜਾਣਾ ਪੈਂਦਾ। ਅਸੀਂ ਨਹੀਂ ਸੀ ਚਾਹੁੰਦੇ ਵੀ ਦੀਪ ਸਿੱਧੂ ਕਦੇ ਵੀ ਇਸ ਦੁਨੀਆ ਤੋਂ ਜਾਂਦਾ, ਪਰ ਉਹ ਐਸਾ ਹੋ ਗਿਆ। ਸੋ ਸਾਨੂੰ ਜਿਹੜਾ ਉਹਦਾ ਸੰਘਰਸ਼ ਤੋਰਿਆ, ਉਹਨੂੰ ਅੱਗੇ ਲੈ ਕੇ ਜਾਣ ਲਈ ਸਾਡੇ ਕੋਲ ਤਾਂ ਇੱਕ ਜਥੇਬੰਦੀ ਰਾਹ ਸੀ। ਇਹ ਨਹੀਂ ਹੋਇਆ ਵੀ ਉਹਦਾ ਸੇਵਾ ਨਹੀਂ ਠੰਡਾ ਹੋਇਆ। ਜਿਹੜੇ ਬੰਦੇ ਦਾਅਵਾ ਕਰ ਰਹੇ ਨੇ, ਇਹ ਮੀਟਿੰਗਾਂ ਉਹਨਾਂ ਦੇ ਘਰਾਂ 'ਚ ਹੋਈਆਂ ਸੀ ਵੀ ਕਿਹਨੂੰ ਪ੍ਰਧਾਨ ਲੈ ਜਾਣਾ ਚਾਹੀਦਾ, ਪੰਚ ਪ੍ਰਧਾਨੀ ਹੋਣੀ ਚਾਹੀਦੀ ਜਾਂ ਨਹੀਂ। ਚਲੋ ਅੱਜ ਅਸੀਂ ਉਹਨਾਂ ਗੱਲਾਂ 'ਚ ਨਹੀਂ ਪੈਣਾ, ਕਿਉਂਕਿ ਉਹ ਗੱਲਾਂ ਬਹੁਤ ਪਿੱਛੇ ਰਹਿ ਗਈਆਂ। ਅਸੀਂ ਉਹਨਾਂ ਦਾ ਵਿਰੋਧ ਵੀ ਨਹੀਂ ਕਰਨਾ, ਕਿਉਂਕਿ ਵਿਰੋਧ ਜਿਹੜਾ ਉਹ ਕੰਮ ਲੋਕ ਦੇਖਦੇ ਨੇ ਅੱਜ ਕੱਲ੍ਹ ਹੈ। ਅਤੇ ਜੇ ਸਮੇਂ ਨੇ ਜਿਹੜੀਆਂ ਚੀਜ਼ਾਂ ਦੇ ਜਵਾਬ ਸਮੇਂ ਦੇ ਗਰਭ 'ਚ ਪਏ ਨੇ, ਉਹ ਪਹਿਲਾਂ ਬੋਲ ਕੇ ਅਸੀਂ ਸੱਚੇ ਹੋਈਏ ਜਾਂ ਕਿਸੇ ਨੂੰ ਝੂਠਾ ਕਰੀਏ, ਮੇਰੇ ਖਿਆਲ ਨਾਲ ਚੰਗੀ ਗੱਲ ਨਹੀਂ। ਠੀਕ ਹੈ। ਅਤੇ ਬਾਈ ਜੀ, ਗੱਲ ਆਉਂਦੀ ਹੈ ਸਾਹਮਣੇ ਵੀ ਦੀਪ ਸਿੱਧੂ ਦੇ ਤੁਹਾਨੂੰ ਇੱਕ ਪਾਸੇ ਕਿ ਦੱਸਿਆ ਜਾਂਦਾ ਵੀ ਬਹੁਤ ਤੁਸੀਂ ਨੇੜੇ ਸੀਗੇ ਤੁਹਾਡੇ, ਜਾਂ ਇਹ ਨੇੜਤਾ ਬਣੀ ਕਿਵੇਂ? ਪਹਿਲੇ ਤਾਂ ਇਹੀ ਦੱਸੋ ਸਾਨੂੰ। ਦੇਖੋ, ਮੇਰੀ ਨੇੜਤਾ ਦੀਪ ਸਿੱਧੂ ਬਾਈ ਦੇ ਜੇਲ੍ਹ ਜਾਣ ਤੋਂ ਮਗਰੋਂ ਬਣੀ ਹੈ। ਉਹ ਜੇਲ੍ਹ 'ਚ ਸਨ ਅਤੇ ਮੈਂ ਕੋਈ ਇਸ ਸਵਾਰਥ ਵਜੋਂ ਨਹੀਂ ਵੀ ਮੈਂ ਦੀਪ ਸਿੱਧੂ ਨੂੰ ਕੋਈ ਜਾਣਦਾ ਨਹੀਂ ਸੀ ਉਸ ਮੌਕੇ 'ਤੇ। ਮੈਨੂੰ ਇਹ ਲੱਗਾ ਵੀ ਇੱਕ ਜਿਹੜਾ ਸਿੱਖ ਨੌਜਵਾਨ ਹੈ, ਉਹਦੇ ਖਿਲਾਫ ਸਟੇਟ ਦਾ ਇੱਕ ਬਹੁਤ ਵੱਡਾ ਨੈਰੇਟਿਵ ਚੱਲ ਰਿਹਾ, ਉਹਨੂੰ ਤੋੜਨ ਲਈ ਜੋ ਯਤਨ ਸਾਡੇ ਕੋਲ ਹੋਏ ਅਸੀਂ ਕੀਤੇ। ਉਹ ਜਦੋਂ ਬਾਹਰ ਆਏ ਅਤੇ ਉਹਨਾਂ ਨੇ ਮੈਨੂੰ ਫ਼ੋਨ ਕੀਤਾ ਅਤੇ ਉਹਨਾਂ ਨੇ ਧੰਨਵਾਦ ਕੀਤਾ, ਅਤੇ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਨਹੀਂ, ਧੰਨਵਾਦ, ਤੁਹਾਡੇ ਹਮਾਇਤ ਨਹੀਂ ਕੀਤੀ ਅਸੀਂ ਹਮਾਇਤ ਕੀਤੀ ਹੈ ਪੰਥ ਦੀ, ਕਿਉਂਕਿ ਜਿਹੜਾ ਵੀ ਪੰਥ ਦੇ ਰਾਹ 'ਤੇ ਤੁਰੂਗਾ ਉਹਦੀ ਹਮਾਇਤ ਅਸੀਂ ਕਰਾਂਗੇ। ਠੀਕ ਹੈ। ਉਸ ਤੋਂ ਬਾਅਦ 'ਚ ਸਾਡੀ ਗੱਲਬਾਤ ਹੋਣ ਲੱਗੀ, ਮੀਟਿੰਗਸ ਹੋਈਆਂ ਜ਼ੂਮ 'ਤੇ। ਉਹਦੇ 'ਚ ਕਾਫੀ ਹੋਰ ਵੀ ਲੋਕ ਜਿਹੜੇ ਸੀ ਜੁਆਇਨ ਕਰਦੇ ਸੀ ਵੀ ਕੀ ਕਰਨਾ ਚਾਹੀਦਾ, ਕਿ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ ਕੌਮ ਦੀ, ਪੰਥ ਦੀ। ਉਹ ਤੋਂ ਚੱਲਦੇ ਸਾਡੀ ਇੱਕ ਰਿਲੇਸ਼ਨਸ਼ਿਪ ਡਿਵੈਲਪ ਹੋਈ, ਜਿਹੜੀ ਕਾਫੀ ਮਤਲਬ ਦੋਸਤੀ ਦੇ ਰੂਪ ਦੇ ਵਿੱਚ ਸੀ। ਸੋ ਅਸੀਂ ਜਿਹੜੀਆਂ ਪੰਥ ਦੀਆਂ ਗੱਲਾਂ ਕਰਦੇ ਹਾਂ, ਪਰਸਨਲ ਗੱਲਾਂ ਵੀ ਕਰਦੇ ਸੀ। ਸੋ ਇਹ ਜਿਹੜਾ ਰਿਸ਼ਤਾ ਹੈ, ਬੇਸ਼ੱਕ ਮੈਂ ਦੀਪ ਸਿੱਧੂ ਨੂੰ ਕਦੇ ਮਿਲ ਨਹੀਂ ਸਕਿਆ। ਅਨਫੋਰਚੂਨੇਟਲੀ ਜਦੋਂ ਬਾਈ ਨੇ ਪਲਾਨ ਬਣਾਇਆ ਸੀ, ਉਦੋਂ ਉਹਨਾਂ ਦਾ ਪਾਸਪੋਰਟ ਅਵੇਲੇਬਲ ਨਹੀਂ ਸੀ ਹੈਗਾ ਕੇਸ ਦਾ ਕਰਕੇ। ਸੋ ਜਦੋਂ ਪਾਸਪੋਰਟ ਆਇਆ, ਉਦੋਂ ਬਾਈ ਸੰਸਾਰ ਨੂੰ ਛੱਡ ਗਏ ਸੀ। ਸੋ ਇਹ ਜਿਹੜਾ ਮੈਨੂੰ ਜਿਹੜਾ ਕਈ ਬੰਦੇ ਸਵਾਲ ਕਰਦੇ ਆ ਵੀ ਜ਼ਿੰਦਗੀ 'ਚ ਕਦੇ ਮਿਲਿਆ ਨਹੀਂ, ਪਰ ਮੈਨੂੰ ਜਿਹੜਾ ਮਹਿਸੂਸ ਹੋਇਆ ਉਸ ਸਮੇਂ, ਇਹ ਕਿਉਂਕਿ ਸਰੀਰਾਂ ਦਾ ਮੇਲ ਜਿਹੜਾ ਨਾ, ਇਹ ਪੰਥਕ ਸੰਘਰਸ਼ਾਂ ਦੇ ਵਿੱਚ ਬਹੁਤਾ ਅਹਿਮ ਨਹੀਂ ਰੱਖਦਾ। ਅੱਜ ਮੈਂ ਦੀਪ ਸਿੱਧੂ ਦੇ ਰਾਹ 'ਤੇ ਤੁਰ ਰਿਹਾ। ਸੋ ਮੈਂ ਇਹਨਾਂ ਨੂੰ ਵੀ ਪਹਿਲੀ ਵਾਰ ਮਿਲਿਆ, ਗੁਰਮੀਤ ਸਿੰਘ ਹੋਣਾ ਨੂੰ। ਸਾਡੀ ਸਾਂਝ ਅੱਜ ਤੱਕ ਇੱਦਾਂ ਹੀ ਰਹੀ ਹੈ। ਸੋ ਜਿਹੜਾ ਸਰੀਰਾਂ ਦਾ ਮੇਲ ਹੈ, ਇਹ ਬਹੁਤਾ ਇੰਪੋਰਟੈਂਟ ਨਹੀਂ ਹੈਗਾ। ਸਰੀਰਾਂ ਦਾ ਇੱਥੇ ਆਉਣਾ, ਸੰਸਾਰ 'ਤੇ ਤੁਰ ਜਾਣਾ, ਗੱਲ ਹੈ ਵਿਚਾਰਧਾਰਾ ਦੀ, ਸੋਚ ਦੀ, ਸਿਧਾਂਤ ਦੀ। ਉਹਨੂੰ ਜਿੰਦਾ ਰੱਖਣਾ ਸਭ ਤੋਂ ਇੰਪੋਰਟੈਂਟ ਹੈ ਮੇਰੇ ਖਿਆਲ ਨਾਲ।
ਤੁਸੀਂ ਦੱਸਿਆ ਵੀ ਕਿਵੇਂ ਤੁਹਾਡੀ ਨੇੜਤਾ ਬਣੀ, ਪਰ ਇੱਕ ਗੱਲ ਤਾਂ ਸਾਹਮਣੇ ਇਹ ਵੀ ਆਉਂਦੀ ਹੈ ਨਾ ਬਾਈ ਜੀ, ਜਦੋਂ ਤੁਹਾਡੇ ਬਹੁਤ ਸਕਰੀਨਸ਼ਾਟ ਜਿਹੜੇ ਹੈਗੇ ਵਾਇਰਲ ਕੀਤੇ ਜਾਂਦੇ ਆ ਤੇ ਕਿਹਾ ਜਾਂਦਾ ਵੀ ਜਿਹੜਾ ਬੰਦਾ ਔਰ ਸਰਦਾਰ ਅੰਮ੍ਰਿਤਪਾਲ ਸਿੰਘ ਆਪਣੇ ਆਪ ਨੂੰ ਦੱਸਦਾ ਤਾਂ ਬਹੁਤ ਨੇੜੇ ਆ ਦੀਪ ਸਿੱਧੂ ਦੇ, ਵੀ ਆਹ ਦੇਖ ਲਓ ਜੀ ਦੀਪ ਸਿੱਧੂ ਨੇ ਇਹਨੂੰ ਬਲੌਕ ਮਾਰਿਆ ਹੋਇਆ 29 ਜਨਵਰੀ ਤੋਂ ਲੈ ਕੇ 13 ਤਰੀਕ ਤੱਕ ਸ਼ਾਇਦ ਕਿਸੇ ਤਰ੍ਹਾਂ ਦਾ ਕੋਈ ਡੇਟ ਆਈ ਸੀਗੀ ਵੀ ਉਦੋਂ ਤੱਕ ਤਾਂ ਤੁਸੀਂ ਬਲੌਕ ਰਹਿੰਦੇ ਸੀਗੇ, ਵੀ ਤੁਹਾਡੀ ਕਿਸੇ ਤਰ੍ਹਾਂ ਦੀ ਲੜਾਈ ਹੋਈ? ਇਹ ਰੱਬ ਨੂੰ ਸੱਚ ਜਾਣ ਕੇ ਦੱਸੋ, ਦੀਪ ਤਾਂ ਮੌਜੂਦ ਨਹੀਂ ਹੈ। ਦੇਖੋ ਮੇਰਾ ਫੋਨ ਅੱਜ ਵੀ ਇੱਥੇ ਪਿਆ ਹੈ। ਹੂੰ ਦੀਪ ਦੇ ਕੋਲ ਜਿੰਨੇ ਨੰਬਰ ਸੀ, ਜੀ ਮੈਂ ਕਹਿੰਦਾ ਵੀ ਜਿਹੜਾ ਬੰਦਾ ਇਹ ਦਾਅਵਾ ਕਰਦਾ ਉਹ ਮੇਰੇ ਕੋਲ ਆ ਜੇ, ਹੂੰ ਮੈਂ ਆਪਣਾ ਫੋਨ ਰੱਖ ਲੈਣਾ, ਉਹ ਆਪਣਾ ਰੱਖ ਦੇਣਾ। ਹੂੰ ਦੀਪ ਬਾਈ ਦੀ 13 ਨੂੰ 14 ਨੂੰ 12 ਨੂੰ 11 ਨੂੰ 8 ਨੂੰ 10 ਨੂੰ ਮੇਰੀ ਕਿਵੇਂ ਗੱਲਬਾਤ ਹੋਈ ਹੈ, ਦੀਪ ਬਾਈ ਦੀਆਂ ਕਿੰਨੀਆਂ ਮੈਨੂੰ, ਕਿਉਂਕਿ ਅਕਸਰ ਦੀਪ ਬਾਈ ਮਿਸ ਕਾਲ ਮਾਰਦੇ ਸੀ, ਫਿਰ ਮੈਂ ਬੈਕ ਕਾਲ ਕਰ ਦਿੰਦਾ। ਕਿੰਨੀ ਵਾਰ ਗੱਲ ਹੋਈ ਹੈ, ਕਿੰਨੇ ਮੈਸੇਜ ਐਕਸਚੇਂਜ ਹੋਏ, ਮੇਰੇ ਕੋਲ ਪਏ ਅਜੇ ਤੱਕ। ਮਿਸ ਕਾਲ ਮਾਰਨ ਦਾ ਕਾਰਨ ਕੀ ਰਹਿੰਦਾ ਸੀ, ਵੀ ਕਿਉਂ, ਜਾਂ ਦੁਬਈ ਦੇ ਵਿੱਚ ਨਹੀਂ ਸੁਣੇ ਜਾਂਦੇ ਫੋਨ? ਨਹੀਂ, ਉਹਦਾ ਕਾਰਨ ਇਹ ਸੀ ਵੀ ਬਾਈ ਦੀ ਇੱਕ ਆਦਤ ਸੀ ਵੀ ਉਹਨਾਂ ਨੇ ਦੱਸ ਦੇਣਾ ਵੀ ਤੁਸੀਂ ਮੈਨੂੰ ਕਾਲ ਕਰ ਦਿਓ ਜਦੋਂ ਤੁਹਾਡਾ ਟਾਈਮ ਲੱਗੇ। ਤੇ ਵੈਸੇ ਤਾਂ ਇਮੀਡੀਏਟਲੀ ਕਾਲ ਬੈਕ ਹੋ ਜਾਂਦੀ ਸੀ, ਬਟ ਫਿਰ ਵੀ ਉਹ ਮਿਸ ਕਾਲ ਮਾਰ ਕੇ ਛੱਡ ਦਿੰਦੇ ਸੀ, ਜਾਂ ਹੈਲੋ ਲਿਖ ਕੇ ਬ੍ਰਦਰ ਤੇ ਉਹਨਾਂ ਛੱਡ ਦੇਣਾ। ਤੇ ਇਹ ਬਲੌਕ ਕਿਉਂ ਕੀਤਾ ਜਾਂਦਾ ਤੁਹਾਨੂੰ, ਕਾਰਨ ਕੀ ਸੀ ਫਿਰ ਉਹਦਾ, ਉਹ ਕਲੀਅਰ ਕਰੋ। ਉਹ ਕਲੀਅਰ ਕਾਰਨ ਇਹ ਸੀ ਵੀ ਬਾਈ ਜਦੋਂ ਜਾਂਦੇ ਸੀ ਪੇਸ਼ੀਆਂ ਵਗੈਰਾ ਤੇ ਹਨਾ, ਉਹ ਅਕਸਰ ਹੀ ਜਿਹੜੇ ਬੰਦਿਆਂ ਦੇ ਨਾਲ ਉਹ ਗੱਲਬਾਤ ਕਰਦੇ ਸੀ, ਉਹ ਫੋਨ ਦੂਜੇ ਨੂੰ, ਇੱਕ ਫੋਨ ਪਰਸਨਲ ਕਰ ਲੈਂਦੇ ਸੀ, ਦੂਜਾ ਫੋਨ ਆਪਣੇ ਕੋਲ ਰੱਖਦੇ ਸੀ। ਅੱਜ ਵੀ ਜਿਹੜਾ ਫੋਨ ਵਰਤਿਆ ਜਾ ਰਿਹਾ ਹੈ ਦੀਪ ਸਿੱਧੂ ਦੇ ਪਰਿਵਾਰ ਦੇ ਕੋਲ ਹੀ ਹੈ ਉਹ ਫੋਨ, ਉਸ ਫੋਨ ਤੇ ਸਾਰੀ ਰਿਕਾਰਡਡ ਹੈਗੀ ਹੈ ਵੀ ਕਿੰਨੀ ਤਰੀਕ ਨੂੰ ਗੱਲਬਾਤ ਹੋਈ ਹੈ। ਉਹ ਦੀਪ ਸਿੱਧੂ ਬਾਈ ਦਾ ਫੋਨ ਹੈ। ਜੇ ਇੱਕ ਨੰਬਰ ਤੋਂ ਬਲੌਕ ਕਰਕੇ ਦੂਜੇ ਤੇ ਗੱਲ ਸ਼ੁਰੂ ਕਰ ਦੇਣੀ ਹੈ, ਕ੍ਰਾਈਮ ਕਿਵੇਂ? ਸੋ ਇਹ ਗੱਲ ਜਿਹੜਾ ਦੇਖੋ ਭੰਬਲ ਭੂਸਾ ਖੜਾ ਕੀਤਾ ਗਿਆ, ਉਹ ਇਸ ਬਣਾ ਤੇ ਖੜਾ ਕੀਤਾ ਗਿਆ ਵੀ ਮੇਰੀ ਗੱਲ ਨਹੀਂ ਹੋਈ, ਪਰ ਬਕਾਇਦਾ ਗਰੁੱਪਾਂ ਦੇ ਵਿੱਚ ਜਿਹੜਾ ਸਾਡਾ ਸਾਂਝਾ ਨੰਬਰ ਹੈ, ਜੇ ਇੱਕ ਬੰਦਾ ਦੂਜੇ ਨੂੰ ਬਲੌਕ ਕਰ ਦਿੰਦਾ ਹੈ, ਗਰੁੱਪ 'ਚ ਇੱਕ ਦੂਜੇ ਨੂੰ ਦਿਖਦੇ ਨਹੀਂ। ਅੱਜ ਸਾਡੇ ਕੋਲ ਸਾਰੀ ਚੈਟ ਹਿਸਟਰੀ ਪਈ ਹੈ, ਗਰੁੱਪ 'ਚ ਬਾਈ ਨੇ ਕਦੋਂ ਮੈਸੇਜ ਕੀਤਾ, ਮੈਂ ਕਦੋਂ ਕੀਤਾ। ਇਹ ਫਰਵਰੀ ਦੇ ਮਹੀਨੇ ਦੀਆਂ ਗੱਲਾਂ ਨੇ, ਮਾਨ ਸਾਹਿਬ ਦੀ ਕੰਪੇਨ ਦੀਆਂ ਗੱਲਾਂ ਨੇ। ਉਹ ਮਤਲਬ ਕਿ ਆਪਣੇ ਕੇਸਾਂ ਕਰਕੇ ਤੁਹਾਨੂੰ ਕੋਈ ਦਿੱਕਤ ਨਾ ਆ ਜੇ ਇਸ ਕਰਕੇ ਬਲੌਕ ਕਰਦੇ ਸੀ, ਜਾਂ ਕਿਸੇ ਨੂੰ ਆਪਣੇ ਉਹਨਾਂ ਨੂੰ ਦਿੱਕਤ ਨਾ ਆ ਜੇ ਤੁਹਾਡੇ ਨਾਲ ਗੱਲ ਕਰੇ ਤੋਂ ਬਾਅਦ ਤੁਸੀਂ ਇੰਟਰਨੈਸ਼ਨਲ ਬੈਠੇ ਹੋ? ਉਹ ਜਦੋਂ ਮਾਨ ਸਾਹਿਬ ਦੀ ਕੰਪੇਨ ਸੀ, ਉਹਨਾਂ ਮੈਨੂੰ ਅਨਬਲੌਕ ਕਰਕੇ, ਕਿਉਂਕਿ ਉਹਨਾਂ ਦਾ ਦੂਜਾ ਫੋਨ ਬੰਦ ਹੋ ਗਿਆ ਸੀ ਜੇ ਤੁਸੀਂ ਰੈਗੂਲਰਲੀ ਗੱਲ ਕਰਦੇ ਸੀ, ਉਹਨਾਂ ਨੇ ਦੂਜੇ ਫੋਨ ਤੋਂ ਅਨਬਲੌਕ ਕਰਕੇ ਮੈਨੂੰ ਫਿਰ ਉਹ ਤੋਂ ਵੀ ਕਾਲ ਕੀਤੀ ਸੀ। ਹੁਣ ਤੁਸੀਂ ਇਹ ਦੱਸੋ ਇਸ ਗੱਲ ਦੀ ਕੀ ਤੁਕ ਬਣਦੀ ਹੈ ਵੀ 31 ਨੂੰ ਬਲੌਕ ਕਰ ਦੇਣਾ, 13 ਨੂੰ ਅਨਬਲੌਕ ਕਰ ਦੇਣਾ? ਇਹ ਗੱਲਾਂ ਸਿਰਫ ਦੇਖੋ, ਤੁਸੀਂ ਕੰਟਰੋਵਰਸੀ ਖੜੀ ਕਰਨੀ ਕਿਸ ਤੇ ਵੀ ਕਰ ਲਓ। ਮੇਰੇ ਕੋਲ ਬਹੁਤ ਕੁਝ ਪਿਆ ਜਿੱਦਾਂ ਮੈਂ ਕੰਟਰੋਵਰਸੀ ਖੜੀ ਕਰ ਸਕਦਾ, ਪਰ ਮੇਰੀ ਆਦਤ ਨਹੀਂ ਹੈਗੀ ਨਾ ਮੈਂ ਇਹਨਾਂ ਗੱਲਾਂ ਦੇ ਬਹੁਤੇ ਜਵਾਬ ਦੇਣ ਤਾਂ ਹੁਣ ਮੈਨੂੰ ਲੱਗਦਾ ਵੀ ਸਮਾਂ ਰਹਿ ਗਿਆ। ਬਈ ਇੱਕ ਗੱਲ ਹੈ ਬਈ, ਜਦੋਂ ਦੀਪ ਬਾਈ ਦੀ ਮੌਤ ਹੋ ਜਾਂਦੀ, ਸਾਡੇ ਚੋਂ ਚਲੇ ਜਾਂਦੇ ਆ, ਤਾਂ ਸਾਨੂੰ ਵੀ ਉਦੋਂ ਹੀ ਪਤਾ ਲੱਗਦਾ ਵੀ ਯਾਰ ਉਹ ਇੰਨੇ ਬੰਦਿਆਂ ਨੂੰ ਜਿਹੜੇ ਵਿਰੋਧੀ ਹੈ ਬੰਦੇ, ਖਾਸ ਤੌਰ ਤੇ ਮੰਨੇ ਜਾਂਦੇ ਆ ਵੀ ਇਹਨਾਂ ਦੀ ਵਿਚਾਰਧਾਰਾ ਦੀਪ ਦੀ ਵਿਚਾਰਧਾਰਾ ਦੇ ਨਾਲ ਨਹੀਂ ਮਿਲਦੀ, ਉਹ ਵੀ ਲੋਕ ਦੱਸਦੇ ਆ ਵੀ ਮੈਨੂੰ ਫੋਨ ਕੀਤਾ ਵੀ ਉਹਨੇ ਵੀ ਅਸੀਂ ਤੇਰੇ ਲਈ ਆ ਰਹੇ ਹਾਂ, ਮੈਂ ਬਾਈ ਤੇਰੇ ਲਈ ਜ਼ਰੂਰ ਖੜੂੰਗਾ। ਹੁਣ ਮੈਨੂੰ ਨਹੀਂ ਪਤਾ ਉਹ ਸੱਚ ਜਾਂ ਇਸ ਤੋਂ ਇਹ ਲੱਗਦਾ ਵੀ ਉਹ ਹਰੇਕ ਬੰਦੇ ਨੂੰ ਇੱਕ ਕਰਨਾ ਚਾਹੁੰਦਾ ਸੀ ਦੀਪ ਸਿੱਧੂ। ਇਹ ਤੁਸੀਂ ਮੰਨਦੇ ਹੋ ਵੀ ਚਾਹੇ ਉਹ ਵਿਰੋਧੀ ਵਿਚਾਰਧਾਰਾ ਦਾ ਹੌਲੀ ਹੌਲੀ ਆਪਣੇ ਨੇੜੇ ਲੈ ਕੇ ਆਉਣਾ ਚਾਹੁੰਦੇ ਸੀ ਜੀ ਉਹ ਇਸ ਤਰ੍ਹਾਂ? ਨਹੀਂ, ਇੱਕ ਸੁਭਾਅ ਦੀ ਗੱਲ ਜ਼ਰੂਰ ਸੀ, ਕਿਸੇ ਨੂੰ ਨੇੜੇ ਲਿਆਉਣ ਦਾ ਕਦੇ ਪਲਾਨ ਨਹੀਂ ਸੀ ਉਹਨਾਂ ਦਾ। ਅੱਛਾ। ਹਾਂ, ਕਿਸੇ ਨੇ ਫੋਨ ਕਰਨਾ ਤੇ ਉਹਨਾਂ ਨੇ 7 ਬਚਨ ਕਹਿ ਕੇ ਇਹ ਕਹਿ ਦੇਣਾ ਵੀ ਕੋਸ਼ਿਸ਼ ਕਰਾਂਗੇ, ਇਸ ਨੂੰ ਨਾ ਠੋਕ ਕੇ ਜਵਾਬ ਦੇਣਾ, ਟੋਕ ਕੇ, ਤੇ ਉਹ ਗੱਲ ਇੱਕ ਹੋਰ ਸੀ। ਪਰ ਮੇਰੇ ਖਿਆਲ ਨਾਲ ਜਿਹੜੇ ਵਿਰੋਧੀ ਵਿਚਾਰਧਾਰਾ ਵਾਲੇ ਲੋਕ ਸੀ, ਉਹਨਾਂ ਨਾਲ ਮੀਟਿੰਗਾਂ ਵੀ ਹੋਈਆਂ ਆਪਣੀਆਂ, ਉਹ ਸਿਰੇ ਤਾਂ ਹੀ ਨਹੀਂ ਚੜੀਆਂ ਜੇ ਸਿਧਾਂਤ ਤੇ ਸਮਝੌਤਾ ਕਰਨ ਵਾਲੇ ਹੁੰਦਾ ਬਾਈ ਦੀਪ ਸਿੱਧੂ, ਤੇ ਉਹ ਮੀਟਿੰਗਾਂ ਕਦੋਂ ਦੀ ਸਿਰੇ ਚੜ ਜਾਂਦੀਆਂ। ਉਹਨਾਂ ਮੀਟਿੰਗਾਂ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਈਆਂ ਜਿਸ 'ਚ ਦੀਪ ਸਿੱਧੂ ਤੇ ਇਲਜ਼ਾਮ ਲੱਗੇ ਵੀ ਏਕਤਾ ਨਹੀਂ ਕਰਨੀ ਚਾਹੁੰਦਾ। ਸੋ ਬਾਈ ਨੇ ਉਦੋਂ ਵੀ ਲਿਖ ਕੇ ਜਵਾਬ ਦਿੱਤਾ ਵੀ ਏਕਤਾ ਸਿਧਾਂਤ ਤੇ ਹੋ ਸਕਦੀ, ਸਿਧਾਂਤ ਤੋਂ ਬਿਨਾਂ ਕਾਹਦੀ ਏਕਤਾ ਕਰੀਏ। ਤੇ ਹੁਣ ਫਿਰ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਉਸ ਦੀ ਵਿਚਾਰਧਾਰਾ ਨੂੰ ਅੱਗੇ ਤੋਰਨਾ ਚਾਹੁੰਦੇ ਆ, ਤੇ ਇੱਕ ਤੁਹਾਡਾ ਉਹ ਵੀ ਤਾਂ ਹੈਗਾ ਵੀ ਜਿਹੜਾ ਦੀਪ ਸਿੱਧੂ ਦੇ, ਮੈਂ ਚਲੋ ਸਿੱਧੇ ਤੌਰ ਤੇ ਕਹਾਂ, ਦੀਪ ਸਿੱਧੂ ਦਾ ਪਰਿਵਾਰ ਹੈ, ਉਹਨਾਂ ਦੀ ਤੁਹਾਡੀ ਜਥੇਬੰਦੀ ਦੇ ਨਾਲ ਜਾਂ ਤੁਹਾਡੇ ਨਾਲ ਕਿਉਂ ਨਹੀਂ ਬਣ ਰਹੀ, ਤੁਸੀਂ ਇਕੱਤਰ ਕਿਉਂ ਨਹੀਂ ਹੋ ਪਾ ਰਹੇ? ਹਾਲਾਂਕਿ ਗੁਰੂ ਸਾਹਿਬ ਤਾਂ ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬੁਲਾਏ, ਇਹ ਚੀਜ਼ ਦੇ ਉੱਤੇ ਤੁਸੀਂ ਕਿਉਂ ਨਹੀਂ ਪਹਿਰਾ ਦੇ ਰਹੇ ਬਈ? ਇਹ ਕਿਉਂ ਨਹੀਂ ਹੋ ਰਿਹਾ ਇਹ ਸਾਰਾ? ਦੇਖੋ, ਪਰਿਵਾਰ ਦਾ ਸਤਿਕਾਰ ਪਰਿਵਾਰ ਜਾਣ ਕੇ ਹੈ ਜੀ, ਅਸੀਂ ਨਾ ਤੇ ਪਰਿਵਾਰ ਦੇ ਖਿਲਾਫ ਕੁਝ ਬੋਲਿਆ ਨਾ ਬੋਲਣਾ, ਇਹ ਅੱਜ ਤੱਕ ਤੁਸੀਂ ਕਿਤੇ ਵੀ ਰਿਕਾਰਡ ਕੱਢ ਲਓ। ਪਰ ਮੈਂ ਇੱਕ ਗੱਲ ਕਹਿਣਾ ਹੈ ਵੀ ਜਥੇਬੰਦੀ ਜਾਂ ਦੀਪ ਸਿੱਧੂ ਦਾ ਸੰਘਰਸ਼ੀ ਜੀਵਨ ਕਿਸੇ ਦੀ ਜਾਇਦਾਦ ਨਹੀਂ। ਦੀਪ ਸਿੱਧੂ ਦੀ ਜਿਹੜੀ ਜਾਇਦਾਦ ਸੀ ਉਹਦਾ ਬਟਵਾਰਾ ਪਰਿਵਾਰ ਨੇ ਕੀਤਾ, ਉਹਨਾਂ ਦਾ ਰਾਈਟ ਹੈ। ਦੀਪ ਸਿੱਧੂ ਦਾ ਜਿਹੜਾ ਸਾਜੋ ਸਮਾਨ ਹੈ ਉਹ ਪਰਿਵਾਰ ਦਾ ਉੱਤੇ ਹੱਕ ਹੈ, ਪਰ ਜਿਹੜਾ ਉਹਦਾ ਸੰਘਰਸ਼ ਹੈ ਉਹਦੇ ਤੇ ਹੱਕ ਕੌਮ ਦਾ ਹੈ। ਇੱਥੇ ਮੈਂ ਕੱਲ੍ਹ ਨੂੰ ਮੈਨੂੰ ਕੁਝ ਹੋ ਜਾਵੇ ਤੇ ਮੇਰਾ ਪਰਿਵਾਰ ਉੱਠ ਕੇ ਦਾਅਵਾ ਨਹੀਂ ਕਰ ਸਕਦਾ ਵੀ ਇਹ ਜੇ ਕੁਛ ਇਹਨੇ ਬਣਾਇਆ ਤੇ ਉਹ ਸਾਡੇ ਕੋਲ ਆਉਣਾ ਚਾਹੀਦਾ। ਪਰਿਵਾਰ ਕੌਮ ਦਾ ਹਿੱਸਾ ਨਹੀਂ ਹੈ? ਨਹੀਂ, ਪਰਿਵਾਰ ਤੋਂ ਪਹਿਲਾਂ ਕੌਮ ਸਾਡਾ ਪਰਿਵਾਰ ਹੈ ਨਾ ਜੀ। ਹੁਣ ਪਰਿਵਾਰ ਜੇ ਇਕੱਲੇ ਪਰਿਵਾਰ ਦੀ ਗੱਲ ਹੈ ਤਾਂ ਦੀਪ ਸਿੱਧੂ ਦਾ ਪਰਿਵਾਰ ਜਿਹੜਾ ਵਾ ਉਹ ਇੱਕ ਮੌਕੇ ਤੈਨੂੰ ਰੋਕਦਾ ਵੀ ਰਿਹਾ ਵੀ ਤੂੰ ਇਹ ਰਾਤ ਚੱਲ ਕੇ ਆਪਾਂ ਨੂੰ ਕੀ ਮਿਲਣਾ।
ਪਰ ਉਹਨੇ ਇਹ ਫੈਸਲਾ ਕੀਤਾ, ਸਾਰਿਆਂ ਦੇ ਪਰਿਵਾਰ ਰੁਕਦੇ ਆ। ਇਹ ਦਾਵਾ ਕਿਸ ਪੱਧਰ ਤੇ ਤੁਸੀਂ ਕਰ ਰਹੇ ਹੋ? ਤੁਹਾਡੇ ਨਾਲ ਕੋਈ ਗੱਲਬਾਤ ਹੋਈ ਦੀਪ ਸਿੱਧੂ ਦੀ? ਹੁੰਦੀ ਰਹੀ ਹੈ ਗੱਲਬਾਤ ਇਹਨਾਂ ਗੱਲਾਂ ਦੀ ਵੀ ਦੇਖੋ ਕਈ ਐਸੇ ਮੌਕੇ ਆਉਂਦੇ ਆ, ਪਰਿਵਾਰਾਂ ਦੀ ਇੱਕ ਆਪਣੀ ਹੁੰਦੀ ਆ ਪ੍ਰੋਬਲਮ, ਰਿਸਪੌਂਸਿਬਿਲਿਟੀ ਹੁੰਦੀ ਆ। ਉਹਨਾਂ ਨੂੰ ਲੱਗਦਾ ਵੀ ਸਾਡੇ ਜਿਹੜੇ ਬੱਚੇ ਨੇ ਉਹ ਕਿਸੇ ਖਤਰੇ 'ਚ ਨਾ ਆ ਜਾਣ, ਹੈ ਡਰ ਹੈ ਉਹਨਾਂ ਦੇ ਅੰਦਰ ਇੱਕ। ਉਹ ਕੋਈ ਗਲਤ ਗੱਲ ਨਹੀਂ ਹੈਗੀ ਕਿਸੇ ਨੂੰ ਰੋਕਣਾ, ਪਰ ਉਹਦੇ ਬਾਵਜੂਦ ਜਦੋਂ ਕੋਈ ਨੌਜਵਾਨ ਫੈਸਲਾ ਕਰਦਾ ਵੀ ਨਹੀਂ ਇਸ ਰਾਹ ਤੇ ਤੁਰਨਾ ਹੈ, ਅਸੀਂ ਕੌਮ ਦੇ ਲਈ ਸੰਘਰਸ਼ ਕਰਨਾ ਹੈ, ਤੇ ਉਦੋਂ ਉਹਦਾ ਕਿਤੇ ਨਾ ਕਿਤੇ ਕੌਮ ਜ਼ਿਆਦਾ ਵੱਡਾ ਪਰਿਵਾਰ ਬਣ ਜਾਂਦਾ ਹੈ ਆਪਣੇ ਪਰਿਵਾਰ ਨਾਲੋਂ। ਤੇ ਲਗਾਤਾਰ ਬਈ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਬਈ ਇਹ ਜਥੇਬੰਦੀ ਦੀਪ ਸਿੱਧੂ ਨਹੀਂ ਚਲਾ ਸਕਿਆ, ਤਾਂ ਇਹ ਲੋਕ ਕੌਣ ਹੁੰਦੇ ਨੇ? ਉਹ ਇਹ ਵੀ ਕਹਿੰਦੇ ਨੇ ਵੀ ਜਿਹੜੇ ਇਹਦੇ ਮੈਂਬਰ ਸੀਗੇ ਜਾਂ ਬਹੁਤ ਨੇੜੇ ਆਪਣੇ ਦੀਪ ਸਿੱਧੂ ਨੇ ਇਸ ਜਥੇਬੰਦੀ ਦੇ ਵਿੱਚ ਪਾਏ ਸੀਗੇ ਜਿਹੜੇ ਲੋਕ, ਉਹ ਤਾਂ ਨਾਲ ਤੁਰ ਨਹੀਂ ਸਕੇ। ਵੀ ਹੁਣ ਤੁਸੀਂ ਕਿਵੇਂ ਤੋਰ ਲਓਗੇ ਇਹਨੂੰ? ਤੇ ਹੁਣ ਉਹ ਲੋਕ ਜਿਹੜੇ ਸੀਗੇ ਉਹ ਇੱਕ ਅਲੱਗ ਧੜਾ ਬਣਾਈ ਬੈਠੇ ਨੇ ਤੇ ਤੁਸੀਂ ਅਲੱਗ ਚੱਲ ਰਹੇ ਹੋ, ਤੇ ਕਿਵੇਂ ਮੈਨੇਜ ਕਰੋਗੇ? ਨਹੀਂ ਦੇਖੋ, ਇਹ ਕਿੱਥੇ ਲਿਖਿਆ ਵੀ ਦੋ ਤਰ੍ਹਾਂ ਕੰਮ ਨਹੀਂ ਕਰ ਸਕਦੀਆਂ ਵੱਖਰਾ ਵੱਖਰਾ? ਪੰਜਾਬ ਦੇ ਵਿੱਚ ਇੱਕ ਮੁਸ਼ਕਲ ਥੋੜੀ ਹੈ, ਅਸੀਂ ਤੇ ਕਿਸੇ ਦੇ ਸਪੇਸ 'ਚ ਆਉਣਾ ਨਹੀਂ ਚਾਹੁੰਦੇ। ਦੋਵੇਂ ਧਿਰਾਂ ਇੱਕ ਉਸ ਵਿਅਕਤੀ ਨੂੰ ਜਿਹੜਾ ਅੱਜ ਦੁਨੀਆ ਦੇ ਵਿੱਚ ਨਹੀਂ ਹੈ ਉਹਦੀ ਵਿਚਾਰਧਾਰਾ ਦਾ ਦਾਅਵਾ ਕਰਦੀਆਂ ਨੇ ਵੀ ਅਸੀਂ ਵਿਚਾਰਧਾਰਾ 'ਤੇ ਚੱਲਦੇ ਹਾਂ। ਸੰਗਤ ਤੈਅ ਕਰੂਗੀ ਵੀ ਕੌਣ ਕਿਹਦੀ ਵਿਚਾਰਧਾਰਾ 'ਤੇ ਚੱਲ ਰਿਹਾ। ਉਹ ਅੱਜ ਮੈਂ ਕਹਾਂ ਵੀ ਮੈਂ ਚੱਲ ਰਿਹਾ, ਮੈਂ ਤਾਂ ਇਹੋ ਗੱਲ ਕਹੂੰਗਾ, ਦੂਜੇ ਬੰਦੇ ਵੀ ਕਹਿਣਗੇ ਵੀ ਅਸੀਂ ਚੱਲ ਰਹੇ ਹਾਂ। ਇਹਦਾ ਫੈਸਲਾ ਸੰਗਤ ਹੀ ਕਰੇਗੀ, ਇਹਦਾ ਫੈਸਲਾ ਅਸੀਂ ਤਾਂ ਨਹੀਂ ਕਰਾਂਗੇ। ਜੇ ਚੱਲ ਰਹੇ, ਜੇ ਸੰਗਤ ਕਹਿੰਦੀ ਹੈ ਵੀ ਦੋਵੇਂ ਭਾਈ ਧਿਰਾਂ ਬਿਲਕੁਲ ਦੀਪ ਸਿੱਧੂ ਦੇ ਵਿਚਾਰਾਂ ਦੇ ਮੁਤਾਬਕ ਅਨੁਕੂਲ ਕੰਮ ਕਰ ਰਹੇ ਆ, ਤੇ ਇੱਕ ਹੋਵੋ ਬਾਈ, ਇੱਕ ਹੋਣ ਦੇ ਵਿੱਚ ਕਿਉਂ ਤੁਸੀਂ ਇੱਕ ਦੂਜੇ ਦੇ ਉੱਤੇ ਬਲੇਮ ਕਰ ਰਹੇ ਹੋ? ਕਿਉਂਕਿ ਚਲੋ ਹਾਲੇ ਤੀਕਰ ਕੋਈ ਅਜਿਹਾ ਨਹੀਂ ਆਇਆ, ਪਰ ਡਰ ਵੀ ਹੈ ਬਈ ਕਿਤੇ ਅਸੀਂ ਇਹ ਨਾ ਕੰਮਾਂ 'ਚ ਨਾ ਉਲਝ ਕੇ ਰਹਿ ਜੀ। ਅੱਜ ਤੁਹਾਡੀ ਇੰਟਰਵਿਊ ਕਰੀਏ, ਕੱਲ੍ਹ ਨੂੰ ਮੈਂ ਉਹਨਾਂ ਤੋਂ ਸਪਸ਼ਟੀਕਰਨ ਲੈਣ ਜਾਵਾਂ ਜੀ। ਨਹੀਂ ਦੇਖੋ, ਇਹ ਕਿਤੇ ਲਿਖਿਆ ਨਹੀਂ ਵੀ ਇੱਕ ਨਹੀਂ ਹੋਇਆ ਜਾ ਸਕਦਾ। ਸਿਧਾਂਤ ਤੇ ਏਕਤਾ ਕਦੇ ਵੀ ਹੋ ਸਕਦੀ ਹੈ, ਵੈਰੀ ਦੁਸ਼ਮਣ ਨਾਲ ਵੀ ਹੋ ਸਕਦੀ ਹੈ। ਇਹ ਸਾਡਾ ਕਿਸੇ ਨਾਲ ਵੈਰ ਨਹੀਂ, ਪੰਥਕ ਬੰਦਿਆਂ ਨਾਲ। ਹਾਂ, ਸਿਧਾਂਤ ਤੇ ਸਮਝੌਤਾ। ਦੀਪ ਸਿੱਧੂ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦਾ ਸੀ, ਪੰਜਾਬ ਦੇ ਵੱਖਰੇ ਰਾਜ ਦੀ ਗੱਲ ਕਰਦਾ ਸੀ, ਸਿੱਖ ਸੋਵਰਨਟੀ ਦੀ ਗੱਲ ਕਰਦਾ ਸੀ। ਉਹਨਾਂ ਗੱਲਾਂ ਤੇ ਆਪਣੀ ਰਾਏ ਸਪਸ਼ਟ ਕਰਕੇ ਤੇ ਜਿਹੜਾ ਵੀ ਬੰਦਾ ਬੈਠ ਕੇ ਗੱਲਬਾਤ ਕਰਾਂਗੇ। ਗੱਲਬਾਤ ਤੋਂ ਅਸੀਂ ਕਦੇ ਨਹੀਂ ਭੱਜਦੇ, ਜਿਹੜਾ ਬੰਦੇ ਮਰਜ਼ੀ ਆ ਜਾਏ। ਨਾ ਅਸੀਂ ਕਦੇ ਇਲਜ਼ਾਮਬਾਜ਼ੀ ਦੀ ਆਪਣੇ ਵੱਲੋਂ ਕੀਤੀ ਹੈ ਕਿਸੇ ਦੇ ਉੱਤੇ, ਹੈ। ਸੋ ਇਸ ਕਰਕੇ ਜਿਹੜੀ ਏਕਤਾ ਕਰਨ ਦੀ ਜਿੱਥੇ ਤੱਕ ਗੱਲ ਹੈ, ਏਕਤਾ ਕਿਤੇ ਭਵਿੱਖ ਦੇ ਵਿੱਚ ਹੋ ਸਕਦਾ ਹੋਵੇ ਵੀ, ਹੋ ਸਕਦਾ ਕਿ ਹੋਰ ਜਥੇਬੰਦੀਆਂ ਨਾਲ ਵੀ ਹੋਵੇ, ਹੋ ਸਕਦਾ ਸਾਨੂੰ ਇਹ ਜਥੇਬੰਦੀਆਂ ਡਿਸੋਲਵ ਕਰਨੀਆਂ ਪੈ ਜਾਣ, ਕੋਈ ਵੱਡਾ ਮਸਲਾ ਖੜਾ ਹੋ ਜਾਏ ਪੰਥ ਦੇ ਦਰਪੇਸ਼, ਜਥੇਬੰਦੀਆਂ ਛੋਟੀਆਂ ਹੋ ਜਾਣ। ਸੋ ਇਹ ਕਿਤੇ ਪੱਥਰ 'ਤੇ ਲਕੀਰ ਨਹੀਂ ਹੈਗਾ ਵੀ ਅਸੀਂ ਕੋਈ ਜਥੇਬੰਦੀ ਬਣਾ ਲਈ ਤੇ ਅਸੀਂ ਰੱਬ ਬਣ ਗਏ। ਇਹ ਬਹੁਤ ਕੁਝ ਭਵਿੱਖ 'ਚ ਵਾਪਰਨਾ, ਜਿਸ 'ਚ ਸਾਨੂੰ ਇਹ ਫੈਸਲੇ ਬਦਲਣੇ ਵੀ ਪੈਣੇ ਆ। ਸਾਨੂੰ ਸਮੇਂ ਦੇ ਅਨੁਕੂਲ ਪੰਥਕ ਹਿੱਤਾਂ 'ਚ ਫੈਸਲੇ ਲੈਣੇ ਪੈਣੇ। ਸਿਧਾਂਤਾਂ ਤੇ ਕੋਈ ਸਮਝੌਤਾ ਨਹੀਂ, ਸਿਧਾਂਤ ਦੇ ਅਨੁਸਾਰ ਚੱਲਣਾ ਪਊਗਾ, ਉਹਦੇ ਇਲਾਵਾ ਕੁਝ ਨਹੀਂ। ਸਿਧਾਂਤ ਮੰਨਦੇ ਕਿਹਨੂੰ? ਕਿਹੜੇ ਸਿਧਾਂਤਾਂ ਦੀ ਤੁਸੀਂ ਗੱਲ ਕਰਦੇ ਹੋ ਵੀ ਕਿਹੜੀਆਂ ਉਹ ਗੱਲਾਂ, ਕਿਹੜੀਆਂ ਲਿਮਿਟੇਸ਼ਨਸ ਨੇ ਜਿਨ੍ਹਾਂ ਨੂੰ ਪਾਰ ਨਹੀਂ ਕੀਤਾ ਜਾ ਸਕਦਾ? ਦੇਖੋ, ਇੱਕ ਤੇ ਕੰਪਰੋਮਾਈਜ਼ਿੰਗ ਬਿਹੇਵੀਅਰ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਹੋ ਸਕਦਾ, ਕਿਉਂਕਿ ਪਾਣੀ ਸਿਰੋਂ ਲੰਘ ਚੁੱਕਾ ਹੈ। ਹੁਣ ਜਿਹੜੇ ਬੰਦੇ ਦੋਵਾਂ ਬੇੜੀਆਂ 'ਚ ਸਵਾਰ ਹੁੰਦੇ ਨੇ, ਜਿਹੜੇ ਬੰਦੇ ਸਪਸ਼ਟਤਾ 'ਚ ਆ ਕੇ ਗੱਲ ਨਹੀਂ ਕਰਦੇ, ਖੰਡਨ ਨਹੀਂ ਕਰਦੇ, ਜਿਵੇਂ ਬਾਈ ਨੇ ਕਿਹਾ ਜਿਹੜਾ ਦਿੱਲੀ ਦੀ ਅੱਖ 'ਚ ਅੱਖ ਪਾ ਕੇ ਗੱਲ ਨਹੀਂ ਕਰਦੇ, ਸਾਡੇ ਉਹ ਬੰਦੇ ਨਹੀਂ। ਹੁਣ ਇਹ ਤਾਂ ਕਿਹਾ ਦੀਪ ਬਾਈ ਤਾਂ ਸਾਰਿਆਂ ਨੂੰ ਆਪਣੇ ਬੰਦੇ ਕਹਿ ਦਿੰਦਾ ਸੀ, ਪਰ ਨਾਲ ਇਹ ਵੀ ਸਿਧਾਂਤ ਹੈ ਵੀ ਉਹ ਸਾਡੇ ਬੰਦੇ ਨਹੀਂ ਹੋ ਸਕਦੇ। ਸੋ ਸਾਨੂੰ ਇਹ ਸਮਝਣਾ ਪੈਣਾ ਵੀ ਜਿਹੜਾ ਸਿਧਾਂਤ ਹੈ ਉਹ ਤੇ ਆ ਵੀ ਗੁਰੂ ਸਾਹਿਬ ਦਾ ਦਰਸਾਇਆ ਹੋਇਆ ਸਿਧਾਂਤ, ਸਿੱਖਾਂ ਦਾ ਜਿਹੜਾ ਸੰਘਰਸ਼ ਹੈ, ਜੋ ਅੱਜ ਸਿੱਖਾਂ ਦੇ ਗੁਲਾਮੀ ਦੀ ਜੋ ਦਸ਼ਾ ਹੈ, ਇਹ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਲਈ ਜਿਹੜਾ ਵੀ ਸੰਘਰਸ਼ ਸਿੱਖਾਂ ਨੂੰ ਲੜਨਾ ਪੈਣਾ ਹੈ, ਉਹਦੇ ਲਈ ਸਿਧਾਂਤ ਨੂੰ ਪ੍ਰਮੁੱਖ ਰੱਖ ਕੇ ਇਹੋ ਹੀ ਸਾਡਾ ਸਿਧਾਂਤ ਹੈ। ਜਿਹੜਾ ਬੰਦਾ ਗੁਲਾਮ ਹੁੰਦਿਆਂ ਗੁਲਾਮੀ ਦੇ ਖਿਲਾਫ ਨਹੀਂ ਆਵਾਜ਼ ਚੁੱਕਦਾ, ਉਹ ਗੈਰ ਸਿਧਾਂਤਕ। ਤੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਕੀ ਮੰਨਦੇ ਹੋ ਬਈ ਇਹਨਾਂ ਸਿਧਾਂਤਾਂ ਦੇ ਪਹਿਰਾ ਦੇਣ ਦੇ ਲਈ ਸਿਰਫ ਕਰੋ ਜਾਂ ਮਰੋ ਦੀ ਸਥਿਤੀ ਦੇ ਵਿੱਚ ਹੀ ਜਾਣਾ ਪਊਗਾ, ਜਾਂ ਕਿਉਂਕਿ ਲੋਕਤੰਤਰੀ ਦੇਸ਼ ਹੈ, ਰਾਜਨੀਤੀ ਦੇ ਵਿੱਚ ਵੀ ਸਾਨੂੰ ਆਉਣਾ ਪਊਗਾ ਜੀ? ਨਹੀਂ, ਅਸੀਂ ਤਾਂ ਦੇਖੋ ਕਰ ਰਹੇ ਹਾਂ ਨਾ। ਮਾਨ ਸਾਹਿਬ ਰਾਜਨੀਤੀ ਦੇ ਵਿੱਚ ਨੇ, ਅਸੀਂ ਉਹਨਾਂ ਦੀ ਹਮਾਇਤ 'ਚ ਗਏ ਹੈ। ਬੇਸ਼ੱਕ ਇਲੈਕਟਰਲ ਪੋਲਿਟਿਕਸ ਜਿਹੜਾ ਵਾ ਇੰਡੀਅਨ ਸਿਸਟਮ ਦੇ ਵਿੱਚ ਕੋਈ ਬਹੁਤਾ ਬੈਨੀਫੀਸ਼ੀਅਲ ਨਹੀਂ ਹੈਗਾ, ਕਿਉਂਕਿ ਸਟੇਟ ਨੂੰ ਕਿੱਦਾਂ ਕੰਟਰੋਲ ਕੀਤਾ ਜਾਂਦਾ ਆਪਾਂ ਨੂੰ ਪਤਾ। ਆਪਾਂ ਬਹੁਤ ਵਾਰੀ ਦੀਪ ਸਿੱਧੂ ਬਾਈ ਨੇ ਐਕਸਪਲੇਨ ਕੀਤਾ ਇਹ ਗੱਲ ਨੂੰ। ਪਰ ਅਸੀਂ ਇਹ ਫੀਲਡ ਨੂੰ ਅਬੈਂਡਨ ਨਹੀਂ ਛੱਡਣਾ ਚਾਹੁੰਦੇ, ਕਿਉਂਕਿ ਇਹਨੂੰ ਫਿਰ ਹੋਰ ਕੋਈ ਸਪੇਸ ਇਹਦੀ ਆਣ ਕੇ ਫਿਲ ਕਰੂਗਾ। ਲਾਜ਼ਮ ਜੀ ਗੱਲ ਹੈ, ਜੇ ਅਸੀਂ ਕਿਸੇ ਥਾਂ ਨੂੰ ਖਾਲੀ ਛੱਡਾਂਗੇ ਕੋਈ ਆਣ ਕੇ ਉਹਨੂੰ ਭਰੂਗਾ। ਸੋ ਅਸੀਂ ਡੈਮੋਕ੍ਰੇਸੀ, ਇੰਡੀਆ ਕਲੇਮ ਕਰਦਾ ਵੀ ਇੰਡੀਆ ਇੱਕ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ 'ਚ ਸਾਡੇ ਜਿਹੜੇ ਰਾਈਟ ਹੈ ਉਹੀ ਪ੍ਰੈਕਟਿਸ ਕਰ ਰਹੇ ਆ ਨਾ। ਸੁਪਰੀਮ ਕੋਰਟ ਦਾ ਰਾਈਟ ਹੈ ਵੀ ਤੁਸੀਂ ਸੋਵਰਨਟੀ ਦੀ ਗੱਲ ਕਰ ਸਕਦੇ ਹੋ। ਸੋਵਰਨਟੀ ਦਾ ਆਈਡੀਆ ਕ੍ਰਿਮੀਨਲ ਆਈਡੀਆ ਨਹੀਂ ਹੈਗਾ, ਇਹਨੂੰ ਕ੍ਰਿਮੀਨਲਾਈਜ਼ ਨਾ ਕਰੋ। ਜਿਹੜਾ ਖਾਲਿਸਤਾਨ ਦੇ ਉੱਤੇ ਤੈਬੂ ਹੈ, ਇਹਨੂੰ ਤੈਬੂ ਨਾ ਬਣਾਓ। ਸੋ ਅਸੀਂ ਤੇ ਉਹੀ ਕੰਮ ਕਰ ਰਹੇ ਹਾਂ ਜਿਹੜਾ ਇੰਡੀਆ ਦਾ ਸੁਪਰੀਮ ਕੋਰਟ ਜਾਂ ਇੰਡੀਆ ਦੇ ਸੁਪਰੀਮ ਕੋਰਟ ਲਾਅ ਮੇਕਿੰਗ ਅਥਾਰਟੀ ਹੈ ਨਾ, ਉਹਦੀ ਡਾਇਰੈਕਸ਼ਨ ਤੋਂ ਬਾਹਰ ਤੇ ਅਸੀਂ ਗਏ ਨਹੀਂ। ਸੋ ਇਹ ਤੇ ਮੇਰੇ ਖਿਆਲ ਨਾਲ ਦੁਨੀਆ ਦੀ ਕੋਈ ਵੀ ਡੈਮੋਕ੍ਰੇਸੀ ਜੋ ਕਲੇਮ ਕਰਦੀ ਵੀ ਅਸੀਂ ਡੈਮੋਕ੍ਰੇਸੀ ਆ, ਉਹਨੂੰ ਰਿਸਪੈਕਟ ਕਰਨੀ ਚਾਹੀਦੀ ਹੈ। ਜੇ ਕਿਸੇ 'ਚ ਸੈਪਰੇਟਿਜ਼ਮ, ਜਿਹਨੂੰ ਆਪਾਂ ਸੈਪਰੇਟਿਜ਼ਮ ਦਾ ਐਕਸਲ ਨਾ ਦਿੰਦੇ ਹਾਂ, ਜੇ ਕੋਈ ਬੰਦਾ ਸੈਲਫ ਡਿਕਲੇਰੇਸ਼ਨ ਦੀ ਗੱਲ ਕਰਦਾ, ਜੇ ਕੋਈ ਕੌਮ ਵੀ ਸੈਲਫ, ਉਹ ਕਹਿੰਦੇ ਵੀ ਸਾਨੂੰ ਅਸੀਂ ਵੱਖ ਹੋਣਾ ਚਾਹੁੰਦੇ ਹਾਂ ਕਿਸੇ ਸਿਧਾਂਤ ਉੱਤੇ, ਉਸ ਆਈਡੀ ਨੂੰ ਰਿਸਪੈਕਟ ਹੋਣੀ ਚਾਹੀਦੀ। ਉੱਤੇ ਡਿਸਕਸ਼ਨਸ ਹੋਵੇ, ਡਿਬੇਟ ਹੋਵੇ। ਹੁਣ ਡਿਸਕਸ਼ਨ, ਡਿਬੇਟ, ਇੰਟੈਲੈਕਚੁਅਲ ਗੱਲਾਂ ਇਹ ਤੇ ਕਿਸੇ ਕ੍ਰਾਈਮ 'ਚ ਨਹੀਂ ਨਾ ਆਉਂਦੀਆਂ। ਅਸੀਂ ਬਹਿ ਸਕਦੇ ਹਾਂ ਹਿੰਦੁਸਤਾਨ ਦੇ ਇੰਟੈਲੈਕਚੁਅਲ ਲੋਕਾਂ ਨਾਲ,
ਅਸੀਂ ਲੈਫਟ ਨਾਲ ਬੈਠੇ ਹਾਂ, ਰਾਈਟ ਨਾਲ ਬੈਠੇ ਹਾਂ, ਬੈਠ ਕੇ ਡਿਸਾਈਡ ਕਰ ਲਓ ਸਿੱਖ ਸਫ਼ਰ ਕਿਉਂ ਕਰ ਰਹੇ ਆ, ਕਿਉਂ ਉਹਨਾਂ ਨੇ ਕੀਤਾ ਹੈ, ਇਹਦਾ ਕੋਈ ਨਾ ਤੇ ਕੋਈ ਰਿਜ਼ਲਟ ਨਿਕਲਣਾ ਚਾਹੀਦਾ ਨਾ। ਹੁਣ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਸਿੱਖ ਇੱਕੋ ਹੀ ਸਟੇਟ 'ਚ ਰਹਿਣ ਜੇ 'ਚੋਂ ਹੈਗੇ ਨੇ। ਸਟੇਟ ਤੋਂ ਭਾਵ ਹੈ ਵੀ ਜਿਹੜੀ ਕਰੰਟ ਸਟੇਟ ਹੈ ਸਿੱਖਾਂ ਦੀ, ਜਿਹੜੀ ਕਰੰਟ ਹਾਲਾਤ ਨੇ ਉਹ ਨਾ ਤੇ ਸਹੀ ਕਰਨ, ਨਾ ਆਪਣੇ ਬਦਲਾਅ ਲਈ ਕੁਝ ਕਰਨ, ਤੇ ਤੁਸੀਂ ਮਤਲਬ ਜੇ ਉਹ ਕੁਝ ਕਰਨ ਤੇ ਉਹਨਾਂ ਨੂੰ ਹੀ ਈਵਲ ਬਣਾ ਕੇ ਪੇਸ਼ ਕਰ ਦਿਓ। ਸੋ ਅਸੀਂ ਜਿਹੜਾ ਸਾਡਾ ਸਿਧਾਂਤ ਇਹ ਹੋਈ ਹੈ ਵੀ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਹੈ ਜਿਹਨੂੰ ਇੰਡੀਆ ਕਲੇਮ ਕਰਦਾ ਵੀ ਉਹ ਡੈਮੋਕ੍ਰੇਸੀ, ਜਾਂ ਤਾਂ ਇੰਡੀਆ ਕਹਦੇ ਵੀ ਅਸੀਂ ਡੈਮੋਕ੍ਰੇਸੀ ਨਹੀਂ ਹੈ ਨਾ, ਪਾਬੰਦੀ ਲਾ ਦੇ ਸਾਡੇ ਬੋਲਣ ਤੇ, ਸਾਡੇ ਸਾਹ ਲੈਣ ਦੇ ਲਾ ਦੇ, ਲਾਈ ਜਾ ਸਕਦੀ ਹੈ। ਰਾਜਿਆਂ ਕੋਲ ਜਿਹੜੇ ਹੁਕਮਰਾਨ ਨੇ ਉਹਨਾਂ ਕੋਲ ਪਾਵਰ ਹੈ, ਪਰ ਇੰਡੀਆ ਕਲੇਮ ਕਰਦਾ ਸੰਸਾਰ ਪੱਧਰ ਤੇ ਵੀ ਅਸੀਂ ਦੁਨੀਆ ਦੀ ਲਾਰਜੈਸਟ ਡੈਮੋਕ੍ਰੇਸੀ ਹੈ ਨੰਬਰ ਦੇ ਹਿਸਾਬ ਨਾਲ, ਨੰਬਰ ਆਫ ਵੋਟਰ ਦੇ ਹਿਸਾਬ ਨਾਲ। ਤਾਂ ਸਾਡੀ ਜਿਹੜੀ ਸਟੇਟ ਦੇ ਰਾਈਟ ਉਹ ਕਿਵੇਂ ਪ੍ਰੋਟੈਕਟ ਕਰਨੇ, ਮਿਨੋਰਟੀਜ਼ ਦੇ ਰਾਈਟ ਕਿਵੇਂ ਪ੍ਰੋਟੈਕਟ ਕਰਨੇ। ਸੋ ਇਹ ਡੀਪ ਟੌਪਿਕ ਹੈ ਤੇ ਕਿਸੇ ਵੇਲੇ ਗੱਲ ਕਰਾਂਗੇ ਵੀ ਡੈਮੋਕ੍ਰੇਸੀ ਜਿਹੜੀ ਹੈ ਅਸੀਂ ਉਹਨੂੰ ਪ੍ਰੈਕਟਿਸ ਕਰ ਰਹੇ ਹਾਂ। ਅਸੀਂ ਤਾਂ ਸਗੋਂ ਡੈਮੋਕ੍ਰੇਸੀ ਜਿਹੜੀ ਹੈ ਉਹਦੀ ਰੀਅਲ ਫਾਰਮ ਕੀ ਹੈ ਡੈਮੋਕ੍ਰੇਸੀ ਦੀ, ਡੈਮੋਕ੍ਰੇਸੀ ਕਿਵੇਂ ਬੰਦੇ ਨੂੰ ਆਜ਼ਾਦ ਕਰਦੀ ਹੈ, ਡੈਮੋਕ੍ਰੇਸੀ ਕਿੱਦਾਂ ਡਿਕਟੇਟਰਸ਼ਿਪ ਵੀ ਬਣ ਸਕਦੀ ਹੈ, ਕਿਵੇਂ ਡੈਮੋਕ੍ਰੇਸੀ ਦਾ ਨਕਾਬ ਪਾਇਆ ਜਾ ਸਕਦਾ ਹੈ, ਕਿਵੇਂ ਡੈਮੋਕ੍ਰੇਸੀ ਨੂੰ ਇੱਕ ਮੈਜੋਰਿਟੀ ਜਿਹੜੀ ਉਹ ਲੀਡ ਕਰ ਸਕਦੀ ਹੈ ਫਾਸਿਜ਼ਮ ਤੱਕ। ਸੋ ਇਹ ਗੱਲਾਂ ਕਰਨੀਆਂ ਚਾਹੀਦੀਆਂ ਨੇ ਨਾ, ਤੇ ਜੇ ਗੱਲਾਂ ਬੰਦ ਹੋ ਜਾਣਗੀਆਂ ਫਿਰ ਤਾਂ ਸਫਰਿੰਗ ਜਿਹੜੀ ਸਾਡੀ ਹੈਗੀ ਉਹ ਤਾਂ ਹੈਗੀ, ਉਹ ਘਟ ਨਹੀਂ ਰਹੀ। ਸੋ ਅਸੀਂ ਇਹ ਤਾਂ ਨਹੀਂ ਕੁਝ ਗੇਨ ਕਰਨ ਲਈ ਗੱਲ ਕਰ ਰਹੇ ਹਾਂ, ਅਸੀਂ ਤੇ ਆਪਣੀ ਪ੍ਰੋਬਲਮਸ ਤੋਂ ਬਚ ਰਹੇ ਹਾਂ, ਮਤਲਬ ਆਪਣੀ ਪ੍ਰੋਬਲਮ ਨੂੰ, ਪੀੜ ਨੂੰ ਘਟਾਉਣ ਦੀ ਗੱਲ ਕਰ ਰਹੇ ਹਾਂ। ਜੇ ਤੁਸੀਂ ਆਪਣੀ ਪੀੜ ਨੂੰ ਘਟਾਉਣ ਦੀ ਗੱਲ ਕਰੋ ਤੇ ਕੋਈ ਉਸ ਆਈਡੀਆ ਨੂੰ ਕ੍ਰਿਮੀਨਲਾਈਜ਼ ਕਰਦੇ ਤੇ ਫਿਰ ਤੁਸੀਂ ਦੱਸੋ ਪਿੱਛੇ ਰਾਹ ਕੀ ਬਚਦਾ। ਤੁਸੀਂ ਵਿੱਚ ਇੱਕ ਉਦਾਹਰਨ ਦਿੱਤੀ ਹੈ, ਖਾਲਿਸਤਾਨ ਦੀ ਉਦਾਹਰਨ ਦਿੱਤੀ ਹੈ, ਗੱਲ ਪੀੜ ਨੂੰ ਘਟਾਉਣ ਦੀ ਵੀ ਕੀਤੀ ਹੈ। ਪੀੜ ਨੂੰ ਘਟਾਉਣ ਦਾ ਰਾਹ ਖਾਲਿਸਤਾਨ ਹੈ? ਸੋਵਰਨਟੀ ਕਿਹੜੀ ਪੀੜ ਨੂੰ ਨਹੀਂ ਘਟਾਉਂਦੀ? ਆਪਣੇ ਬੰਦੀ ਸਿੰਘ ਜੇਲ੍ਹਾਂ 'ਚ ਨੇ ਅੱਜ, ਜੇ ਖਾਲਿਸਤਾਨ ਬਣ ਜੇ ਤੇ ਇਹਨਾਂ ਨੂੰ ਜੇਲ੍ਹਾਂ 'ਚ ਕਿਉਂ ਹੋਣਗੇ? ਇਹ ਉੱਚੇ ਅਹੁਦਿਆਂ 'ਤੇ ਹੋਣਗੇ, ਇਹਨਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ। ਜਿਹੜੇ ਸਾਡੇ ਹੀਰੋ ਨੇ ਉਹ ਦੇਸ਼ ਦੇ ਕਾਤਲ ਬਣ ਜਾਂਦੇ ਨੇ ਦੇਸ਼ ਲਈ। ਮਤਲਬ ਹੁਣ ਇਹ ਸਮਝੀਏ ਵੀ ਅੰਮ੍ਰਿਤਪਾਲ ਜੀ ਹੁਣ ਆਏ ਨੇ ਔਰ ਉਹਨਾਂ ਦੀ ਸਾਰੀ ਜਥੇਬੰਦੀ, ਜਿਹੜਾ ਵੀ ਜਥੇਬੰਦਕ ਢਾਂਚਾ ਤਿਆਰ ਹੋਊਗਾ ਤਾਂ ਉਹ ਸਾਰੇ ਜਣੇ ਮਾਨ ਵਾਂਗੂ, ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਵਾਂਗੂ ਸਿੱਧੇ ਤੌਰ ਤੇ ਤੁਸੀਂ ਖਾਲਿਸਤਾਨ ਦੀ ਮੰਗ ਦੀ ਗੱਲ ਕਰੋਗੇ ਤੇ ਫਿਰ ਨਾਲ ਚੱਲੋਗੇ, ਜਾਂ ਕੁਝ ਹੋਰ ਕੁਝ ਹੋਏਗਾ? ਨਹੀਂ ਦੇਖੋ, ਅਸੀਂ ਇਹ ਬਾਈਨਰੀ 'ਚ ਨਹੀਂ ਵੱਜਦੇ। ਖਾਲਿਸਤਾਨ ਦੀ ਗੱਲ ਸਰਦਾਰ ਮਾਨ ਕਰਦੇ ਨੇ, ਅਸੀਂ ਇਹ ਕਹਿੰਦੇ ਹਾਂ ਪੰਜਾਬ ਦਾ ਸੋਲੂਸ਼ਨ ਹੋਰ ਕਿਸੇ 'ਚ ਹੈ ਨਹੀਂ, ਪਰ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਤੋਂ ਥੱਲੇ ਤੁਸੀਂ ਸੰਘਰਸ਼ ਕੋਈ ਨਹੀਂ ਕਰਨਾ। ਪੰਜਾਬ ਦੇ ਜੇ ਪੰਜਾਬ ਨੂੰ ਕੋਈ ਰਾਈਟ ਮਿਲਦਾ, ਦੇਖੋ ਪੀੜ ਜਿਹੜੀ ਹੈ ਨਾ ਇਹਦਾ ਪਰਮਾਨੈਂਟ ਸੋਲੂਸ਼ਨ ਹੋਣਾ ਚਾਹੀਦਾ, ਪਰ ਟੈਂਪਰੇਰੀ ਸੋਲੂਸ਼ਨ ਨੂੰ ਕਦੇ ਅਵੋਇਡ ਨਹੀਂ ਕਰਨਾ ਚਾਹੀਦਾ। ਪੀੜ ਤੋਂ ਕੁਛ ਪਲਾਂ ਦੀ ਰਾਹਤ ਜਿਹੜੀ ਉਹ ਵੀ ਜ਼ਰੂਰੀ ਹੁੰਦੀ ਹੈ। ਸੋ ਅੱਜ ਜੇ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਤੇ ਪਾਣੀ ਦੀ ਲੁੱਟ ਘਟ ਸਕਦੀ ਹੈ ਜਾਂ ਰੁਕ ਸਕਦੀ ਹੈ, ਤੇ ਕੌਣ ਹੋਊਗਾ ਜਿਹੜਾ ਕਹੂਗਾ ਵੀ ਨਹੀਂ ਇਹ ਕੰਮ ਨਹੀਂ ਹੋਣਾ ਚਾਹੀਦਾ? ਸੋ ਜਿਹੜੀ ਸੋਵਰਨਟੀ ਹੈ ਉਹ ਮੰਜ਼ਿਲ ਹੈ ਸਾਡੀ, ਉਹਨੂੰ ਸੰਘਰਸ਼ ਦਾ ਰਾਹ ਜਾਂਦਾ ਹੈ। ਸੰਘਰਸ਼ ਦੇ ਰਾਹ 'ਚ ਬਹੁਤ ਕੁਛ ਹੁੰਦਾ। ਪੰਜਾਬ ਦੀ ਹੋਂਦ ਦੀ ਗੱਲ ਆਪਾਂ ਕਰਦੇ ਹਾਂ, ਜਾਂ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦਾ ਹੱਲ ਖਾਲਿਸਤਾਨ ਹੈ ਜਾਂ ਕੋਈ ਆਪਣੀ ਰਾਜਨੀਤਿਕ ਪਾਰਟੀ? ਜਿਵੇਂ ਦੀਪ ਸਿੱਧੂ ਬਾਈ ਵੀ ਕਹਿੰਦਾ ਰਿਹਾ ਵੀ ਅਕਾਲੀ ਦਲ ਜਿਵੇਂ ਸੀਗਾ ਤਾਂ ਅਕਾਲੀ ਦਲ ਦੇ ਵਿੱਚ ਲੀਡਰ ਗਲਤ ਆ ਗਏ, ਪਰ ਇਹਦੇ ਵਰਗੀ ਕੋਈ ਪਾਰਟੀ ਨਹੀਂ, ਜਾਂ ਅਜਿਹੀ ਪਾਰਟੀ ਖੜੀ ਕਰਕੇ ਬਿਨਾਂ ਖਾਲਿਸਤਾਨ ਦੀ ਮੰਗ ਤੋਂ ਵੀ ਇਹ ਸਭ ਹੱਲ ਕੀਤੇ ਜਾ ਸਕਦੇ। ਨਹੀਂ ਦੇਖੋ, ਤੁਸੀਂ ਇਹ ਸੋਚੋ ਵੀ ਕਿਉਂ ਅਕਾਲੀ ਦਲ ਕਰਪਟ ਹੋਇਆ, ਕਿਉਂ ਕਾਂਗਰਸ ਜਿਹੜੀ ਸੀ, ਕੈਪਟਨ ਅਮਰਿੰਦਰ ਸਿੰਘ ਸੀ ਜਿਹੜੇ ਕਿਸੇ ਮੌਕੇ ਤੇ ਬਲੂ ਸਟਾਰ ਦੇ ਸਮੇਂ ਅਸਤੀਫਾ ਵੀ ਦਿੰਦੇ ਆ, ਉਹ ਕਿਉਂ ਸਟੇਟ ਵਾਲੇ ਪਾਸੇ ਨੂੰ ਮੁੜ ਕੇ ਜਾ ਕੇ ਕਿਉਂ ਮੁੜੇ? ਤੁਸੀਂ ਕੀ ਸਮਝਦੇ ਹੋ? ਦੇਖੋ ਉੱਥੇ ਸਰਵਾਈਵ ਕਰਨਾ ਔਖਾ ਹੈ। ਉੱਥੇ ਤੁਸੀਂ ਜਦੋਂ ਉਹਨਾਂ ਦਾ ਆਈਡੀਆ ਹੈ ਨਾ ਜਿਹੜਾ ਸਟੇਟਹੁੱਡ ਦਾ ਪੰਜਾਬ ਦੀ, ਉਹ ਆਈਡੀਆ ਵੀ ਪੰਜਾਬ ਨੂੰ ਕਲੋਨੀ ਦੀ ਤਰ੍ਹਾਂ ਟਰੀਟ ਕਰਨਾ, ਕਲੋਨੀ ਜਿੱਦਾਂ ਗੋਰਿਆਂ ਨੇ ਕਲੋਨੀਆਂ ਬਣਾਈਆਂ ਸੀ ਵੀ ਇੱਥੋਂ ਰਿਸੋਰਸਸ ਲੁੱਟ ਲਓ। ਇੱਥੋਂ ਦੇ ਲੋਕਾਂ ਨੇ ਕੀ ਹੋ ਰਿਹਾ ਤੁਸੀਂ ਦੇਖਿਆ, ਸ਼ਰਾਬ ਦੀਆਂ ਫੈਕਟਰੀਆਂ ਲੱਗੀਆਂ ਨੇ, ਜ਼ਮੀਨਾਂ 'ਚ ਪਾਣੀ ਜਾ ਰਿਹਾ, ਕੋਈ ਪਰਵਾਹ ਨਹੀਂ ਕਰਦਾ। ਇੱਦਾਂ ਕਲੋਨੀਆਂ ਨੂੰ ਟਰੀਟ ਕੀਤਾ ਜਾਂਦਾ। ਅਫਰੀਕਾ 'ਚ ਇੱਦਾਂ ਹੋਇਆ ਹੋਰ, ਕਿਉਂਕਿ ਉਹਨਾਂ ਨੂੰ ਸੀ ਵੀ ਇੱਥੋਂ ਲੁੱਟ ਕੇ ਨਿਕਲ ਜਾਣਾ, ਸੀ ਰਹਿਣਾ ਨਹੀਂ, ਇੱਥੋਂ ਲੋਕ ਮਰਨ ਜਾਂ ਜੀਣ। ਸੋ ਪੰਜਾਬ ਦੀ ਜਿਹੜੀ ਪ੍ਰੋਬਲਮ ਹੈ ਨਾ, ਪੰਜਾਬ ਦੀ ਪ੍ਰੋਬਲਮ ਬਹੁਤ ਯੂਨੀਕ ਹੈ। ਇਹਨੂੰ ਸਮਝਣ ਲਈ ਬੰਦੇ ਨੂੰ ਪਹਿਲਾਂ ਸੋਵਰਨਟੀ ਦਾ ਆਈਡੀਆ ਰੱਖਣਾ ਪੈਣਾ, ਉਹ ਤੋਂ ਬਾਅਦ ਪੋਲੀਟਿਕਸ ਹੋ ਸਕਦੀ ਹੈ, ਇਲੈਕਟੋਰਲ ਪੋਲੀਟਿਕਸ ਸਟੇਟ 'ਚ ਵੀ ਹੋ ਸਕਦੀ ਹੈ, ਇੰਡੀਆ ਦੇ ਵਿੱਚ ਰਹਿ ਕੇ ਵੀ ਹੋ ਸਕਦੀ ਹੈ ਪੋਲੀਟਿਕਸ, ਪਰ ਪੋਲੀਟਿਕਸ ਤੁਹਾਡੀ ਲੀਡ ਕਿੱਧਰ ਨੂੰ ਕਰਦੀ ਹੈ ਮੈਟਰ ਕਰਦਾ ਹੈ। ਪੋਲੀਟਿਕਸ ਜੇ ਤੁਹਾਡੀ ਫੇਰ ਉਸੇ ਟਰੈਪ 'ਚ ਤੁਹਾਨੂੰ ਲੈ ਕੇ ਆ ਰਹੀ ਹੈ ਜਿੱਥੇ ਤੁਸੀਂ ਆਪਣੀ ਕਿਸਮਤ ਦਾ ਫੈਸਲਾ ਕਿਸੇ ਦੇ ਹੱਥ ਦੇ ਦਿੱਤਾ। ਪੰਜਾਬ ਦੇ 13 MP ਨੇ, ਪੰਜਾਬ ਦੇ ਵਿੱਚ ਕੀ ਹੋਣਾ ਚਾਹੀਦਾ ਇਹਦਾ ਫੈਸਲਾ ਕੁਝ 400 MP ਦੇ ਕਰੀਬ ਕਰਨਗੇ, 350 ਦੇ ਕਰੀਬ, ਜੇ ਮੈਜੋਰਿਟੀ ਵੋਟ ਸ਼ੇਅਰ ਦੀ ਗੱਲ ਆਪਾਂ ਕਰੀਏ। ਕੋਈ ਲਾਅ ਚੇਂਜ ਕਰਨਾ ਹੈ ਤੇ 13 MP ਦੇ ਉੱਤੇ ਕੀ ਸੇ ਹੈ। ਗੱਲ ਇਹ ਹੈ ਵੀ ਅਸੀਂ ਇਸ ਲਈ ਨਹੀਂ ਲੜ ਰਹੇ ਵੀ ਪੰਜਾਬ ਦੇ ਕੋਲ ਆਹ ਹੋਣਾ ਚਾਹੀਦਾ, ਅਸੀਂ ਇਸ ਲਈ ਲੜ ਰਹੇ ਹਾਂ ਪੰਜਾਬ ਕੋਲੋਂ ਆਪਣੀ ਹੋਣੀ ਨੂੰ ਤੈਅ ਕਰਨ ਦੀ ਪਾਵਰ ਹੋਣੀ ਚਾਹੀਦੀ ਹੈ। ਇਹ ਲੜਾਈ ਪਾਵਰ ਦੀ ਹੈ। ਪਾਵਰ ਦੀ ਮਿਸਯੂਜ਼ ਜਾਂ ਯੂਜ਼ ਕਿਵੇਂ ਕਰਨਾ ਉਹ ਮੈਟਰ ਹੀ ਬਾਚਦਾ। ਪਹਿਲਾਂ ਪਾਵਰ ਤੇ ਸਾਨੂੰ ਦਿਓ। ਅਸੀਂ ਇਹ ਨਹੀਂ ਕਹਿੰਦੇ ਵੀ ਸੈਂਟਰ ਸਾਡਾ ਮਸਲਾ ਹੱਲ ਕਰ ਦੇ, ਅਸੀਂ ਸੈਂਟਰ 'ਤੇ ਰਿਲਾਈ ਨਹੀਂ ਕਰਨਾ ਚਾਹੁੰਦੇ। ਅਸੀਂ ਮੈਜੋਰਿਟੀ 'ਤੇ ਰਿਲਾਈ ਨਹੀਂ ਕਰਨਾ ਚਾਹੁੰਦੇ। ਅਸੀਂ ਨਹੀਂ ਚਾਹੁੰਦੇ ਉਹ ਸਿੱਖਾਂ ਨੂੰ ਖੁਸ਼ ਕਰਨ ਲਈ ਕੁਛ ਕਰਨ। ਅਸੀਂ ਚਾਹੁੰਦੇ ਹਾਂ ਵੀ ਸਿੱਖਾਂ ਨੂੰ ਐਸਾ ਮੌਕਾ ਹੀ ਨਾ ਹੋਵੇ ਵੀ ਸਿੱਖਾਂ ਨੂੰ ਪਹਿਲਾਂ ਦਰਦ ਦੇ ਕੇ ਬਸ ਖੁਸ਼ ਕਰਨਾ ਪਵੇ।
ਮਤਲਬ ਕਿ ਤੁਸੀਂ ਇਹ ਮੰਨਦੇ ਹੋ ਵੀ ਜਿਹੜੀ ਸਾਡੇ ਕੋਲ ਉਹ ਹੱਕ ਹੋਣੀ ਚਾਹੀਦੀ ਹੈ ਵੀ ਜਿਸ ਤਰ੍ਹਾਂ ਤੁਸੀਂ 13 ਦੀ ਗੱਲ ਕੀਤੀ ਹੈ ਵੀ ਯਾਰ ਜੇ 13 ਤਾਂ 13 ਕੋਲ ਹੀ ਹੱਕ ਹੋਵੇ, ਜੇ 13 ਸੀਟਾਂ ਤਾਂ ਸਾਡੀਆਂ 13 ਹੀ ਤੈਅ ਕਰਨ ਪੰਜਾਬ ਦਾ ਭਵਿੱਖ। ਬਿਲਕੁਲ ਪੰਜਾਬ ਦਾ ਇੱਕ ਸਿੰਗਲ ਵੋਟ ਹੋਣੀ ਚਾਹੀਦੀ ਹੈ। ਪੰਜਾਬ ਇੱਕ ਕਲਚਰ ਹੈ, ਪੰਜਾਬ ਇੱਕ ਨਸਲ ਹੈ, ਇਹ ਬੋਲੀ ਦਾ ਸੱਭਿਆਚਾਰ ਵੱਖਰਾ ਹੈ। ਇੱਥੇ ਦੂਜੇ ਬੰਦੇ ਦੀ ਇਨਫਲੂਐਂਸ ਕਿਉਂ ਹੋਣੀ ਚਾਹੀਦੀ ਹੈ? ਸਾਡਾ ਇੱਥੇ ਜੋ ਕੁਛ ਹੋਣਾ ਅਸੀਂ ਤੈਅ ਕਰਾਂਗੇ ਨਾ। ਇਹ ਤਾਂ ਨਹੀਂ ਹੈਗਾ ਵੀ ਪੰਜਾਬ ਦੇ ਵਿੱਚ ਕੋਈ ਦਿਮਾਗ ਨਹੀਂ ਹੈਗੇ। ਪੰਜਾਬ ਬ੍ਰਿਲੀਅੰਟ ਇੱਥੇ ਬੰਦੇ ਹੈਗੇ ਆ, ਪਰ ਪ੍ਰੋਬਲਮ ਕਿੱਥੇ ਆ ਰਹੀ ਹੈ ਵੀ ਜਦੋਂ ਸਾਡੀ ਸੇਧ ਲਈ ਨਹੀਂ ਜਾਂਦੀ, ਕਿਤੇ ਸਾਡੇ ਤੇ ਫੈਸਲਾ ਇੰਪੋਜ਼ ਕੀਤਾ ਜਾਂਦਾ, ਜਦੋਂ ਉਹਦਾ ਵਿਰੋਧ ਕਰਦੇ ਸਾਨੂੰ ਈਵਲ ਬਣਾ ਕੇ ਪੇਸ਼ ਕੀਤਾ ਜਾਂਦਾ। ਲੜਾਈ ਬਹੁਤ ਔਖੀ ਹੈ, ਜਿਵੇਂ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਵੀ ਦੀਪ ਸਿੱਧੂ ਨੂੰ ਮਰਵਾਇਆ ਗਿਆ, ਤਾਂ ਬਾਈ ਜੀ ਅਜਿਹੇ ਕੰਡੇ ਤੁਹਾਡੇ ਲਈ ਵੀ ਬੀਜੇ ਜਾ ਸਕਦੇ? ਨਹੀਂ ਦੇਖੋ, ਇਹ ਜਿਹੜੇ ਜਿੰਨੇ ਇਸ ਰਾਹ ਤੇ ਤੁਰਨਾ ਉਹ ਸਿਰ ਤੇ ਕੱਫੜ ਮੰਨ ਕੇ ਤੁਰੇ। ਜੇ ਤੁਸੀਂ ਇਸ ਰਾਹ ਤੇ ਤੁਰ ਕੇ ਤੇ ਕੁਝ ਹੋਰ ਭਾਲਣ ਡਏ ਜੋ, ਫਿਰ ਮੇਰੇ ਖਿਆਲ ਦੇ ਨਾਲ ਤੁਹਾਨੂੰ ਨਹੀਂ ਤੁਰਨਾ ਚਾਹੀਦਾ। ਜਿਹੜਾ ਮੌਤ ਜੀਵਨ ਦਾ ਗੇੜ ਹੈ ਨਾ, ਇਹ ਹੁਣ ਇਹ ਕਿੱਥੇ ਲਿਖਿਆ ਵੀ ਬੰਦਾ ਇਹ ਸੰਘਰਸ਼ ਤੋਂ ਭੱਜ ਜਾਵੇ, ਭਗੌੜਾ ਹੋ ਜਾਵੇ ਤੇ ਮਰੂਗਾ ਨਹੀਂ ਸਾਰੀ ਉਮਰ। ਮੌਤ ਤੋਂ ਜਿਹੜਾ ਘਬਰਾਉਣਾ ਤਾਂ ਜ਼ਰੂਰੀ ਹੈ, ਜੇ ਘਬਰਾਇਆ ਮੌਤ ਆਵੇ ਨਾ ਕਦੀ। ਸੋ ਜਿਹੜੀ ਚੀਜ਼ ਆਉਣੀ ਹੈ, ਮਹਾਰਾਜ ਦਾ ਬਚਨ ਹੈ, ਜਿਨਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਭਾਈ। ਜਦੋਂ ਹੁਕਮ ਆ ਗਿਆ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ, ਉਦੋਂ ਕਿਹੜਾ ਬੰਦਾ ਬਚਾ ਲੂਗਾ? ਸੋ ਇਹ ਮੌਤ ਦਾ ਭੈ ਨਹੀਂ ਹੈਗਾ ਬਿਲਕੁਲ। ਇਹ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਵੀ ਸੰਘਰਸ਼ ਜਿਹੜਾ ਹੈ, ਅਸੀਂ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨੀ ਹੈ। ਉਹ ਭਾਵੇਂ ਉਹਦੇ ਰਾਹ 'ਚ ਜਾਂਦਾ ਸਾਨੂੰ ਕੁਝ ਵੀ ਸਹਿਣਾ ਪਵੇ, ਉਹ ਵੱਖਰੀ ਗੱਲ ਹੈ। ਬਹੁਤ ਲੋਕ ਤਾਂ ਬਾਈ ਇਹ ਕਹਿੰਦੇ ਆ ਵੀ ਉਹ ਕਹਿੰਦੇ ਜੀ ਜਦੋਂ ਸੰਤ ਭਿੰਡਰਾਂ ਵਾਲੇ ਹੋਏ ਸੀਗੇ, ਉਹਨਾਂ ਕੋਲ ਇੱਕ ਰੂਹਾਨੀਅਤ ਦੀ ਵੀ ਸ਼ਕਤੀ ਸੀਗੀ, ਰੂਹਾਨੀਅਤ ਦੇ ਵੀ ਉਹ ਮਤਲਬ ਕਿ ਧਨੀ ਸੀਗੇ, ਔਰ ਗੁਰੂ ਮਹਾਰਾਜ ਦਾ ਇੰਨਾ ਜ਼ਿਆਦਾ ਉਹਨਾਂ ਨੇ ਜਪ ਤਪ ਕੀਤਾ ਹੋਇਆ ਸੀ ਵੀ ਉਹ ਲੋਕਾਂ ਨੂੰ ਨਹੀਂ ਇਸ ਰਾਹ ਦੇ ਉੱਤੇ ਤੋਰ ਸਕੇ, ਤਾਂ ਅਸੀਂ ਆਮ ਲੋਕ ਕੀ ਹੁੰਦੇ ਆ ਜੀ? ਨਹੀਂ, ਕਿਉਂ ਨਹੀਂ ਤੋਰ ਸਕੇ? ਅਸੀਂ ਉਹਨਾਂ ਦੀ ਦੇਣੀ ਹੈ, ਅਸੀਂ ਤੁਰੇ ਹੋਏ ਇਸ ਰਾਹ 'ਤੇ। ਮਤਲਬ ਜੇ ਸੰਤ ਭਿੰਡਰਾਂ ਵਾਲੇ ਨਾ ਆਉਂਦੇ ਇਸ ਧਰਤੀ 'ਤੇ ਪੰਜਾਬ 'ਤੇ, ਤਾਂ ਤੁਹਾਨੂੰ ਕੀ ਲੱਗਦਾ ਤੁਸੀਂ ਮਤਲਬ ਸਾਡੇ ਨਾਲ ਇੰਟਰਵਿਊ ਕਿਉਂ ਕਰਦੇ ਅੱਜ ਦੀ ਸਮੇਂ 'ਚ? ਇਹ ਪੰਜਾਬ ਦੀ ਜਵਾਨੀ ਜਿਹੜੀ ਹੈ, ਇੱਥੇ ਕੁਛ ਵੀ ਨਾ ਲੱਭਦਾ। ਗੱਲ ਮੈਜੋਰਟੀ ਦੀ ਕਰਦਾ ਬਾਈ, ਬਈ ਉਹ ਰਾਹ ਦੇ ਉੱਤੇ ਅਸੀਂ ਤੁਰ ਪੈਣਾ ਸੀਗਾ ਮਿਲ ਕੇ। ਬਹੁਤ ਲੋਕ ਹੁਣ ਜਿਹੜੇ ਹੈਗੇ, ਹੁਣ ਫਿਰ ਆਮ ਆਦਮੀ ਪਾਰਟੀ ਉਹ ਵੀ ਦਿੱਲੀ ਤੋਂ ਆਉਣ ਵਾਲੀ ਪਾਰਟੀ, ਉਹ ਜਿੱਤ ਰਹੀ ਹੈ ਬਾਈ, ਮੈਜੋਰਟੀ ਦੀ ਗੱਲ ਆ। ਉਹ ਦੇਖੋ, ਉਹਦਾ ਇੱਕ ਹੋਰ ਸਿਸਟਮ ਹੈ ਜੀ। ਸੰਤਾਂ ਨੇ 150 ਸਾਲ ਦੀ ਗੁਲਾਮੀ ਦਾ ਵਹਿਣ ਪੁੱਠਾ ਕੀਤਾ ਹੈ। 150 ਸਾਲ ਦਾ ਪੀਰੀਅਡ ਹੈ ਸੰਤਾਂ ਦੇ ਆਉਣ 'ਚ ਤੇ ਉਸ ਤੋਂ ਪਹਿਲਾਂ ਸਿੱਖ ਰਾਜ ਜਾਣ ਦੇ ਵਿੱਚ। ਹੁਣ ਇੰਨੀ ਲੰਮੀ ਗੁਲਾਮੀ ਦਾ ਜਿਹੜਾ ਜੰਗਾਲ ਲੱਗ ਜਾਂਦਾ ਹੈ ਕੌਮਾਂ ਨੂੰ, ਉਹਨੂੰ ਲਾਉਣਾ ਤੇ ਇੱਕ ਆਈਡੀਆ ਨੂੰ ਦ੍ਰਿੜ ਹੋ ਕੇ ਕਹਿਣਾ ਵੀ ਅਸੀਂ ਆਜ਼ਾਦੀ ਚਾਹੁੰਦੇ ਹਾਂ, ਇਹ ਬਹੁਤ ਵੱਡੀ ਅਚੀਵਮੈਂਟ ਹੈ। ਉਸ ਤੋਂ ਬਾਅਦ 'ਚ ਸੰਤਾਂ ਤੋਂ ਪ੍ਰੇਰਨਾ ਲੈ ਕੇ ਕਿੰਨੇ ਸਿੱਖ ਸ਼ਹੀਦ ਹੋਏ ਨੇ। ਸੋ ਸੰਤਾਂ ਦਾ ਜਿਹੜਾ ਰੋਲ ਹੈ ਸਿੱਖ ਸਟਰਗਲ 'ਚ, ਅੱਜ ਤੋਂ 100 ਸਾਲ ਵੀ ਸਾਨੂੰ ਆਜ਼ਾਦੀ ਮਿਲਦੀ ਹੈ ਤੇ ਉਹ ਰੋਲ 'ਚ ਸੰਤਾਂ ਦਾ ਬਹੁਤ ਇੰਪੋਰਟੈਂਟ ਰੋਲ ਹੈ। ਉਹਨੂੰ ਕਦੀ ਇਹ ਬਾਕੀ ਜਿਹੜੀ ਮਾਸਸ ਦੀ ਗੱਲ ਹੈ ਨਾ ਵੀ ਬਹੁਤੇ ਲੋਕ ਕਨਵਿੰਸ ਨਹੀਂ ਹੋਏ। ਦੇਖੋ, ਜਿਹੜੀ ਪੰਜਾਬ ਦੀ ਪ੍ਰੋਬਲਮ ਹੈ ਨਾ, ਪੰਜਾਬ ਦੀ ਜਿਹੜੀ ਰਾਜਨੀਤੀ ਹੈ ਨਾ, ਇਹਨੇ ਹਰ ਘਾਟ ਦਾ ਪਾਣੀ ਪੀਣਾ ਹੁੰਦਾ ਹੈ। ਇਹਨਾਂ ਸੈਕੂਲਰਿਜ਼ਮ ਵਾਲੀ ਰਾਜਨੀਤੀ ਵੀ ਕਰਕੇ ਵੇਖ ਲਈ, ਇਹਨਾਂ ਬਾਇਸਡ ਹੋ ਕੇ ਵੀ ਵੇਖ ਲਿਆ ਹੈ ਨਾ। ਹੁਣ ਇਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਜਿਹੜੀ ਪੰਥਕ ਧਿਰ ਹੈ ਉਹਨੂੰ ਖੜਾ ਹੋਣਾ ਪੈਣਾ ਹੈ, ਕਿਉਂਕਿ ਜਦੋਂ ਪੰਥਕ ਪਾਰਟੀਆਂ ਨੇ ਦੂਜਿਆਂ ਨੂੰ ਖੁਸ਼ ਕਰਨ ਲਈ ਆਪਣੇ ਪੰਥ ਨੂੰ ਦਗਾ ਦਿੱਤੀ, ਆਪ ਵੀ ਜਾਂਦੇ ਰਹੇ। ਅੱਜ ਉਹਨਾਂ ਪਰਿਵਾਰਾਂ ਦਾ ਹਾਲ ਤੁਹਾਨੂੰ ਪਤਾ ਹੀ ਕੀ ਹੈ। ਸੋ ਗੱਲ ਇਹ ਹੈਗੀ, ਇਹ ਸਾਬਤ ਹੋ ਚੁੱਕਾ ਹੈ। ਜਿਹੜੀ ਪਾਰਟੀ ਨੇ ਅੱਜ ਸਰਕਾਰ ਬਣਾਈ ਸੀ ਪੰਜਾਬ 'ਚ, 3 ਮਹੀਨਿਆਂ ਬਾਅਦ ਸੰਗਰੂਰ ਤੋਂ ਸੀਟ ਹਾਰ ਗਏ। ਇਹ ਵੀ ਤਾਂ ਸੱਚਾਈ ਹੈ ਨਾ। ਇੱਕ ਕਦੀ ਹੋਇਆ ਇਹਦਾ ਹਿਸਟਰੀ ਦੇ ਵਿੱਚ ਵੀ ਕੋਈ ਪਾਰਟੀ ਮੌਜੂਦਾ ਪਾਵਰ 'ਚ ਹੋਵੇ, ਆਪਣੀ ਸਾਡੀ ਸੀਟ ਹਾਰ ਜੇ? ਸੋ ਪੰਜਾਬ ਬਹੁਤ ਛੇਤੀ ਚੇਂਜ ਹੋ ਰਿਹਾ ਹੈ। ਜਿਹੜੀ ਪੰਥਕ ਪੋਲੀਟਿਕਸ ਹੈ, ਇਹ ਬਹੁਤ ਛੇਤੀ ਇਹ 'ਚੋਂ ਬਾਹਰ ਆਊਗਾ। ਤੇ ਹੁਣ ਕੀ ਲੱਗਦਾ ਵੀ ਜਿਹੜੇ ਆਪਾਂ ਆਮ ਤੌਰ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਮਤਿਆਂ ਦੀ ਗੱਲ ਕਰਦੇ ਆ, ਉਹ ਮਤਿਆਂ ਦੀ ਗੱਲ ਹੁਣ ਸਿੱਧੇ ਤੌਰ ਤੇ ਹੋਊਗੀ ਜਾਂ ਸਰਕਾਰਾਂ ਦੇ ਤੱਕ ਧਰਨੇ ਜਾਂ ਮੋਰਚੇ ਲੱਗਣਗੇ ਫਿਰ ਦੁਬਾਰਾ? ਆਪਾਂ ਦੇਖਦੇ ਹਾਂ ਲਗਭਗ 50 ਸਾਲ ਹੋ ਗਏ, 1972 ਤੋਂ ਤੁਰਦੀ ਆ ਰਹੀ ਹੈ ਗੱਲ ਕਪੂਰ ਸਿੰਘ ਜੀ ਦੇ ਸਮੇਂ ਦੀ। ਤਾਂ ਕੀ ਲੱਗਦਾ ਤੁਹਾਨੂੰ? ਦੇਖੋ, ਅਨੰਦਪੁਰ ਸਾਹਿਬ ਦਾ ਮਤਾ ਇੱਕ ਉਸ ਸਮੇਂ ਦਾ ਇਤਿਹਾਸਕ ਡਾਕੂਮੈਂਟ ਸੀ ਤੇ ਉਸ ਸਮੇਂ ਦੀਆਂ ਕੁਝ ਲੋੜਾਂ ਜਿਹੜੀਆਂ ਸੀ ਉਹ ਜ਼ਰੂਰ ਵੇਖ ਕੇ ਬਣਾਇਆ ਗਿਆ ਸੀ। 84 ਤੋਂ ਬਾਅਦ ਸਾਡੀ ਲਕੀਰ ਖਿੱਚੀ ਗਈ ਹੈ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਅਨੰਦਪੁਰ ਸਾਹਿਬ ਦੇ ਮਤੇ 'ਤੇ ਸੰਘਰਸ਼ ਨਹੀਂ ਕਰਾਂਗੇ। ਅਸੀਂ ਕਹਿੰਦੇ ਹਾਂ ਸੋਵਰਨਟੀ ਦੇ ਆਈਡੀਆ ਥੱਲੇ ਸਾਰਾ ਕੁਝ ਕਰਾਂਗੇ। ਅਸੀਂ ਕਿਸੇ ਕੋ ਕੋਈ ਭੀਖ ਸਮਝ ਕੇ ਨਹੀਂ ਮੰਗਾਂਗੇ, ਕੰਪਰੋਮਾਈਜ਼ ਨਹੀਂ ਕਰਾਂਗੇ। ਜਿਹੜਾ ਹੱਕ ਹੈ ਉਹਨੂੰ ਜ਼ਰੂਰ ਲਵਾਂਗੇ ਮੌਕੇ ਦੇ ਉੱਤੇ। ਇਹੋ ਹੀ ਸਾਡੀ ਵਾਰਫੇਅਰ ਦੀ ਟੈਕਨੀਕ ਹੈ। ਮਤਲਬ ਸਾਡੇ ਕੋਲ ਲਿਮਿਟਡ ਰਿਸੋਰਸਿਸ ਨੇ। ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਲੜਾਈ ਆਰ ਪਾਰ ਦੀ ਹੈ। ਅਸੀਂ ਖੁਦ ਨੂੰ ਵੀ ਬਚਾਉਣਾ, ਸਰਵਾਈਵ ਵੀ ਕਰਨਾ, ਲੜਾਈ ਵੀ ਲੜਨੀ ਹੈ। ਸੋ ਅਸੀਂ ਪਹਿਲਾਂ ਤੇ ਜਿਹੜੀ ਦੇਖੋ ਮਾਸਸ ਨੂੰ ਕਿਵੇਂ ਅਪੀਲ ਕੀਤਾ ਜਾਂਦਾ ਹੈ। ਪਿਛਲੇ 25 ਸਾਲ ਦੇ ਵਿੱਚ ਜਦੋਂ ਆਰਮ ਸਟਰਗਲ ਖਤਮ ਹੋਈ ਹੈ, ਇੰਡੀਅਨ ਗਵਰਨਮੈਂਟ ਨੇ ਬਿਲੀਅਨਸ ਆਫ ਡਾਲਰ ਖਰਚਿਆ ਵੀ ਇੱਥੇ ਜਿਹੜੀ ਸਿੱਖ ਸਟਰਗਲ ਹੈ ਉਹਨੂੰ ਈਵਲ ਬਣਾ ਕੇ ਪੇਸ਼ ਕੀਤਾ ਜਾਵੇ, ਸੰਤਾਂ ਦੀ ਇਮੇਜ ਨੂੰ ਵਿਗਾੜਿਆ ਜਾਵੇ। ਉਹ ਅਸਰ ਹੋਇਆ? ਨਹੀਂ ਹੋਇਆ। ਇਹ ਸੰਤਾਂ ਦੀ ਸ਼ਹਾਦਤ ਦਾ ਹੀ ਰੁਤਬਾ ਹੈ। ਜਿਹੜਾ ਅੱਜ ਨੌਜਵਾਨ ਜਿਹੜਾ ਇਸ ਰਾਹ ਨੂੰ ਤੁਰ ਰਿਹਾ ਹੈ ਸੰਤਾਂ ਤੋਂ ਪ੍ਰੇਰਿਤ ਹੋ ਕੇ, ਇਹਨੇ ਸਾਬਤ ਕੀਤਾ ਵੀ ਇੰਡੀਆ ਦਾ ਨੈਰੇਟਿਵ ਫੇਲ ਹੋਇਆ। ਐਜ਼ ਅ ਸਟੇਟ ਉਹ ਫੇਲ ਹੋਏ ਨੇ ਇੱਥੇ। ਉਹਨਾਂ ਨੇ ਜਿਹੜਾ ਰਾਹ ਚੁਣਿਆ ਜੈਨੋਸਾਈਡ ਕਰਨ ਤੋਂ ਬਾਅਦ ਜੈਨੋਸਾਈਡ ਨੂੰ ਜਸਟੀਫਾਈ ਕਰਨ ਦਾ ਤੇ ਜਿਹੜੇ ਕੌਮ ਵਿਕਟਮ ਇਹਨੂੰ ਗਿਲਟੀ ਬਣਾਉਣ ਦਾ, ਉਹ ਰਾਹ ਫੇਲ ਹੋਇਆ। ਸਿੱਖਾਂ ਨੇ ਇੰਟੈਲੈਕਚੁਅਲੀ ਇਸ ਗੱਲ ਤੇ ਜਿੱਤ ਪ੍ਰਾਪਤ ਕੀਤੀ ਹੈ। ਨਹੀਂ ਤਾਂ ਬੈਠ ਜੇ ਸਾਡੇ ਨਾਲ ਕੋਈ ਬੰਦਾ ਇਹਨਾਂ ਦਾ।
ਜੇ ਇਹ ਠੀਕ ਨੇ ਅਸੀਂ ਗਲਤ ਹਾਂ ਤਾਂ ਸਾਨੂੰ ਬੈਠ ਕੇ ਦੱਸ ਦੇ ਵੀ ਤੁਸੀਂ ਗਲਤ ਜੋ। ਸੋ ਇਹ ਮੇਰੇ ਖਿਆਲ ਦੇ ਨਾਲ ਜਿਹੜੀ ਮੈਜੋਰਿਟੀ ਮਾਸਸ ਹੈ ਨਾ, ਇਹਨਾਂ ਨੂੰ ਬਦਲਣ ਦੀ ਲੋੜ ਨਹੀਂ ਹੁੰਦੀ। ਸਾਨੂੰ ਉਹਨਾਂ ਲੋਕਾਂ ਨੂੰ ਬਦਲਣਾ ਜਿਹੜੇ ਕੁਝ ਕਰ ਸਕਦੇ ਨੇ ਸਮਾਜ ਦੇ ਵਿੱਚ। ਮਾਸਸ ਬਹੁਤ ਛੇਤੀ ਅਡਾਪਟ ਕਰ ਜਾਂਦੇ ਨੇ ਕਿਉਂਕਿ ਪਾਵਰ ਆਉਂਦੀ ਹੈ ਨਾ। ਪਾਵਰ ਜਦੋਂ ਸ਼ਿਫਟ ਹੁੰਦੀ ਹੈ ਇਹ ਲੋਕ ਸ਼ਿਫਟ ਹੋ ਜਾਂਦੇ ਨੇ। ਤੇ ਉਹਨਾਂ ਲੋਕਾਂ ਨੂੰ ਬਦਲਣ ਦੀ ਲੋੜ ਹੈ ਤਾਂ ਉਹਦੇ ਵਿੱਚੋਂ ਜੇ ਪਹਿਲ ਅਸੀਂ ਇਸ ਜਥੇਬੰਦੀ ਜਿਹੜੀ ਦੋ ਫਾੜ ਹੋਈ ਬਈ ਦਿਖਦੀ ਹੈ, ਇੱਕ ਦਾਅਵਾ ਕਰਦਾ ਵੀ ਅਸੀਂ ਆ ਜੀ ਵਾਰਸ, ਦੂਜਾ ਦਾਅਵਾ ਕਰਦਾ ਜੀ ਵੀ ਅਸੀਂ ਆ, ਵੀ ਇਹਨੂੰ ਜੋੜ ਕੇ ਨਹੀਂ ਹੋ ਸਕਦਾ ਬਾਈ ਕਿਸੇ ਤਰ੍ਹਾਂ ਦੇ ਨਾਲ? ਕੋਸ਼ਿਸ਼ ਜ਼ਰੂਰ ਕਰਾਂਗੇ ਅਸੀਂ, ਠੀਕ। ਬੈਠਣ ਤੋਂ ਕਿਤੇ ਨਹੀਂ ਭੱਜੇ, ਨਾ ਭੱਜਾਂਗੇ। ਪਰ ਗੱਲ ਇਹ ਆ ਵੀ ਸਿਧਾਂਤ ਪ੍ਰਮੁੱਖ ਹੋਊਗਾ। ਪਹਿਲਾਂ ਤੇ ਸਾਡੇ ਖਿਲਾਫ ਜਿਹੜੀਆਂ ਲਗਾਤਾਰ ਬਾਈ ਇੱਕ ਧਿਰ ਤੁਹਾਡੇ ਉਹਨਾਂ ਦੇ ਵੱਲੋਂ, ਉਹ ਤਾਂ ਮਤਲਬ ਕਿ ਜਿਹੜੇ ਦੂਜੇ ਵਿਰੋਧੀ ਅਸਲ ਦੁਸ਼ਮਣ ਹੈ ਉਹ ਤਾਂ ਚਾਹੁੰਦੇ ਆ ਵੀ ਇਹ ਦੋ ਬੰਦੇ ਲੜਨ ਨੇ, ਦੋ ਜਥੇਬੰਦੀ ਦੇ ਦੋ ਧੜੇ ਜਿਹੜੇ ਬਣੇ ਹੋਏ ਆ। ਇੱਕ ਪਾਸਿਓਂ ਵੀਡੀਓ ਆ ਜਾਂਦੀ ਹੈ ਤੇ ਦੂਜੇ ਪਾਸਿਓਂ ਫੇਰ ਆ ਜਾਂਦੀ ਹੈ ਜੀ। ਬੰਦ ਕੀਤਾ ਹੋਇਆ ਕੰਮ ਬਹੁਤ ਸਮੇਂ ਦਾ ਤੁਸੀਂ ਵੇਖ ਲਓ, ਪਿਛਲੇ 4-5 ਮਹੀਨੇ ਤੋਂ ਜਥੇਬੰਦੀ 'ਚ ਸਖਤ ਹਦਾਇਤ ਹੈ ਵੀ ਕਿਸੇ ਬੰਦੇ ਨੇ ਕਿਸੇ ਨਾਲ ਨਹੀਂ ਉਲਝਣਾ। ਉਹਦਾ ਕਾਰਨ ਕੀ ਹੈ? ਸਾਡੇ ਤੇ ਅਜੇ ਵੀ ਅਟੈਕ ਹੋ ਰਹੇ ਨੇ, ਕੋਈ ਕੁਛ ਕਹੀ ਜਾ ਰਿਹਾ, ਕੋਈ ਕੁਛ ਕਹੀ ਜਾ ਰਿਹਾ। ਸਾਡਾ ਕਾਰਨ ਹੈ ਜੀ, ਦੇਖੋ ਉਹਨਾਂ ਦੀ ਇਨਸਿਕਿਉਰਿਟੀ ਹੋ ਸਕਦੀ ਹੈ। ਕਾਰਨ ਕੀ ਹੋਣਾ ਹੈ? ਕਾਰਨ ਤੇ ਤਾਂ ਆ ਵੀ ਜੇ ਕੋਈ ਜਥੇਬੰਦੀ ਤੁਸੀਂ ਬੰਦ ਕੀਤਾ ਵੀ ਰਿਪਲਾਈ ਨਹੀਂ ਕਰਨਾ, ਤੁਸੀਂ ਕਾਰਨ ਕੀ ਮੰਨਦੇ ਹੋ ਵੀ ਕੀ ਮੰਨ ਕੇ ਦਿੱਤਾ ਵੀ ਆਪਾਂ ਚੁੱਪ ਰਹੀਏ? ਮੈਂ ਕਿਹਾ ਵੀ ਚੁੱਪ ਚੰਗੀ ਹੁੰਦੀ ਹੈ ਜਦੋਂ ਆਪਸ ਆਪਣੇ ਬੰਦਿਆਂ ਨਾਲ ਉਲਝਣਾ ਪੈ ਜੇ। ਕਿਤੇ ਜੇ ਉੱਥੇ ਟਾਲਾ ਵਟਿਆ ਜਾ ਟਾਲਾ ਵੱਟ ਲੈਣਾ ਚਾਹੀਦਾ। ਮਤਲਬ ਬੈਠਣ ਤੋਂ ਨਹੀਂ ਅਸੀਂ ਭੱਜਦੇ, ਪਰ ਮੈਂ ਚਾਹੁੰਦਾ ਵਾਂ ਵੀ ਇਹਨਾਂ ਚੀਜ਼ਾਂ ਦਾ ਖਲਾਰਾ ਸੰਗਤ 'ਚ ਪਾਉਣ ਤੋਂ ਬਗੈਰ ਜੇ ਕੋਈ ਗੱਲ ਕਿਤੇ ਟਿਕਦੀ ਹੈ ਉਹ ਤਾਂ ਕੀਤੀ ਜਾ ਸਕਦੀ ਹੈ। ਪਰ ਜੇ ਹੁਣ ਉਹ ਸਾਡੇ ਤੇ ਕੋਈ ਅਟੈਕ ਕਰ ਰਿਹਾ ਤੇ ਅਸੀਂ ਮਗਰੋਂ ਉਹ ਕਰੀਏ ਤਾਂ ਫਿਰ ਕੰਮ ਕਿੱਦਾਂ ਕਰਨਾ? ਅਕਸਰ ਜੇ ਤੁਸੀਂ ਤੁਹਾਡਾ ਨਿਸ਼ਾਨਾ ਉਹ ਹੈ ਤੇ ਤੁਹਾਡੇ ਆਲੇ ਦੁਆਲੇ ਤੁਹਾਡੇ ਤੇ ਹਮਲੇ ਹੋ ਰਹੇ, ਜਾਣਾ ਤੁਸੀਂ ਉਧਰ ਨੂੰ ਹੈ ਨਾ। ਸੋ ਕੁਛ ਚੀਜ਼ਾਂ ਨੂੰ ਅਵੋਇਡ ਕਰਨਾ ਪੈਂਦਾ। ਸੋਵਰਨਟੀ ਦੀ ਤੁਸੀਂ ਗੱਲ ਕੀਤੀ ਸੀ, ਉਹ ਸ਼ਬਦਾਂ ਨੂੰ ਹੁਣ ਤੁਸੀਂ ਉਹ ਖਾਲਿਸਤਾਨ ਨੂੰ ਨਾਂ ਇਹਦਾ ਦੇ ਰਹੇ ਹੋ ਜਾਂ ਇਹ ਇੱਕ ਅਲੱਗ ਚੀਜ਼ ਹੈ? ਨਹੀਂ, ਖਾਲਿਸਤਾਨ ਨੂੰ ਕਿਉਂ ਆਪਾਂ ਤੈਬੂ ਬਣਾਉਂਦੇ ਆ? ਖਾਲਿਸਤਾਨ ਖਾਲਸਾ ਰਾਜ ਹੀ ਹੈ ਨਾ, ਬੇਗਮਪੁਰਾ ਹੀ ਹੈ ਨਾ, ਜਿੱਥੇ ਰਾਜ ਹੋਵੇ ਖਾਲਸੇ ਦਾ, ਜਿੱਥੇ ਕੋਈ ਗਰੀਬ ਦੁਖੀ ਨਾ ਹੋਵੇ ਹੈ, ਜਿੱਥੇ ਧੀਆਂ ਭੈਣਾਂ ਦੀ ਇੱਜ਼ਤ ਪੱਤ ਸੁਰੱਖਿਅਤ ਹੋਵੇ। ਤੇ ਉਹ ਇੱਕ ਨਾਂ ਨੂੰ ਕ੍ਰਿਮੀਨਲਾਈਜ਼ ਕਰ ਦੇਣਾ ਬਸ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਨੀਆ ਮੰਨਦੀ ਹੈ ਵੀ ਸਭ ਤੋਂ ਚੰਗਾ ਰਾਜ ਸੀ। ਸਿੱਖਾਂ ਨੂੰ ਸਿੱਖਾਂ ਦੀਆਂ ਲੰਗਰ ਲਾਉਣ ਤੋਂ ਬਹੁਤ ਤਾਰੀਫਾਂ ਹੁੰਦੀਆਂ ਨੇ, ਤੇ ਜਦੋਂ ਸਾਡੀ ਤਾਰੀਫ ਕਰਨ ਵਾਲੇ ਸਾਰੇ ਲੋਕ ਅੱਗੇ ਨੇ, ਸਾਨੂੰ ਰਾਜ ਕਿਉਂ ਨਹੀਂ ਕਰਨ ਦੀ ਹਮਾਇਤ ਚਾਹੁੰਦੇ? ਪਰ ਬਾਈ ਇੱਕ ਗੱਲ ਇਹ ਵੀ ਤਾਂ ਕਹਿੰਦੇ ਆ ਨਾ, ਲੋਕ ਇਹ ਕਹਿ ਰਹੇ ਆ, ਉਹ ਕਹਿੰਦੇ ਚਲੋ ਖਾਲਿਸਤਾਨ ਤੁਸੀਂ ਕਹਿੰਦੇ ਹੋ ਵੀ ਇਹਦੇ ਵਿੱਚ ਧੀਆਂ ਭੈਣਾਂ ਦੀ ਇੱਜ਼ਤਾਂ ਸੁਰੱਖਿਅਤ ਰਹਿਣਗੀਆਂ, ਪੰਜਾਬ ਦੇ ਮੁੱਦਿਆਂ ਦੀ ਗੱਲ ਹੋਊਗੀ, ਵੀ ਜਿਹੜਾ ਹੁਣ ਲੋਕਾਂ ਕੋਲ ਰਾਜ ਆ ਉਹਨਾਂ ਦੇ ਸਿਰ ਪੱਗਾਂ, ਉਹਨਾਂ ਦੇ ਸਿਰ ਦੇ ਉੱਤੇ, ਔਰ ਸ੍ਰੀ ਸਾਹਿਬ ਵੀ ਅੰਮ੍ਰਿਤ ਵੀ ਛਕੇ ਹੋਏ ਉਹਨਾਂ ਵਿੱਚੋਂ ਹੀ, ਤੇ ਉਹ ਲੋਕ ਤਾਂ ਕਰ ਨਹੀਂ ਸਕੇ, ਉਹਨਾਂ ਦੇ ਅੰਦਰ ਬੇਈਮਾਨੀ। ਕੀ ਖਾਲਸਾ ਰਾਜ ਆਉਣ ਦੇ ਨਾਲ ਖੂਨ ਵੀ ਬਦਲ ਜਾਣੇ ਜੀ? ਦੇਖੋ ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦਿੰਦਾ ਹੈ। ਅੰਗਰੇਜ਼ਾਂ ਦੇ ਮੌਕੇ ਦੇ ਉੱਤੇ ਇੱਥੇ ਕਿਹੜੇ ਲੀਡਰਸ ਪੋਲੀਟੀਸ਼ੀਅਨ ਸੀ ਜਿਹੜੇ ਪੋਲੀਟਿਕਸ 'ਚ ਨਹੀਂ ਸੀ ਹੈਗੇ? ਹਿੰਦੁਸਤਾਨ ਦੇ ਵਸਿੰਦੇ ਪੋਲੀਟਿਕਸ 'ਚ ਇਨਵੋਲਵ ਸੀ, ਫਿਰ ਆਜ਼ਾਦੀ ਕਿਉਂ ਲਈ? ਪ੍ਰੋਬਲਮ ਇਹ ਨਹੀਂ ਹੁੰਦੀ। ਅੱਜ ਸਿੱਖ ਜਿਹੜਾ ਵਾ ਉਹਨੂੰ ਸਟਰਕਚਰ 'ਚ ਐਡਜਸਟ ਹੋਣਾ ਪੈਂਦਾ। ਉਹ ਲਾਅ ਮੇਕਰ ਨਹੀਂ ਹੈਗਾ। ਸਿਸਟਮ ਨੂੰ ਡਿਫਾਈਨ ਕਰਨਾ ਸਕ੍ਰੈਚ ਤੋਂ, ਤੇ ਸਿਧਾਂਤਾਂ ਦੇ ਹਿਸਾਬ ਨਾਲ ਸਿਸਟਮ ਘੜਨਾ, ਨਾ ਕਿ ਕਿਸੇ ਮਿਨੋਰਿਟੀ ਦਾ ਤੇ ਮੈਜੋਰਿਟੀ ਦਾ ਪੱਖ ਵੇਖ ਕੇ। ਤੇ ਹੁਣ ਕਿੱਥੇ ਕਿੱਥੇ ਜਾਣਾ ਪਊਗਾ, ਕੀ ਕਰਨਾ ਪਊਗਾ ਜੀ ਆਪਾਂ ਨੂੰ? ਇਹ ਲੜਾਈ ਲੰਬੀ ਹੈ, ਔਰ ਲੰਬੀ ਲੜਾਈ ਦੇ ਲਈ ਕਿਹਨੇ ਤਜਰਬੇਕਾਰ, ਇਹਦੇ ਵਿੱਚ ਰਾਜਨੀਤਿਕ ਲੋਕ ਵੀ ਹੋਣਗੇ, ਫਿਰ ਕਿੱਥੇ ਕਿੱਥੇ ਅਪਰੋਚ ਕਰਨੀ ਪਵੇਗੀ? ਦੇਖੋ ਸਾਡੀ ਲੜਾਈ ਜਿਹੜੀ ਹੈ ਪਹਿਲਾਂ ਤੇ ਆ ਵੀ ਨੌਜਵਾਨਾਂ ਨੂੰ ਇਕੱਠਿਆਂ ਕਰਨਾ, ਨਸ਼ੇ ਛਡਾਉਣੇ, ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨਾ, ਕਿਉਂਕਿ ਜਿਹੜੀ ਵੀ ਲੜਾਈ ਲੜਨੀ ਹੈ ਉਹਦੇ ਲਈ ਇਹ ਜ਼ਰੂਰੀ ਹੈ। ਸਾਡੇ ਨੌਜਵਾਨ ਨਸ਼ਿਆਂ 'ਚ ਗਲੀਤ ਨੇ। ਜਿਹੜੇ ਤਰੀਕੇ ਨਾਲ ਉਹਨਾਂ ਨੂੰ ਦੇਖਿਆ ਜਾ ਰਿਹਾ ਇੱਕ ਕਲਪਰੇਟ ਦੀ ਤਰ੍ਹਾਂ, ਉਹ ਵੀ ਗਲਤ ਹੈ। ਉਹਨਾਂ ਨੂੰ ਇੱਕ ਵਿਕਟਮ ਦੇ ਤੌਰ ਤੇ ਵੇਖ ਕੇ ਉਹਨਾਂ ਨੂੰ ਇੱਕ ਰਾਹ ਦਿਖਾਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਪਤਿਤ ਪੁਣੇ ਦੀ ਲਹਿਰ ਦੇ ਖਿਲਾਫ ਜਿਹੜਾ ਵਾ ਆਪਣਾ ਅੰਮ੍ਰਿਤ ਛਕਾਉਣ ਦੀ ਜਿਹੜੀ ਲਹਿਰ ਉੱਠਣੀ ਚਾਹੀਦੀ ਹੈ ਨਾ। ਸੋ ਇਹ ਜਿਹੜੇ ਕੰਮ ਨੇ ਇਹਨਾਂ ਦੇ ਨਾਲ ਫਿਰ ਕਿਉਂਕਿ ਦੇਖੋ ਪੋਲੀਟੀਕਲ ਢਾਂਚਾ ਖੜਾ ਕਰਨਾ ਹੈ ਜੇ ਤੁਸੀਂ, ਇਹ ਵੀ ਜ਼ਰੂਰੀ ਹੈ ਵੀ ਤੁਸੀਂ ਆਪਣੇ ਆਪ ਨੂੰ ਜਿਹੜਾ ਵਾ ਉਹ ਗੁਰੂ ਸਾਹਿਬ ਦੇ ਵੱਲ ਲੈ ਕੇ ਜਾਓ, ਸਾਰੇ ਇਕੱਠੇ ਹੋ ਕੇ। ਸੋ ਸਾਡਾ ਤਾਂ ਮਕਸਦ ਇਹ ਹੈ ਵੀ ਜਿਹੜੀ ਸ਼ੁਰੂਆਤ ਹੈ ਉਹ ਬਦਲਾਅ ਤੋਂ ਸ਼ੁਰੂ ਹੋਵੇ, ਆਪਣਾ ਵੀ ਬਦਲਾਅ ਤੇ ਸਮਾਜ ਦਾ ਵੀ ਬਦਲਾਅ। ਜਦੋਂ ਇਹ ਸਾਰਾ ਕੁਝ ਵਾਪਰਦਾ ਹੈ, ਫਿਰ ਦੇਖੋ ਅੱਜ ਅਸੀਂ 4 ਜਣੇ ਇਕੱਠੇ ਹਾਂ, ਕੱਲ੍ਹ ਨੂੰ 100 ਜਣੇ ਇਕੱਠੇ ਹੋਣਗੇ, ਇੱਕ ਵਧੀਆ ਆਈਡੀਆ ਜਨਰੇਟ ਹੁੰਦਾ ਹੈ। ਦੁਨੀਆ ਦੇ ਉੱਤੇ ਹਰ ਪ੍ਰੋਬਲਮ ਦਾ ਸੋਲਿਊਸ਼ਨ ਹੈਗਾ, ਕਦੇ ਨਾ ਕਦੇ ਦੇਰ ਸਵੇਰ ਆਉਂਦਾ ਹੈ ਸੋਲਿਊਸ਼ਨ। ਆਉਂਦਾ ਕਿਉਂ ਨਹੀਂ ਹੈ? ਕਿਉਂਕਿ ਕੌਮਾਂ ਉਲਝ ਕੇ ਰਹਿ ਜਾਂਦੀਆਂ। ਸੋ ਅਸੀਂ ਉਲਝਣ 'ਚੋਂ ਬਾਹਰ ਆਉਣਾ ਚਾਹੁੰਦੇ ਪਹਿਲਾਂ। ਹੁਣ ਤੁਸੀਂ ਸਿੱਧੇ ਆ ਗਏ ਹੋ ਤਾਂ ਤੁਹਾਨੂੰ ਸਿੱਧਾ ਆਉਣ ਦੇ ਦਿੱਤਾ, ਕਿਉਂਕਿ ਪਹਿਲਾਂ ਗੱਲਾਂ ਇਹ ਆ ਰਹੀਆਂ ਸੀਗੀਆਂ ਬਈ ਅੰਮ੍ਰਿਤਪਾਲ ਤੇ ਪੰਜਾਬ ਦੇ ਵਿੱਚ ਐਂਟਰੀ ਨਹੀਂ ਕਰ ਸਕਦਾ, ਉਹਦੀ ਤਾਂ ਇੰਨੀਆਂ ਸ਼ਿਕਾਇਤਾਂ ਹੋ ਗਈਆਂ ਜੀ, ਜਾਂ ਹੁਣ ਤਾਂ ਆਉਂਦੇ ਨੂੰ ਜੇਲ੍ਹ ਡੱਕ ਦੇਣਗੇ, ਜਾਂ ਇਸ ਤਰ੍ਹਾਂ ਦੀਆਂ ਬਹੁਤ ਗੱਲਾਂ ਸਾਹਮਣੇ ਆਈਆਂ ਗਈਆਂ ਬਾਈ। ਨਹੀਂ ਦੇਖੋ, ਜਿਹੜੀ ਉਹਨਾਂ ਦੀ ਰੂਟੀਨ ਇਨਕੁਆਇਰੀ ਪੁੱਛਗਿੱਛ ਹੈ ਉਹ ਤਾਂ ਉਹਨਾਂ ਨੇ ਕੀਤੀ ਹੈ, ਸਿੱਧਾ ਤਾਂ ਨਹੀਂ ਨਿਕਲ ਦਿੱਤਾ। ਜਿੱਦਾਂ ਬਾਕੀ ਜਹਾਜ਼ ਦੇ ਵਿੱਚ 300 ਬੰਦਾ ਸੀ, ਉਹ ਸਿੱਧੇ ਪਾਸਪੋਰਟ ਲੈ ਕੇ ਆਪਣੀ ਇਮੀਗ੍ਰੇਸ਼ਨ ਕਰਾ ਗਏ। ਮੈਨੂੰ 2.5-3 ਘੰਟੇ ਲੱਗੇ। ਉਹਨਾਂ ਨੇ ਜਿਹੜੇ ਸਵਾਲ ਜਵਾਬ ਕੀਤੇ ਸੀ ਆਪਾਂ ਉਹਦੇ ਜਵਾਬ ਦੇ ਦਿੱਤੇ।
ਸੋ ਇਹ ਆ ਵੀ ਉਹਨਾਂ ਦਾ ਆਪਣਾ ਕੰਮ ਹੈ, ਸਾਡਾ ਆਪਣਾ ਕੰਮ ਹੈ। ਉਹਨਾਂ ਨੇ ਕਰਦੇ ਰਹਿਣਾ। ਉਹ ਇੱਕ ਸਟੇਟ ਦੇ ਮਤਲਬ ਜਿਹੜੀ ਸਟੇਟ ਚੱਲ ਰਹੀ ਆ ਉਹਦੇ ਸਟਰਕਚਰ ਦੇ ਵਿੱਚ ਉਹ ਫਿੱਟ ਨੇ ਬੰਦੇ, ਉਹ ਆਪਣਾ ਕੰਮ ਕਰ ਰਹੇ ਨੇ। ਅਸੀਂ ਜਿਹੜਾ ਰੈਜ਼ਿਸਟੈਂਸ ਦਾ ਪਾਰਟ ਆ ਜਿਹੜੇ ਲੋਕ, ਅਸੀਂ ਆਪਣਾ ਕੰਮ, ਸਾਨੂੰ ਇਹ ਪਤਾ ਗੁਲਾਮੀ ਇਹੋ ਹੀ ਆ ਨਾ, ਅਸਲ 'ਚ ਗੁਲਾਮੀ ਇਹ ਆ ਵੀ ਤੁਹਾਨੂੰ ਇੱਕ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਕਿਉਂਕਿ ਤੁਸੀਂ ਆਪਣੀ ਕੌਮ ਦੀ ਸੋਵਰਨਟੀ ਦੀ ਗੱਲ ਕਰਦੇ ਜੋ। ਹੁਣ ਇੱਥੇ ਬਾਕੀ ਤੁਹਾਨੂੰ ਵੀ ਪਤਾ ਹੈ ਵੀ ਸੇਫ ਕੌਣ ਹੈ ਇੱਥੇ। ਇੱਥੇ ਜੇ ਹਕੂਮਤਾਂ ਸਿੱਧਾ ਨਹੀਂ ਕੁਛ ਕਰਾਉਂਦੀਆਂ ਤੇ ਕਿਹੜੇ ਤਰੀਕੇ ਨਾਲ ਕਰਾ ਸਕਦੀਆਂ ਨੇ। ਜਿਹੜਾ ਇਹ ਕਹਿਣਾ ਵੀ ਮੈਂ ਤੇ ਇਹ ਸੋਚ ਕੇ ਵੜਿਆ ਸੀ ਵੀ ਜੋ ਹੋਊਗਾ ਹੋ ਜਾਊਗਾ। ਹੁਣ ਵੀ ਮੈਨੂੰ ਇਹ ਨਹੀਂ ਨਾ ਪਤਾ ਵੀ ਮੈਨੂੰ ਸਿੱਧਾ ਲੰਘਣ ਦੇਣਾ ਕਿ ਨਹੀਂ ਲੰਘਣ ਦੇਣਾ। ਸੋ ਅੰਮ੍ਰਿਤਧਾਰੀ ਹੋ ਗਏ ਹੋ ਤੁਸੀਂ? ਨਹੀਂ, ਅਜੇ ਮਹਾਰਾਜ ਦੀ ਬਖਸ਼ਿਸ਼ ਹੋਊਗੀ, ਇਸ ਤਿਆਰੀ 'ਚ ਆ। ਗੁਰੂ ਸਾਹਿਬ ਜਦੋਂ ਬੁਲਾਵਾ ਦੇਣਗੇ ਉਦੋਂ ਛੇਤੀ ਹੋਊਗਾ। ਇੱਥੇ ਹੁਣ ਜਲਦੀ ਹੈਗਾ ਜੀ ਵੈਸੇ ਪਲਾਨ ਵੀ ਚੱਕਣ? ਗੁਰੂ ਸਾਹਿਬ ਕਿਰਪਾ ਕਰਨ ਜੀ। ਤੇ ਬਈ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਇਹ ਵੀ ਸਵਾਲ ਕਰਦੇ ਨੇ ਵੀ ਇਸ ਜਥੇਬੰਦੀ ਦੇ ਵਿੱਚ ਬੰਦੇ ਹੈਗੇ ਨੇ ਉਹ ਪਤਿਤ ਹੈ, ਪਰ ਗੱਲ ਜਿਹੜੀ ਹੈਗੀ ਆ ਗੱਲ ਦੀਪ ਸਿੱਧੂ ਬਾਈ ਤੇ ਵੀ ਕਰਦੇ ਰਹੇ ਆ ਵੀ ਦੀਪ ਸਿੱਧੂ ਇੱਕ ਪਤਿਤ ਸੀਗਾ ਸਿੱਖ ਧਰਮ ਦੀ, ਕਿ ਇੱਕ ਪਤਿਤ ਬੰਦਾ ਸਿੱਖੀ ਦੀ ਗੱਲ ਨਹੀਂ ਕਰ ਸਕਦਾ? ਨਹੀਂ ਕਰ ਸਕਦਾ, ਕਿਉਂ ਨਹੀਂ ਕਰ ਸਕਦਾ? ਦੇਖੋ, ਪਤਿਤ ਹੋਣਾ ਇੱਕ ਨਿੱਜੀ ਕਮੀ ਹੈ। ਬੰਦਾ ਵਿਕਾਰਾਂ, 5 ਵਿਕਾਰ ਨੇ ਬਾਣੀ ਨੇ ਦਰਸਾਏ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਬੰਦਾ ਇਹਨਾਂ 'ਚ ਫਸਿਆ ਹੋ ਸਕਦਾ, ਗਰਸਿਆ ਹੋ ਸਕਦਾ, ਪਰ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਬੰਦਾ ਜਸਟੀਫਾਈ ਕਰਦਾ। ਜੇ ਪਤਿਤ ਬੰਦਾ ਇਹ ਕਵੇ ਵੀ ਮੇਰਾ ਪਤਿਤ ਹੋਣਾ ਠੀਕ ਹੈ, ਫਿਰ ਗਲਤ ਹੈ। ਜੇ ਉਹ ਕਵੇ ਵੀ ਮੈਂ ਗਲਤ ਹਾਂ, ਪਰ ਉਹਦੇ ਕੋਲ ਰਾਈਟ ਹੈ ਵੀ ਉਹ ਆਪਣੇ ਕੌਮ ਦੀ ਗੱਲ ਕਰੇ, ਕੌਮ ਦੀ ਸੋਵਰਨਟੀ। ਪਤਿਤ ਬੰਦੇ ਦੀਆਂ ਧੀਆਂ ਭੈਣਾਂ ਦੀ ਬੇਪਤੀ ਹੋਵੇ, ਇਹ ਕਿੱਥੇ ਲਿਖਿਆ? ਉਹ ਆਪਣੀ ਕੌਮ ਦੀ ਫਿਕਰ ਨਾ ਕਰੇ, ਇਹ ਕਿੱਥੇ ਲਿਖਿਆ? ਸੋ ਅਸੀਂ ਇਹ ਨਹੀਂ ਕਹਿੰਦੇ ਵੀ ਪਤਿਤ ਬੰਦਿਆਂ ਨੂੰ ਤੁਸੀਂ ਉਹਨਾਂ ਨੂੰ ਮਤਲਬ ਡਿਸਕ੍ਰਿਮੀਨੇਟ ਕਰੋ, ਉਹਨਾਂ ਦੇ ਨਾਲ ਵਿਤਕਰਾ ਕਰੋ। ਅਸੀਂ ਇਹ ਕਹਿੰਦੇ ਹਾਂ ਵੀ ਉਹਨਾਂ ਨੂੰ ਖੁੱਲ੍ਹ ਦਿਲੀ ਨਾਲ ਸੱਦਾ ਦਿਓ ਵੀ ਗੁਰੂ ਸਾਹਿਬ ਦਾ ਇਹ ਵੀ ਹੁਕਮ ਹੈ, ਇਹਨੂੰ ਮੰਨਣਾ ਚਾਹੀਦਾ। ਅਸੀਂ ਵੀ ਇਸੇ ਰਾਹ 'ਚੋਂ ਨਿਕਲ ਕੇ ਆਏ ਹਾਂ। ਸੋ ਇਹ ਜਿਹੜਾ ਇੱਕ ਰਵੱਈਆ ਹੈ ਵੀ ਉਹਨਾਂ ਲੋਕਾਂ ਨੂੰ ਨਫ਼ਰਤ ਕਰਨੀ ਅਤੇ ਉਹਨਾਂ ਨੂੰ ਬੋਲਣ ਦਾ ਅਧਿਕਾਰ ਨਾ ਦੇਣਾ, ਇਹ ਬਹੁਤ ਗਲਤ ਹੈ। ਜਿਹੜੀ ਜਥੇਬੰਦੀ ਦੀ ਗੱਲ ਕਹਿੰਦੇ ਆ ਲੋਕ ਵੀ ਇਸ ਜਥੇਬੰਦੀ ਨੂੰ ਤਾਂ ਜੀ ਦੀਪ ਸਿੱਧੂ ਵੀ ਪੈਰਾਂ ਸਿਰ ਖੜਾ ਨਹੀਂ ਕਰ ਪਾਇਆ, ਤੇ ਅੱਜ ਉਹ ਜਥੇਬੰਦੀ ਦੀਪ ਬਾਈ ਤੋਂ ਬਾਅਦ 2 ਧੜਿਆਂ 'ਚ ਹੋ ਗਈ, ਉਹਦਾ ਨਾਮ ਫਿਰ ਤੁਸੀਂ ਉਹਨੂੰ ਹੀ ਅੱਗੇ ਕਿਉਂ ਤੋਰਿਆ? ਨਵੀਂ ਵੀ ਬਣਾ ਸਕਦੇ ਸੀਗੇ ਬਾਈ। ਨਹੀਂ ਦੇਖੋ, ਇਹ ਤੇ ਉਹੀ ਸਵਾਲ ਹੋ ਗਿਆ ਵੀ ਜਦੋਂ ਆਪਾਂ ਸੰਘਰਸ਼ ਕਰਦੇ ਹਾਂ ਕੋਈ, ਉਹ ਇੱਕ ਨਾਂ ਦੇ ਹੇਠ ਵੀ ਸੰਘਰਸ਼ ਹੁੰਦਾ ਹੈ। ਇੱਕ ਇੰਡੀਵਿਜੂਅਲ ਬੰਦਾ ਜਦੋਂ ਮੌਜੂਦ ਹੁੰਦਾ ਹੈ, ਹੋ ਸਕਦਾ ਵੀ ਉਹ ਜਥੇਬੰਦੀ ਤੋਂ ਵੱਡਾ ਵੀ ਹੁੰਦਾ ਹੈ, ਪਰ ਮਗਰੋਂ ਤੇ ਉਹਨੂੰ ਕਿਸੇ ਤਰੀਕੇ ਨਾਲ ਕਨਫਾਈਨਡ ਕਰਨਾ ਪੈਂਦਾ ਜਥੇਬੰਦੀ ਦੇ ਰੂਪ 'ਚ। ਤੇ ਜਦੋਂ ਨਾ ਰਿਪਰੈਜ਼ੈਂਟ ਦੀਪ ਸਿੱਧੂ ਬਾਈ ਨੂੰ ਕਰਦਾ, ਵਾਰਸ ਕੌਣ ਆ ਪੰਜਾਬ ਦਾ? ਉਹੀ ਵਾਰਸ ਆ ਜਿਹੜਾ ਪੰਜਾਬ ਦੀ ਗੱਲ ਕਰੂਗਾ। ਸੋ ਅਸੀਂ ਇਸ ਨਾਂ ਨੂੰ ਕਿਸੇ ਬੈਨੀਫੀਸ਼ੀਅਲ ਤਰੀਕੇ ਨਾਲ ਨਹੀਂ ਵਰਤਿਆ। ਸਰਕਾਰਾਂ ਦੀ ਅੱਖ ਵੀ ਹੈ ਨਾ ਸਾਡੇ ਤੇ। ਅਸੀਂ ਕੋਈ ਸੋਸ਼ਲ ਵੈਲਫੇਅਰ ਜਥੇਬੰਦੀ ਬਣਾ ਕੇ ਤੇ ਹੋਰ ਵੀ ਕੁਝ ਕਰਨ ਲੱਗ ਪੈ ਸਕਦੇ, ਜਿਹਦੇ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈਗਾ, ਕਰਦੀਆਂ ਜਥੇਬੰਦੀਆਂ। ਪਰ ਅਸੀਂ ਉਹੀ ਨਾਂ ਤਾਂ ਵਰਤਿਆ ਵੀ ਰੈਜ਼ਿਸਟੈਂਸ ਜਦੋਂ ਚੱਲ ਰਹੀ ਹੁੰਦੀ ਹੈ ਨਾ, ਉਹਨੂੰ ਜਿੱਦਾਂ ਕਈ ਬੰਦੇ ਕਹਿੰਦੇ ਖਾਲਿਸਤਾਨ ਨਾ ਕਹੋ ਤੁਸੀਂ, ਅਸੀਂ ਕਹਿੰਦੇ ਵੀ ਇੰਨੀਆਂ ਸ਼ਹੀਦੀਆਂ ਇਸ ਨਾਂ 'ਤੇ ਹੋਈਆਂ, ਕਿਉਂ ਨਾ ਕਹੀਏ? ਜੇ ਕਿਸੇ ਨੂੰ ਪ੍ਰੋਬਲਮ ਹੈ ਉਹ ਆਪਣੀ ਪ੍ਰੋਬਲਮ ਠੀਕ ਕਰੇ, ਨਾ ਕਿ ਸਾਨੂੰ ਦੱਸੇ ਵੀ ਇਹ ਸ਼ਬਦ ਨੂੰ ਬਦਲ ਕੇ ਹੋਰ ਕੁਝ ਰੱਖਿਆ ਜਾਵੇ। ਟੈਬੂ ਬ੍ਰੇਕ ਕਰਨ ਦਾ ਇੱਕ ਤਰੀਕਾ ਇਹ ਵੀ ਹੈ, ਜੇ ਕਿਸੇ ਸ਼ਬਦ ਦੇ ਉੱਤੇ ਜਾਂ ਕਿਸੇ ਵਿਚਾਰਧਾਰਾ ਦੇ ਟੈਬੂ ਬਣ ਜੇ, ਉਹ ਸਮਾਜ ਦੇ ਵਿੱਚ ਉਹਨੂੰ ਚੰਗਾ ਨਾ ਮੰਨਿਆ ਜਾਵੇ, ਉਹਨੂੰ ਤੁਸੀਂ ਜ਼ੋਰਦਾਰ ਤਰੀਕੇ ਨਾਲ ਸਾਹਮਣੇ ਲੈ ਕੇ ਆਓ। ਜੇ ਤੁਸੀਂ ਵੀ ਉਸ ਪ੍ਰਭਾਵ 'ਚ ਆ ਗਏ ਤਾਂ ਫਿਰ ਤੁਸੀਂ ਹਾਰ ਕਬੂਲ ਕਰ ਲਈ। ਤੇ ਇੱਕ ਪੋਸਟਾਂ ਉਦੋਂ ਇਹ ਵੀ ਵਾਇਰਲ ਹੋਈਆਂ ਜੀ ਵੀ ਜਦੋਂ ਦੀਪ ਸਿੱਧੂ ਦੀ ਮੌਤ ਤੋਂ 15 ਕੁ ਦਿਨ ਪਹਿਲਾਂ 29 ਜਨਵਰੀ ਨੂੰ ਜਾਂ 30 ਜਨਵਰੀ ਨੂੰ ਇੱਕ ਕਹਿੰਦੇ ਡੁਪਲੀਕੇਟ ਖਾਤੇ ਵਾਰਿਸ ਪੰਜਾਬ ਦੀ ਸੰਸਥਾ ਦੇ ਬਣਨੇ ਸ਼ੁਰੂ ਹੋ ਗਏ ਸੀ। ਉਹ ਕਿਹਨੇ ਬਣਵਾਏ ਸੀਗੇ ਜੀ, ਜਾਂ ਉਹ ਇੱਕ ਪੇਜ ਬਣਾਇਆ ਗਿਆ, ਖਾਤੇ ਅਕਾਊਂਟ ਬਣਾਏ ਗਏ, ਉਹ ਕੀ ਕਾਰਨ ਸੀਗਾ? ਕਹਿੰਦੇ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਵੀ ਦੀਪ ਸਿੱਧੂ ਨੇ ਚੜ੍ਹਾਈ ਕਰ ਜਾਣਾ ਜੀ। ਦੇਖੋ, ਕੌਨਸਪੀਰੇਸੀ ਨੂੰ ਕੋਈ ਨਹੀਂ ਬੰਦਾ ਨੱਥ ਪਾ ਸਕਦਾ। ਗੱਲ ਇਹ ਹੈ ਵੀ ਬਾਈ ਦੀਪ ਸਿੱਧੂ ਨੇ ਆਪਣੇ ਹੱਥੀਂ ਉਹ ਖਾਤੇ ਵੈਬਸਾਈਟਾਂ ਜਿਹੜੀਆਂ ਬਣਾਉਣ ਨੂੰ ਕਿਹਾ ਸੀ, ਜਿਹਨਾਂ ਕੋਲ ਕਿਹਾ ਸੀ, ਅੱਜ ਵੀ ਉਹਨਾਂ ਕੋਲ ਚੈਟਸ ਪਈਆਂ ਨੇ, ਬਾਈ ਦੇ ਮੈਸੇਜ ਪਏ ਹੋਏ ਨੇ, ਹੈ ਨਾ। ਹੁਣ ਫੋਨ ਖੋਲ੍ਹ ਕੇ ਰੱਖ ਦਾਂਗੇ ਤਾਂ ਕਿੱਦਾਂ ਮੁੱਕਰੂਗਾ ਇੱਕ ਬੰਦਾ? ਇੱਦਾਂ ਦਾ ਸਕਰੀਨਸ਼ਾਟ ਤੇ ਫੇਕ ਬਣਾਇਆ ਜਾ ਸਕਦਾ, ਫੋਨ ਦੇ ਵਿੱਚ ਪਈ ਚੈਟ ਤੇ ਨਹੀਂ ਫੇਕ ਕੀਤੀ ਜਾ ਸਕਦੀ ਨਾ, ਵਟਸਐਪ ਨੂੰ ਖੋਲ੍ਹਿਆ ਜਾਵੇ ਤੇ। ਸੋ ਉਹ ਬਾਈ ਨੇ ਤਾਂ ਕੀਤਾ ਸੀ ਵੀ ਕਾਫੀ ਨਾਂ ਦੇ ਬੰਦੇ ਪੇਜ ਬਣ ਗਏ। ਸਾਡਾ ਕਿਹੜਾ ਬਿਆਨ ਹੈ? ਕੋਈ ਸਾਡੇ ਨਾਂ 'ਤੇ ਕਿਹੜਾ ਬਿਆਨ ਦੇਈ ਜਾਂਦਾ? ਇਹਦੀ ਪ੍ਰੋਬਲਮ ਖੜੀ ਹੋ ਰਹੀ ਸੀ, ਤੁਹਾਨੂੰ ਵੀ ਪਤਾ ਹੋਣਾ, ਕਈ ਕੇਸਾਂ ਦੇ ਵਿੱਚ ਇਹ ਮਸਲਾ ਬਣਿਆ, ਤੇ ਬਾਈ ਨੇ ਸੋਚਿਆ ਵੀ ਇਹ ਗੱਲ ਕਲੀਅਰ ਕਰੋ, ਇਹ ਪੇਜ ਬਣਾਓ ਜਥੇਬੰਦੀ ਦਾ, ਇਹਨੂੰ ਆਪਾਂ ਪ੍ਰਮੋਟ ਕਰਾਂਗੇ, ਇਹਦੇ ਤੋਂ ਹੀ ਬਿਆਨ ਦੇਵਾਂਗੇ, ਨਾ ਮੈਂ ਆਪਣੀ ਆਈਡੀ ਤੋਂ ਦੇਵਾਂਗਾ ਤੇ ਨਾ ਕੋਈ ਹੋਰ। ਤੇ ਬਹੁਤ ਲੋਕ ਤਾਂ ਬਾਈ ਹੁਣ ਇਹ ਵੀ ਗੱਲ ਕਹਿੰਦੇ ਆ ਵੀ ਜਿਵੇਂ ਤੁਸੀਂ ਗੱਲ ਕਹੀ ਆ ਵੀ ਦੇਖੋ ਜੀ, ਸਿਧਾਂਤ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋ ਸਕਦਾ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਮੇਰੀ ਤੇ ਪੀਰੀ ਦੇ ਨਾਲ ਵੀ ਉਹਨਾਂ ਨੇ ਗੱਲ ਕੀਤੀ, ਮੇਰੀ ਦੀ ਵੀ ਗੱਲ ਕੀਤੀ। ਜੇ ਆਪਾਂ ਸਿੱਧੇ ਹੀ ਕੋਰੇ ਹੋ ਗਏ ਬਾਈ, ਮਾੜੀ ਮੋਟੀ ਵੀ ਰਾਜਨੀਤੀ ਨਹੀਂ ਰਹੀ ਜਾਂ ਉਹ ਚੀਜ਼ਾਂ ਨੂੰ ਦੂਜਿਆਂ ਨੂੰ ਜੋੜਨ ਦੇ ਲਈ ਜੇ ਤੁਸੀਂ ਕੋਰੇ ਹੋ ਗਏ, ਬਾਕੀ ਟੁੱਟਦੇ ਰਹੇ, ਫਿਰ ਇਹ ਨੁਕਸਾਨ ਨਹੀਂ ਹੈਗਾ? ਨਹੀਂ ਦੇਖੋ, ਅਸੀਂ ਕੋਰੇ ਨਹੀਂ ਹੈਗੇ, ਅਸੀਂ ਰਾਜਨੀਤੀ ਵੀ ਕਰ ਰਹੇ ਹਾਂ। ਰਾਜਨੀਤੀ ਇਹ ਹੈ ਵੀ ਅਸੀਂ ਆਪਣੇ ਦੁਸ਼ਮਣ ਨਾਲ ਵੀ ਬੈਠਣ ਨੂੰ ਤਿਆਰ ਹਾਂ, ਸਾਨੂੰ ਪਤਾ ਉਹਨੇ ਭਲਾ ਨਹੀਂ ਕਰਨਾ ਸਾਡਾ, ਹੈ।
ਪਰ ਅਸੀਂ ਇਹ ਮੌਕਾ ਨਹੀਂ ਦੇਣਾ ਚਾਹੁੰਦੇ ਉਹਨਾਂ ਨੂੰ ਵੀ ਸਾਡੇ ਨਾਲ ਇੰਟੈਲੈਕਚੁਅਲ ਡਿਬੇਟ ਨਹੀਂ ਕਰਦਾ ਕੋਈ। ਅਸੀਂ ਕਾਮਰੇਡਾਂ ਨੂੰ ਸੱਦਣ ਦਿੰਦੇ, ਆਓ ਤੁਸੀਂ ਦੱਸੋ ਵੀ ਪੰਜਾਬ ਦੇ ਲਈ ਜਿਹੜਾ ਤੁਹਾਡਾ ਆਈਡੀਆ, ਉਹ ਅਸੀਂ ਦੱਸਦੇ ਹਾਂ ਡਿਜ਼ਾਸਟਰ ਕਿਵੇਂ ਆ ਤੁਹਾਡਾ ਆਈਡੀਆ ਪੰਜਾਬ ਨੂੰ ਪ੍ਰੋਬਲਮੈਟਿਕ ਕਿਉਂ ਆ, ਤੁਹਾਡਾ ਜਿਹੜਾ ਮਾਰਕਸਿਸਟ ਦਾ ਆਈਡੀਆ ਹੈ ਜਾਂ ਲੈਫਟ ਦਾ ਜਿਹੜਾ ਵੀ ਆਈਡੀਆ ਹੈ ਨਾ। ਸੋ ਅਸੀਂ ਲਕੀਰ ਨਹੀਂ ਕਿਸੇ ਵੀ ਪਾਸੇ ਖਿੱਚੀ ਹੋਈ, ਅਸੀਂ ਆਪਣੇ ਰਾਹ ਦੀ ਲਕੀਰ ਜ਼ਰੂਰ ਖਿੱਚੀ ਵੀ ਅਸੀਂ ਕਿੱਧਰ ਨੂੰ ਜਾਣਾ। ਸੋ ਕੋਰੇ ਕਰਾਰੇ ਨਹੀਂ, ਇਹ ਮਹਾਰਾਜ ਦਾ ਹੀ ਬਚਨ ਹੈ। ਰਾਜਨੀਤੀ ਵੀ ਕਰਨੀ ਹੈ ਪਰ ਧਰਮ ਦਾ ਕੁੰਡਾ ਉੱਚਾ ਹੈ, ਧਰਮ ਤੇ ਨਹੀਂ ਬਦਲ ਸਕਦਾ ਨਾ। ਰਾਜਨੀਤੀ ਆਉਂਦੇ ਜਾਂਦੇ ਸਮੇਂ 'ਚ ਬਦਲ ਜਾਂਦੀ ਹੈ, ਧਰਮ ਤੇ ਅਕਾਲ ਪੁਰਖ ਦਾ ਚਲਾਇਆ ਕੋਈ ਸਮੇਂ ਦੇ ਨਾਲ ਕਿਸੇ ਹਕੂਮਤ ਦੇ ਨਾਲ ਨਹੀਂ ਨਾ ਬਦਲਣਾ। ਸੋ ਅਸੀਂ ਉਹਦੇ ਕੁੰਡੇ ਹੇਠ ਹਾਂ। ਜੇ ਰਾਜਨੀਤੀ ਨੂੰ ਧਰਮ ਦੇ ਉੱਪਰ ਰੱਖਾਂਗੇ ਫਿਰ ਅਸੀਂ ਮਤਲਬ ਕੋਰੇ ਕਰਾਰੇ ਹੋਣ ਦੀ ਗੱਲ ਕਰਾਂਗੇ। ਕਾਮਰੇਡਾਂ ਦੀ ਗੱਲ ਤੁਸੀਂ ਕੀਤੀ ਆ, ਉਹਨਾਂ ਦਾ ਆਈਡੀਆ ਪੰਜਾਬ ਦੇ ਲਈ ਅੜਚਨ ਕਿੱਥੇ ਬਣਦਾ, ਜੇ ਛੋਟੇ ਸ਼ਬਦਾਂ ਵਿੱਚ ਦੱਸਣਾ ਹੋਵੇ ਜੀ? ਦੇਖੋ, ਜਿਹੜਾ ਆਈਡੀਆ ਮਾਰਕਸ ਦਾ ਆਈਡੀਆ ਹੈ, ਉਹ ਆਈਡੀਆ ਉੱਥੇ ਬਣ ਪਿਆ ਜਿੱਥੇ ਧਰਮ ਬੜੀ ਵੱਡੀ ਪ੍ਰੋਬਲਮ ਬਣ ਗਿਆ ਸੀ। ਕ੍ਰਿਸਚੀਅਨਿਟੀ, ਚਰਚ ਕੋ ਕੰਟਰੋਲ ਸੀ। ਉਹਦੇ ਆਪੋਜ਼ਿਟ ਮੂਵਮੈਂਟ ਖੜੀ ਹੋਈ ਐਂਟੀ ਰਿਲੀਜੀਅਸ ਮੂਵਮੈਂਟ, ਧਰਮ ਵਿਰੋਧੀ। ਪਰ ਪੰਜਾਬ ਦੇ ਵਿੱਚ ਜਦੋਂ ਧਰਮ ਬ੍ਰਾਹਮਣਵਾਦ ਪ੍ਰੋਬਲਮ ਬਣਿਆ, ਉਹਦੇ ਉਲਟ ਗੁਰੂ ਸਾਹਿਬ ਨੇ ਗੈਰ ਧਰਮ ਵਿਰੋਧੀ ਮੂਵਮੈਂਟ ਨਹੀਂ ਚਲਾਈ, ਸੱਚੇ ਧਰਮ ਨੂੰ ਇੱਥੇ ਇੰਟਰੋਡਿਊਸ ਕੀਤਾ। ਸੱਚਾ ਧਰਮ ਹੀ ਪੰਜਾਬ ਨੂੰ ਬਚਾ ਸਕਦਾ। ਸੋ ਕੀ ਹੈ ਵੀ ਤੁਸੀਂ ਕਾਪੀ ਪੇਸਟ ਕਰਕੇ ਸੰਘਰਸ਼ ਇੱਥੇ ਨਹੀਂ ਲਾ ਸਕਦੇ। ਪੰਜਾਬ ਦਾ ਕਾਮਰੇਡ ਇਸ ਕਰਕੇ ਫੇਲ ਹੁੰਦਾ ਹੈ, ਉਹ ਪੰਜਾਬ 'ਚ ਸਿੱਖੀ ਦੇ ਕਾਊਂਟਰ ਅਗੇਂਸਟ ਜਾ ਕੇ ਖੜਾ ਹੋ ਜਾਂਦਾ ਹੈ। ਬਾਕੀ ਧਰਮਾਂ ਨੂੰ ਝੂਠਾ ਧਰਮ ਕਹਿੰਦੇ ਹੋ ਫਿਰ? ਨਹੀਂ, ਅਸੀਂ ਝੂਠਾ ਨਹੀਂ ਕਹਿੰਦੇ। ਹਮਕੋ ਹਮਾਰਾ ਖੂਬ, ਉਹਨਾਂ ਦਾ ਖੂਬ। ਗੁਰੂ ਸਾਹਿਬ ਨੇ ਸਾਰੇ ਧਰਮਾਂ ਦਾ ਕ੍ਰਿਟਿਸਿਜ਼ਮ ਵੀ ਕੀਤਾ। ਗੁਰੂ ਸਾਹਿਬ ਨੇ ਇਹ ਵੀ ਕਿਹਾ, ਅਸੀਂ ਦੇਖੋ, ਅਸੀਂ ਆਪਣੀ ਨਿਆਰੀ ਹਸਤੀ ਦਾ ਦਾਅਵਾ ਕਰਦੇ ਹਾਂ, ਅਸੀਂ ਕਿਸੇ ਦੇ ਆਪਣੀ ਹਸਤੀ ਥੋਪਦੇ ਨਹੀਂ। ਇਹ ਸਾਡੀ ਖੂਬਸੂਰਤੀ ਹੈ। ਦੁਨੀਆ ਦੇ ਬਾਕੀ ਧਰਮਾਂ 'ਚ ਜਾ ਕੇ ਦੇਖੋ ਤੁਸੀਂ, ਉੱਥੇ ਉਹ ਕਹਿੰਦੇ ਵੀ ਸਾਡੇ 'ਚ ਆਓ, ਅਸੀਂ ਇਹੋ ਜਿਹਾ ਕੋਈ ਦਾਅਵਾ ਨਹੀਂ ਕਰਦੇ। ਹਾਂ, ਇਹ ਜ਼ਰੂਰ ਕਹਿੰਦੇ ਆ, ਮਹਾਰਾਜ ਦਾ ਬਚਨ ਹੈ, ਜਿਉਂ ਤੋਂ ਪ੍ਰੇਮ ਖੇਲਣ ਕਾ ਜਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਗੁਰੂ ਸਾਹਿਬ ਨੇ ਕੋਈ ਜੰਨਤ ਦਾ ਵਾਅਦਾ ਨਹੀਂ ਕੀਤਾ ਕਿਸੇ ਨਾਲ, ਕੋਈ ਸਵਰਗ ਦਾ ਵਾਅਦਾ ਨਹੀਂ ਕੀਤਾ। ਉਹਨਾਂ ਨੇ ਵਾਅਦਾ ਕੀਤਾ ਵੀ ਜੇ ਮੇਰੀ ਗਲੀ 'ਚ ਆਉਣਾ ਤੇ ਸੀਸ ਤਲੀ ਤੇ ਧਰ ਕੇ ਆਓ। ਇਹੋ ਹੀ ਤੁਹਾਨੂੰ ਮਿਲ ਸਕਦਾ ਹੈ, ਸ਼ਹਾਦਤ ਮਿਲ ਸਕਦੀ ਹੈ ਸੱਚਖੰਡ ਦੇ ਵਿੱਚ। ਸੱਚਖੰਡ ਕੀ ਹੈ? ਸਾਡਾ ਸੱਚਖੰਡ ਦੇ ਵਿੱਚ ਸ਼ਰਾਬ ਦੇ ਦਰਿਆ ਨਹੀਂ ਹੈਗੇ, ਸਿਰਫ ਗੁਰੂ ਚਰਨਾਂ ਦੇ ਵਿੱਚ ਇੱਕ ਜਿਹੜੀ ਇਹ ਦੁਨਿਆਵੀ ਜਿਹੜੀ ਸਭ ਤੋਂ ਮੁਕਤੀ ਹੈ। ਮਤਲਬ ਅਸੀਂ ਇਹ ਨਹੀਂ ਚਾਹੁੰਦੇ ਵੀ ਇੱਥੇ ਅਸੀਂ ਨਸ਼ਾ ਛੱਡਿਆ ਤੇ ਉੱਥੇ ਸਾਨੂੰ ਸ਼ਰਾਬ ਦੇ ਦਰਿਆ ਮਿਲਣ। ਅਸੀਂ ਚਾਹੁੰਦੇ ਹਾਂ ਵੀ ਇਹ ਦੁਨਿਆਵੀ ਜੋ ਸੰਸਾਧਨ ਨੇ, ਇਹਨਾਂ ਤੋਂ ਮੁਕਤੀ ਜਿਹੜੀ ਆ ਉਹ ਕੇਵਲ ਗੁਰੂ ਦੇ ਚਰਨਾਂ 'ਚ ਮਿਲ ਸਕਦੀ। ਸਰਕਾਰਾਂ ਆਪਣਾ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਕਰਨ ਦਿੱਤਾ ਜਾਵੇ ਤੇ ਅਸੀਂ ਆਪਣਾ ਕੰਮ ਕਰੀ ਚੱਲੀਏ, ਇਸ ਤਰ੍ਹਾਂ ਦਾ ਹੈ? ਜਾਂ ਫਿਰ ਇਹ ਕੰਮ ਜਿਹੜਾ ਹੈਗਾ ਇਹ ਹੋਣ ਨੂੰ ਬਚਾਉਣ ਦੀ ਗੱਲ ਹੈਗੀ ਹੈ, ਜਾਂ ਸਟੇਟ ਤੇ ਵੀ, ਜਾਂ ਫਿਰ ਪੰਜਾਬ ਸਰਕਾਰ ਦੇ ਵੀ ਧੌਣ ਤੇ ਗੋਡਾ ਰੱਖ ਕੇ ਲੜਨਾ ਪਊਗਾ, ਇਹ ਸੰਘਰਸ਼ ਕਰਨਾ ਪੈਣਾ ਜੀ? ਨਹੀਂ, ਦੇਖੋ, ਸਰਕਾਰਾਂ ਕਦੇ ਵੀ ਜਿਹੜੀ ਕੌਮ ਦੀ ਤੋਂ ਇਨਫਲੂਐਂਸ ਤੋਂ ਬਾਹਰ ਨਹੀਂ ਹੁੰਦੀਆਂ। ਸਰਕਾਰ ਜੋ ਕੁਝ ਕਰਦੀ ਸਾਡੇ 'ਤੇ ਇਨਫਲੂਐਂਸ ਪੈ ਰਿਹਾ ਹੈ, ਮਤਲਬ ਉਹ ਸਾਡੇ ਰਾਹ 'ਚ ਆ ਰਹੇ ਨੇ। ਸੋ ਅਸੀਂ ਜਿਹੜਾ ਸਟਰਗਲ ਕਰ ਰਹੇ ਹਾਂ, ਬੇਸ਼ੱਕ ਅਸੀਂ ਉਹਦੀ ਲਾਈਨ ਡਿਫਾਈਨ ਕੀਤੀ ਹੋਈ ਹੈ, ਪਰ ਸਾਨੂੰ ਇਹ ਵੀ ਪਤਾ ਵੀ ਸਾਨੂੰ ਸਰਕਾਰਾਂ ਦੇ ਨਾਲ ਸਾਹਮੋ ਸਾਹਮਣੇ ਵੀ ਹੋਣਾ ਪੈਣਾ, ਉਹਨਾਂ ਦੀ ਧੌਣ 'ਤੇ ਗੋਡਾ ਵੀ ਰੱਖਣਾ ਪੈਣਾ, ਸੰਘਰਸ਼ ਵੀ ਕਰਨੇ ਪੈਣਾ, ਸਾਰਾ ਕੁਝ ਹੀ ਕਰਨਾ ਪੈਣਾ। ਸੋ ਇਹਦੇ 'ਚ ਜਿਹੜੀ ਵੀ ਕੌਮ ਆਜ਼ਾਦੀ ਦੀ ਲੜਾਈ ਲੜਦੀ ਹੈ ਨਾ, ਉਹਦੀ ਕੋਈ ਤੈਅ ਬਾਇੰਦਰੀ ਨਹੀਂ ਹੁੰਦੀ। ਪਿੰਜਰੇ 'ਚ ਪਿਆ ਮਨੁੱਖ ਕਦੀ ਇੱਕ ਪ੍ਰੋਪਰ ਪਲਾਨ ਬਣਾ ਕੇ ਨਹੀਂ ਉਹ 'ਚੋਂ ਨਿਕਲਦਾ। ਉਹਦਾ ਨਿਕਲਣਾ ਉਹਦਾ ਸਿਰਫ ਪਲਾਨ ਹੁੰਦਾ, ਇਹ 'ਚ ਨਹੀਂ ਰਹਿਣਾ ਮੈਂ ਹੁਣ। ਗੁਲਾਮੀ ਦਾ ਅਹਿਸਾਸ ਕਰਕੇ ਆਜ਼ਾਦੀ ਦੀ ਚਾਹਨਾ ਰੱਖਣੀ, ਇਹੋ ਪਲਾਨ ਹੋ ਸਕਦਾ ਪ੍ਰੋਪਰ ਜਿਹੜਾ ਹੋ ਸਕਦਾ। ਬਾਕੀ ਬਲੂ ਪ੍ਰਿੰਟ ਕੋਈ ਨਹੀਂ ਹੁੰਦਾ ਇਹਦਾ। ਹੁਣ ਤੱਕ ਗੱਲਾਂ ਤੁਸੀਂ ਲੋਕਾਂ ਨੇ ਵੀ ਕਹਿਣਾ ਵੀ ਵਾਹ ਬਹੁਤ ਵਧੀਆ ਕੀਤੀਆਂ, ਪਰ ਅੱਜ ਤੱਕ ਸਾਡੀ ਕੌਮ ਨੂੰ ਜੇਕਰ ਲੁੱਟਿਆ ਸੋਹਣੀਆਂ ਗੱਲਾਂ ਕਰਕੇ, ਵਧੀਆ ਗੱਲਾਂ ਕਰਕੇ, ਚੰਗੇ ਲੀਡਰ ਸਾਨੂੰ ਮਿਲ ਨਹੀਂ ਸਕੇ, ਉਹਦੇ ਕਰਕੇ ਅੱਜ ਪੰਜਾਬ ਦੇ ਇਹ ਹਾਲਾਤ ਹੋਏ ਪਏ ਆ। ਕਿਤੇ ਅੰਮ੍ਰਿਤਪਾਲ ਉਹਨਾਂ ਲੀਡਰਾਂ 'ਚੋਂ ਇੱਕ ਤਾਂ ਬਣ ਜੇ। ਨਹੀਂ, ਉਹ ਤਾਂ ਫਿਰ ਸਮਾਂ ਤੈਅ ਕਰੂਗਾ ਜੀ। ਜੇ ਮੈਂ ਬਣ ਜੂੰਗਾ ਫਿਰ ਤਾਂ ਸਮੇਂ ਨੇ ਨਹੀਂ ਦੱਸਣਾ ਨਾ। ਅੱਜ ਮੈਂ ਹੁਣ ਜੇ ਕਹਾਂ ਮੈਂ ਨਹੀਂ ਬਣੂੰਗਾ ਤੇ ਮੇਰੀ ਜ਼ਬਾਨ 'ਤੇ ਯਕੀਨ ਕੀਤਾ ਜਾ ਸਕਦਾ। ਸੋ ਮੈਂ ਤਾਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਵੀ ਜਦੋਂ ਇਹੋ ਜਿਹਾ ਖਿਆਲ ਵੀ ਸਾਡੇ ਮਨ 'ਚ ਆਵੇ ਵੀ ਅਸੀਂ ਲੀਡਰ ਬਣਨਾ ਹੈ ਜਾਂ ਕਿਸੇ ਕਿਸਮ ਦੇ ਲੋਕਾਂ ਨੂੰ ਸੋਹਣੀਆਂ ਗੱਲਾਂ ਕਰਨੀਆਂ ਜਿਹੜੀਆਂ, ਇਹ ਗੱਲਾਂ ਦੀ ਬਹੁਤ ਵੱਡੀ ਕੀਮਤ ਉਤਾਰਨੀ ਪੈਣੀ ਹੈ। ਇਹ ਗੱਲਾਂ ਸੋਹਣੀਆਂ ਹੋਰ ਨਹੀਂ ਕਰ ਲੈਂਦੇ ਲੋਕ। ਗੱਲਾਂ ਸੋਹਣੀਆਂ ਜਿਹੜੀਆਂ ਨੇ, ਸਮੇਂ ਦੇ ਵਹਿਣ ਦੇ ਉਲਟ ਚੱਲਣਾ ਜਿਹੜਾ ਹੈ, ਇਹ ਮੈਨੂੰ ਲੱਗਦਾ ਵੀ ਇਹਦੇ ਲਈ ਬਹੁਤ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ। ਅਤੇ ਮੈਂ ਕਹਿੰਦਾ ਸਾਰੇ ਬੰਦੇ ਕਰਨ ਇਹਦੀ ਕੀਮਤ ਅਦਾ। ਕਿੰਨਾ ਕੁ ਹੁਣ ਆਰਾਮ ਕਰ ਲਿਆ ਆ ਕੇ ਬਾਈ? ਨਹੀਂ, ਆਰਾਮ ਨਹੀਂ ਹੋਇਆ ਅਜੇ। ਥੋੜ੍ਹਾ ਫਲਾਈਟਾਂ ਕਨੈਕਟਿੰਗ ਸੀ ਇੱਕ ਦੋ, ਅਤੇ ਉਹਦੇ ਚੱਕਰ ਦੇ ਵਿੱਚ ਆਰਾਮ ਨਹੀਂ ਕਰ ਸਕੇ। ਕੋਈ ਨਹੀਂ, ਕਰਾਂਗੇ ਆਰਾਮ। ਅੱਜ ਦਰਬਾਰ ਸਾਹਿਬ ਗਏ ਸੀ, ਬੜੇ ਸਮੇਂ ਬਾਅਦ ਦਰਸ਼ਨ ਕੀਤੇ ਅਤੇ ਮਹਾਰਾਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਅਤੇ ਹੁਣ ਕੋਈ ਨਹੀਂ, ਆਰਾਮ ਕਰਨ ਨੂੰ ਪੂਰੀ ਜ਼ਿੰਦਗੀ ਪਈ। ਚਲੋ ਫਿਰ ਕਿਸੇ ਮੁੱਦੇ ਦੇ ਉੱਤੇ ਔਰ ਹੋਰ ਗੱਲਾਂ ਦੇ ਨਾਲ ਅਸੀਂ ਜ਼ਰੂਰ ਬੈਠਾਂਗੇ। ਅੱਜ ਸਮਾਂ ਦਿੱਤਾ, ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀ ਸਰਦਾਰ ਅੰਮ੍ਰਿਤਪਾਲ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਵੀ ਇੱਕ ਵੱਖਰਾ ਸੰਘਰਸ਼ ਵਿੱਢਣਾ ਪਊਗਾ। ਅਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਲੋਕ ਉਲਝਦੇ ਨੇ, ਅਸੀਂ ਉਹਨਾਂ ਦੇ ਵਿੱਚ ਨਹੀਂ ਉਲਝਣਾ ਚਾਹੁੰਦੇ। ਪਰ ਜੇ ਜਿਸ ਤਰ੍ਹਾਂ ਵੀ ਹੁਣ ਬਾਈ ਹੋਰੀ ਕੰਮ ਕਰਨਗੇ, ਉਵੇਂ ਇਹਨਾਂ ਨੂੰ ਸਵਾਲ ਹੋਣਗੇ, ਉਵੇਂ ਗੱਲਾਂ ਹੋਣਗੀਆਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹਨਾਂ ਦੇ ਨਾਲ ਮੁਲਾਕਾਤ ਹੋਊਗੀ ਜਾਂ ਕੋਈ ਦੂਜੇ
ਧੜੇ ਦੇ ਵੀ ਕੋਈ ਵਿਚਾਰ ਹੋਣਗੇ ਜਾਂ ਉਹਨਾਂ ਦੇ ਕੋਈ ਪ੍ਰਸ਼ਨ ਹੋਣਗੇ ਜਾਂ ਜੋ ਇਹਨਾਂ ਨੇ ਕੀਤੇ ਆ ਉਹਨਾਂ ਨੂੰ ਅਸੀਂ ਸਵਾਲ ਜ਼ਰੂਰ ਕਰਾਂਗੇ ਵੀ ਸਿਧਾਂਤਾਂ ਦੀ ਗੱਲ ਕੀਤੀ ਹੈ, ਉਹਨਾਂ ਦੇ ਮੁਤਾਬਕ ਸਿਧਾਂਤ ਕੀ ਹੈ। ਜੇਕਰ ਇਹ ਇੱਕ ਹੈ ਤਾਂ ਇਹਨਾਂ ਨੂੰ ਆਪਸ ਦੇ ਵਿੱਚ ਇਕੱਠਾ ਹੋਣਾ ਚਾਹੀਦਾ, ਉਹ ਸੰਗਤ ਨੇ ਫੈਸਲਾ ਕਰਨਾ ਹੈ। ਪਰ ਅਸੀਂ ਜ਼ਰੂਰ ਜਿਹੜੇ ਹੈਗੇ ਇਹਨਾਂ ਦੀਆਂ ਗੱਲਾਂ ਉਹਨਾਂ ਤੱਕ ਲੈ ਕੇ ਜਾਵਾਂਗੇ। ਜੇ ਮੇਲ ਖਾਂਦੀਆਂ ਹੋਈਆਂ ਤਾਂ ਸੰਗਤ ਜ਼ਰੂਰ ਫੈਸਲਾ ਕਰੇ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।